ਕਾਫੀ ਲੋਕ ਤੁਹਾਡੇ 'ਚੋਂ ਪ੍ਰਤੀਬੱਧ ਮੈਗਜ਼ੀਨ ਦੇ ਪਾਠਕ ਨੇ ਤੇ ਉਹਨਾਂ 'ਚੋਂ ਕਾਫੀ ਲੋਕਾਂ ਨੇ ਇਸ ਵਿਸ਼ੇ 'ਤੇ ਜੋ ਅਸੀਂ ਲਿਖਿਆ ਮਾਰਕਸਵਾਦ ਤੇ ਕੌਮੀ ਸਵਾਲ ਉਹ ਪੜ੍ਹਿਆ ਹੋਣਾ ਤੁਸੀਂ। ਦੋ ਲੇਖ ਅਸੀਂ ਇਸ ਵਿਸ਼ੇ 'ਤੇ ਲਿਖੇ ਆ। ਪਹਿਲਾ ਇਹ ਸੀ ਕੌਮੀ ਮਸਲਾ ਤੇ ਮਾਰਕਸਵਾਦ। ਦੂਸਰਾ ਲੇਖ ਪ੍ਰਤੀਬੱਧ ਜਿਹੜਾ ਪਿਛਲਾ ਅੰਕ ਸੀ 35ਵਾਂ ਉਹਦੇ ਵਿੱਚ ਛਪਿਆ, ਉਹਦਾ ਵਿਸ਼ਾ ਸੀਗਾ ਭਾਰਤ ਵਿੱਚ ਕੌਮੀ ਸਵਾਲ। ਇੱਕ ਲੇਖ ਅਸੀਂ ਆਉਣ ਵਾਲੇ ਅੰਕ 'ਚ ਲਿਖਾਂਗੇ, ਉਹ ਹੈ ਪੰਜਾਬ ਦਾ ਕੌਮੀ ਮਸਲਾ। ਜਿਹੜੀ ਮੈਂ ਅੱਜ ਗੱਲਬਾਤ ਕਰੂੰਗਾ ਇਹ ਮੁੱਖ ਰੂਪ 'ਚ ਜਿਹੜਾ ਪ੍ਰਤੀਬੱਧ ਦਾ 33ਵਾਂ ਅੰਕ ਸੀਗਾ ਉਹਦੇ ਵਿੱਚ ਜਿਹੜਾ ਛਪਿਆ ਲੇਖ ਸੀ ਉਹਦੇ 'ਤੇ ਆਧਾਰਿਤ ਹੈ। ਉਹ ਹੁਣ ਬਹੁਤ ਸਾਰੇ ਸਾਥੀ ਇੱਥੇ ਨੇ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਉਹਨਾਂ ਨੂੰ ਅਸੀਂ ਅੰਗਰੇਜ਼ੀ ਤੇ ਹਿੰਦੀ ਵਿੱਚ ਅਨੁਵਾਦ ਕਰਕੇ ਉਹ ਲਿਖ ਦੇ ਦਿੱਤਾ ਸੀਗਾ। ਦੂਜਾ ਜਿਹੜਾ ਮਤਲਬ ਇਹ ਅੱਜ ਦੀ ਗੱਲਬਾਤ ਦਾ ਮੁੱਖ, ਜਿਵੇਂ ਆਪਾਂ ਸੈਮੀਨਾਰ ਦਾ ਵਿਸ਼ਾ ਵੀ ਇਹੀ ਰੱਖਿਆ, ਮਾਰਕਸਵਾਦ ਅਤੇ ਕੌਮੀ ਸਵਾਲ। ਇਹਦਾ ਮਤਲਬ ਹੈ ਜਿਹੜੇ ਮਾਰਕਸਵਾਦ ਦੇ ਅਧਿਆਪਕ ਨੇ, ਮਾਰਕਸ, ਇੰਗਲਸ, ਲੈਨਿਨ, ਸਟਾਲਿਨ ਤੇ ਮਾਓ, ਸੰਸਾਰ ਮਜ਼ਦੂਰ ਜਮਾਤ ਦੇ ਜਿਹੜੇ ਅਧਿਆਪਕ ਨੇ, ਉਹਨਾਂ ਨੇ ਇਸ ਮਸਲੇ ਨੂੰ ਕਿਵੇਂ ਦੇਖਿਆ, ਕਿਵੇਂ ਸਮਝਿਆ, ਇਸ 'ਤੇ ਜਾਣੀ ਮੁੱਖ ਆਪਣੀ ਗੱਲ ਦਾ ਨਾ ਫੋਕਸ ਰਹੂਗਾ। ਦੂਸਰਾ ਇਹ ਕਿ ਅਸੀਂ ਇੱਕ ਬਹੁ ਕੌਮੀ ਦੇਸ਼ ਵਿੱਚ ਰਹਿੰਦੇ ਹਾਂ। ਭਾਰਤ ਇੱਕ ਬਹੁ ਕੌਮੀ ਦੇਸ਼ ਹੈ। ਸਟਾਲਿਨ ਨੇ ਕਿਸੇ ਵੇਲੇ ਕਿਹਾ ਸੀਗਾ, ਜਦੋਂ ਭਾਰਤ ਦੀ ਵੰਡ ਨਹੀਂ ਸੀ, 47 ਵਾਲੀ ਵੰਡ ਨਹੀਂ ਸੀ ਹੋਈ, ਬੰਗਲਾਦੇਸ਼ ਤੇ ਪਾਕਿਸਤਾਨ ਵੀ ਸਾਡੇ ਨਾਲ ਹੀ ਸੀ, ਇਸ ਦੇਸ਼ ਦਾ ਹਿੱਸਾ ਸੀਗੇ, ਉਦੋਂ ਸਟਾਲਿਨ ਨੇ ਕਿਹਾ ਸੀ ਕਿ ਇੱਥੇ 800 ਕੌਮੀਅਤਾਂ ਵਸਦੀਆਂ ਨੇ। 800 ਦੇ ਉਹ ਪਤਾ ਨਹੀਂ ਹੁਣ ਕਿੰਨਾ ਐਕੂਰੇਟ ਆਪਾਂ ਕਹਿ ਨਹੀਂ ਸਕਦੇ, ਕਹਿਣ ਦਾ ਮਤਲਬ ਮੋਟਾ ਕਹੀਏ ਤਾਂ ਸੈਂਕੜੇ ਹੀ ਕੌਮੀਅਤਾਂ ਦਾ ਅੱਜ ਵੀ ਵਾਸਾ ਹੈਗਾ ਇਸ ਦੇਸ਼ ਦੇ ਵਿੱਚ। ਤੇ ਉਹਨਾਂ ਨੂੰ ਲੈ ਕੇ ਤਰ੍ਹਾਂ ਦੇ ਵਿਰੋਧ, ਤਰ੍ਹਾਂ ਦੇ ਝਗੜੇ ਇਸ ਦੇਸ਼ ਦੇ ਵਿੱਚ ਹੈਗੇ ਆ। ਇੱਕ ਬਹੁ ਕੌਮੀ ਦੇਸ਼ ਵਿੱਚ ਰਹਿੰਦੀ ਹੋਈ ਕੋਈ ਵੀ ਇਨਕਲਾਬੀ ਜਥੇਬੰਦੀ ਆ। ਭਾਰਤ ਦੇ ਵਿੱਚ ਕਿਹਾ ਜਾਵੇ ਕਿ ਯੂਨੀਕ ਜਿਹੜੀ ਚੀਜ਼ ਹੈਗੀ ਉਹ ਹੈਗੀ ਜਾਤ ਪਾਤ। ਭਾਰਤ ਦੇ ਕਮਿਊਨਿਸਟਾਂ ਨੂੰ ਜਾਤ ਪਾਤ ਨੂੰ ਵੀ ਸਮਝਣਾ ਪਊਗਾ ਤੇ ਜਾਤ ਪਾਤ ਦਾ ਖਾਤਮਾ ਕਿਵੇਂ ਹੋਊਗਾ ਇਹਦਾ ਵੀ ਕਾਰਜ ਉਹਨਾਂ ਨੂੰ ਕੱਢਣਾ ਪਊਗਾ, ਉਹਦਾ ਖਾਕਾ ਉਹਨਾਂ ਕੋਲ ਚਾਹੀਦਾ। ਇਸੇ ਤਰ੍ਹਾਂ ਜਿਹੜਾ ਕੌਮੀ ਮਸਲਾ ਹੈਗਾ ਇਹ ਹੋਰ ਵੀ ਮਹੱਤਵਪੂਰਨ ਹੈ ਕਈ ਅਰਥਾਂ ਦੇ ਵਿੱਚ। ਇਹਨਾਂ ਅਰਥਾਂ 'ਚ ਦੇਖਿਆ ਜਾਵੇ ਜੇ ਅੱਜ ਭਾਰਤ ਦੇ ਵਿੱਚ ਸਭ ਤੋਂ ਵੱਧ, ਸਭ ਤੋਂ ਭਿਅੰਕਰ ਜ਼ਬਰ ਜੇ ਹੋ ਰਿਹਾ ਕਿਤੇ ਭਾਰਤੀ ਸਟੇਟ ਵੱਲੋਂ ਤਾਂ ਉਹ ਕਸ਼ਮੀਰ ਹੈ। ਭਾਰਤੀ ਨਹੀਂ ਸੰਸਾਰ ਦੇ ਵਿੱਚ ਜੇ ਸਭ ਤੋਂ ਵੱਧ ਜਿੱਥੇ ਫੌਜ ਲੱਗੀ ਹੋਈ ਆ ਕੋਈ ਖਿੱਤਾ ਜਿਹਾ ਹੈਗਾ ਤਾਂ ਉਹ ਕਸ਼ਮੀਰ ਹੀ ਹੈ। ਦੂਜਾ ਹੈਗਾ ਨਾਰਥ ਈਸਟ, ਜਿੱਥੇ ਉਹ ਬਹੁਤ ਲੰਬੇ ਸਮੇਂ ਤੋਂ ਨਾਰਥ ਈਸਟ ਦਾ ਵੱਡਾ ਹਿੱਸਾ ਜਿਹੜਾ ਭਾਰਤ ਦਾ ਕਾਨੂੰਨ ਆ ਉਹਨੂੰ AFSPA ਕਹਿੰਦੇ ਆ, ਉਹਦੇ ਅਧੀਨ ਚੱਲ ਰਿਹਾ, ਜਿੱਥੇ ਮਤਲਬ ਪਿਛਲੇ ਜਦੋਂ ਤੋਂ ਭਾਰਤ ਆਜ਼ਾਦ ਆ 47 ਤੋਂ ਬਾਅਦ ਜਾਣੀ ਲੱਖਾਂ ਹੀ ਲੋਕਾਂ ਦਾ ਕਤਲੇਆਮ ਭਾਰਤੀ ਸਟੇਟ ਕਰ ਚੁੱਕੀ ਆ। ਇਹ ਇੱਕ ਮਹੱਤਵਪੂਰਨ ਮਸਲਾ, ਜਾਣੀ ਇਹਦੇ ਤੋਂ ਕੋਈ ਵੀ ਜਿਹੜੀ ਕੌਮਿਸਟ ਧਿਰ ਆ, ਕੋਈ ਇਨਕਲਾਬੀ ਧਿਰ ਆ, ਉਹ ਪਾਸਾ ਵੱਟ ਕੇ ਨਹੀਂ ਲੰਘ ਸਕਦੀ। ਉਹਨੂੰ ਇੱਥੇ ਕੋਈ ਨਾ ਕੋਈ ਸਟੈਂਡ ਲੈਣਾ ਪਊਗਾ। ਉਹ ਸਟੈਂਡ ਸਹੀ ਹੋ ਸਕਦਾ, ਗਲਤ ਹੋ ਸਕਦਾ, ਜਾਣੀ ਚੁੱਪਚਾਪ ਲੰਘ ਕੇ ਕੋਈ ਗੁਜ਼ਾਰਾ ਨਹੀਂ ਗਾ ਇਹਦੇ 'ਚ। ਹੁਣ ਇਹ ਮਤਲਬ ਜੋ ਭਾਰਤ ਦੇ ਵਿੱਚ ਜੋ ਕੌਮੀ ਸਵਾਲ ਹੈ ਇਹਦੇ 'ਤੇ ਥੋੜ੍ਹੀ ਗੱਲ ਹੀ ਮੈਂ ਕਰੂੰਗਾ, ਥੋੜ੍ਹੀ ਮਤਲਬ ਪ੍ਰਸੰਗ ਵਜੋਂ ਹੀ ਗੱਲਬਾਤ ਆਊਗੀ, ਕਿਉਂਕਿ ਅੱਜ ਦਾ ਮੁੱਖ ਵਿਸ਼ਾ ਨਹੀਂ ਗਾ। ਅੱਗੇ ਅੱਜ ਜਿਹੜੇ ਸਾਥੀ ਆਏ ਨੇ ਅਲੱਗ-ਅਲੱਗ ਥਾਵਾਂ ਤੋਂ ਦੇਸ਼ ਵਿੱਚ ਜਿਹੜੇ ਕੰਮ ਕਰਦੇ ਉਹਨਾਂ ਦੀ ਸਹਿਮਤੀ ਹੋਊਗੀ, ਜਾਂ ਹੋਰ ਵੀ ਜਿਹੜੀਆਂ ਮਤਲਬ ਇਨਕਲਾਬੀ ਧਿਰਾਂ ਨਹੀਂ ਆਈਆਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਸਭ ਦੀ ਸਹਿਮਤੀ ਹੋਊਗੀ ਤਾਂ ਫਿਰ ਜ਼ਿਆਦਾ ਸਮੇਂ ਤੱਕ ਸੈਮੀਨਾਰ ਆਪਾਂ ਰੱਖਿਆ ਜਾਣਾ ਚਾਹੀਦਾ, ਘੱਟੋ ਘੱਟ 3 ਜਾਂ 4 ਦਿਨ ਦਾ ਸੈਮੀਨਾਰ ਹੋਵੇ, ਉਹਦੇ ਵਿੱਚ ਪੂਰੀ ਗੱਲ ਹੋ ਸਕਦੀ ਆ, ਇਹਨਾਂ ਸਾਰੇ ਮਸਲਿਆਂ 'ਤੇ ਪੂਰੀ ਗੱਲ ਹੋ ਸਕਦੀ ਆ। ਇਸ ਲਈ ਅੱਜ ਦੀ ਜਿਹੜੀ ਗੱਲਬਾਤ ਦਾ ਮੁੱਖ ਜਿਹੜਾ ਮੈਂ ਕਹਿੰਦਾ ਉਹ ਫੋਕਸ ਇਸੇ 'ਤੇ ਆਪਾਂ ਗੱਲ ਕੰਸਨਟਰੇਟ ਕਰਨੀ ਆ ਕਿ ਮਾਰਕਸਵਾਦ ਦੀ ਜੋ ਪੈਂਤੜਾ ਆ, ਕੌਮੀ ਸਵਾਲ ਤੇ ਮਾਰਕਸਵਾਦੀ ਸਟੈਂਡ, ਮਾਰਕਸਵਾਦੀ ਪੈਂਤੜਾ ਕੀ ਆ, ਇਸ 'ਤੇ ਮੈਂ ਜ਼ਿਆਦਾ ਆਪਣੀ ਗੱਲ ਕਰੂੰਗਾ। ਮਾਰਕਸਵਾਦ ਦੇ ਜਿਹੜੇ ਅਧਿਆਪਕਾਂ ਦੀਆਂ ਟੂਕਾਂ ਨੇ ਉਹ ਬਹੁਤੀਆਂ ਨਹੀਂ ਮੈਂ ਪੜ੍ਹਨੀਆਂ, ਕਿਉਂਕਿ ਉਹ ਟੂਕਾਂ ਤੁਸੀਂ ਜਿਹੜਾ ਪਹਿਲਾ ਲੇਖ ਆ 33ਵੇਂ ਅੰਕ ਛਪਿਆ ਸੀਗਾ ਉਹਦੇ 'ਚ ਕਾਫੀ ਜ਼ਿਆਦਾ ਅਸੀਂ ਉਹ ਕੋਟ ਕੀਤਾ, ਮਾਰਕਸ ਨੂੰ, ਇੰਗਲਸ ਨੂੰ, ਲੈਨਿਨ ਨੂੰ, ਸਟਾਲਿਨ ਨੂੰ, ਉਹ ਤੁਸੀਂ ਉੱਥੇ ਪੜ੍ਹ ਸਕਦੇ ਹੋ। ਉਹ ਤਾਂ ਫਿਰ ਹੁਣ ਆਪਾਂ ਕਰਾਂਗੇ, ਫਿਰ ਗੱਲ ਬਹੁਤ ਲੰਬੀ ਹੋ ਜਾਊਗੀ। ਉਸ ਤੋਂ ਬਚਣ ਦੇ ਲਈ ਮੈਂ ਛੋਟੇ 'ਚ ਹੀ ਬਸ ਉਹਨਾਂ ਨੇ ਕੀ ਕਿਹਾ ਕਿਸੇ ਮਸਲੇ 'ਤੇ ਕਿਤੇ ਪ੍ਰਸੰਗ ਵਜੋਂ ਕੋਈ ਟੂਕ ਆ ਸਕਦੀ ਆ। ਪਹਿਲੀ ਗੱਲ ਤਾਂ ਇਸ ਮਸਲੇ ਨੂੰ ਆਪਾਂ ਕਿਉਂ ਹੱਥ ਲਿਆ, ਇਹਨੂੰ ਕਿਉਂ ਛੂਹ ਰਹੇ ਹਾਂ, ਇਸ ਮਸਲੇ ਦਾ ਮਹੱਤਵ ਕੀ ਆ। ਇਹਦਾ ਮਹੱਤਵ ਇਹ ਹੈ ਕਿ ਜਿਹੜੇ ਜਿਵੇਂ ਕੌਮਾਂ ਬਣੀਆਂ ਦੁਨੀਆ ਵਿੱਚ, ਕੌਮੀ ਰਾਜ ਬਣੇ ਆ, ਉਹਨਾਂ ਦਾ ਪਹਿਲਾ ਘਰ ਸੀ ਯੂਰਪ ਦੇ ਵਿੱਚ ਪਹਿਲੇ ਕੌਮੀ ਰਾਜ ਹੋਂਦ ਵਿੱਚ ਆਉਣੇ ਸ਼ੁਰੂ ਹੋਏ। ਜਿੱਥੋਂ ਜਾਣੀ ਇਹ ਕੌਮੀ ਮਸਲਾ ਸ਼ੁਰੂ ਹੋਇਆ, ਕਹਿ ਲਓ ਕੌਮੀ ਰਾਜ ਬਣਨੇ ਸ਼ੁਰੂ ਹੋਏ, ਉੱਥੇ ਵੀ ਇਹ ਮਸਲਾ ਹੱਲ ਨਹੀਂ ਗਾ। ਮਤਲਬ ਹੁਣ ਤੁਸੀਂ ਦੇਖੋ YouTube 'ਤੇ ਦੇਖ ਲਓ, ਕਿਤੇ ਵੀ ਦੇਖ ਲਓ, ਇੰਗਲੈਂਡ UK ਜਿਹੜਾ ਯੂਨਾਈਟਿਡ ਕਿੰਗਡਮ ਆ ਉਹਦੇ ਵਿੱਚ ਖਾਸਾ ਰੌਲਾ ਪਿਆ ਹੋਇਆ। ਜਿਹੜੀ ਸਕਾਟਲੈਂਡ ਦੀ ਪਾਰਟੀ ਆ, ਇੱਕ ਅਜਿਹੀ ਪਾਰਟੀ ਜਿਹੜੀ ਬਹੁਤ ਲੰਬੇ ਸਮੇਂ ਤੋਂ ਉੱਥੇ ਮੁਹਿੰਮ ਚਲਾ ਰਹੀ ਸੀ ਕਿ ਸਕਾਟਲੈਂਡ ਨੂੰ UK ਤੋਂ ਅਲੱਗ ਹੋ ਜਾਣਾ ਚਾਹੀਦਾ, ਇੱਕ ਆਜ਼ਾਦ ਮੁਲਕ ਹੋਣਾ ਚਾਹੀਦਾ, ਉਹ ਪਿੱਛੇ ਚੋਣਾਂ ਵਿੱਚ ਜਿੱਤ ਗਈ। ਪਹਿਲਾਂ ਉੱਥੇ ਰੈਫਰੈਂਡਮ ਹੋਇਆ, ਰੈਫਰੈਂਡਮ ਵਿੱਚ ਬਹੁਤ ਥੋੜ੍ਹੀਆਂ ਵੋਟਾਂ ਨਾਲ ਹੋਇਆ ਸੀ, ਬਹੁਤਾ ਵੱਡਾ ਫਰਕ ਨਹੀਂ ਸੀ, ਉਹ ਹਾਰ ਗਈ ਸੀਗੀ। ਹੁਣ ਉਹ ਚੋਣਾਂ 'ਚ ਜਿੱਤ ਗਈ। ਹੁਣ ਸਕਾਟਲੈਂਡ ਦੀ ਜਿਹੜੀ ਪ੍ਰਧਾਨ ਮੰਤਰੀ ਆ
ਉਹ ਲਗਾਤਾਰ ਇਸ ਲਈ ਕੰਪੇਨ ਕਰ ਰਹੀ ਹੈ ਕਿ ਦੂਸਰਾ ਰੈਫਰੈਂਡਮ ਹੋਵੇ। ਹੁਣ ਕਿਉਂਕਿ ਸਕਾਟਲੈਂਡ ਵਿੱਚ ਇਹ ਗੱਲ ਜ਼ੋਰ ਫੜ ਰਹੀ ਆ ਯੂਕੇ ਤੋਂ ਅਲੱਗ ਹੋਣ ਦੀ, ਇਸ ਲਈ ਜਿਹੜਾ ਉੱਤਰੀ ਆਇਰਲੈਂਡ ਆ ਉੱਥੇ ਵੀ ਗੱਲ ਜ਼ੋਰ ਫੜ ਰਹੀ ਆ, ਜਿਹੜਾ ਕਿ ਵੇਲਜ਼ ਨਾਂ ਦਾ ਸਟੇਟ ਆ ਉੱਥੇ ਵੀ ਇਹ ਗੱਲ ਜ਼ੋਰ ਫੜ ਰਹੀ ਆ। ਹੁਣ ਜੇ ਹੁਣ ਰੈਫਰੈਂਡਮ ਹੋਊਗਾ, ਹੋ ਸਕਦਾ ਜਿਹੜੇ ਯੂਕੇ ਤੋਂ ਅਲੱਗ ਹੋਣਾ ਚਾਹੁੰਦੇ ਨੇ ਉਹ ਜਿੱਤ ਜਾਣ। ਜਿੱਤਣ ਤੋਂ ਬਾਅਦ ਪਤਾ ਲੱਗੂਗਾ ਵੀ ਉੱਥੇ ਜਿਹੜੀ ਡੈਮੋਕ੍ਰੇਸੀ ਦਾ ਰੌਲਾ ਪਾਉਂਦੇ ਆ ਉਹ ਕਿੰਨੀ ਕੁ ਡੈਮੋਕ੍ਰੇਸੀ ਆ। ਹੋ ਸਕਦਾ ਜਿਹੜਾ ਇੰਗਲੈਂਡ ਉੱਥੇ ਫੌਜ ਚੜ੍ਹ ਕੇ ਉਹਨੂੰ ਕੁਚਲੇ, ਜਿਵੇਂ ਆਪਾਂ ਪਿਛਲੇ ਸਮੇਂ 'ਚ ਦੇਖਿਆ, ਕੋਈ 5-4 ਸਾਲ ਪਹਿਲਾਂ ਦੀ ਗੱਲ ਆ, ਸਪੇਨ ਦੀ ਇੱਕ ਕੌਮ ਆ, ਸਪੇਨ ਵਿੱਚ ਵਸਦੀ ਕੌਮ ਆ, ਉਹਨੂੰ ਕਹਿੰਦੇ ਕੈਟਾਲਾਨ, ਉਹਨੂੰ ਕਹਿੰਦੇ ਆ, ਕਾਤਾਲਾਨ ਵੀ ਬੋਲ ਦਿੰਦੇ ਇਹਨੂੰ, ਕੈਟਾਲੋਨੀਆ ਇੱਕ ਰੀਜਨ ਆ, ਉਹ ਸਪੇਨ ਦਾ ਸਭ ਤੋਂ ਅਮੀਰ ਰੀਜਨ ਆ। ਬਾਰਸੀਲੋਨਾ ਉਹਦੀ ਰਾਜਧਾਨੀ ਆ, ਕਾਟਾਲਾਨ ਭਾਸ਼ਾ ਬੋਲੀ ਜਾਂਦੀ ਹੈ ਉੱਥੇ। ਉੱਥੇ ਰੈਫਰੈਂਡਮ ਹੋਇਆ ਕੁਝ ਸਮੇਂ ਪਹਿਲਾਂ, ਜਨਮਤ ਸੰਗ੍ਰਹਿ ਹੋਇਆ। ਕਾਟਾਲਾਨ ਲੋਕ ਬਹੁਤ ਲੰਬੇ ਸਮੇਂ ਤੋਂ ਚਾਹੁੰਦੇ ਵੀ ਸਪੇਨ ਦੇ ਨਾਲ ਨਹੀਂ ਰਹਿਣਾ, ਅਤੇ ਕੈਟਾਲੋਨੀਆ ਜਿਹੜਾ ਰੈਫਰੈਂਡਮ ਹੋਇਆ 92% ਵੋਟਾਂ ਨਾਲ ਜਿੱਤ ਗਏ। ਉਹ ਲੋਕ ਜਿੱਤ ਗਏ ਜਿਹੜੇ ਸਪੇਨ ਤੋਂ ਅਲੱਗ ਹੋਣਾ ਚਾਹੁੰਦੇ ਆ। ਫਿਰ ਉਹਨਾਂ ਨੇ ਆਰਮੀ ਲਾ ਕੇ ਉਹਨੂੰ ਕੁਚਲਿਆ, ਉਹਦੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ, ਕੁਝ ਦੇਸ਼ 'ਚੋਂ ਭੱਜ ਗਏ, ਅਤੇ ਉੱਥੇ ਲਗਾਤਾਰ ਇਹ ਜ਼ਬਰ ਚੱਲ ਰਿਹਾ। ਹੋਰ ਵੀ ਕੌਮਾਂ ਨੇ, ਇੱਕ ਬਾਸਕ ਨਾਂ ਦੀ ਕੌਮ ਆ, ਉਹ ਪਹਿਲਾਂ ਕਾਫੀ ਲੜਦੀ ਸੀ, ਅੱਜ ਕੱਲ੍ਹ ਥੋੜ੍ਹੀ ਚੁੱਪ ਆ ਉਹ। ਇਹ ਤੋਂ ਬਿਨਾਂ ਬੈਲਜੀਅਮ ਇੱਕ ਛੋਟਾ ਜਿਹਾ ਦੇਸ਼ ਆ, ਉੱਥੇ ਇੱਕ ਫਲੈਮਿਸ਼ ਨਾਂ ਦੀ ਭਾਸ਼ਾ ਬੋਲਣ ਵਾਲੇ ਲੋਕ ਨੇ, ਉਹ ਬੈਲਜੀਅਮ ਤੋਂ ਅਲੱਗ ਹੋਣਾ ਚਾਹੁੰਦੇ ਨੇ। ਇੱਕ ਇੰਗਲੈਂਡ ਤੋਂ ਛਪਦਾ ਅਖਬਾਰ, ਉਹਦੇ ਮੁਤਾਬਕ ਜਿਹੜੀਆਂ ਜਿੰਨੀਆਂ ਦੇ ਮੈਂ ਨਾਂ ਲਿਆ, ਆਪਾਂ ਕੈਨੇਡਾ ਵਿੱਚ ਦੇਖੀਏ ਕਿਊਬਕ ਦੀ ਪ੍ਰੋਬਲਮ ਆ, ਕਿਊਬਕ ਵਿੱਚ ਵੀ ਰੈਫਰੈਂਡਮ ਹੋਇਆ ਅਤੇ ਉਹ ਅੱਧੇ ਕੁ % ਵੋਟਾਂ ਨਾਲ ਹੀ ਹਾਰਦੇ ਨੇ ਹਮੇਸ਼ਾ ਹੀ। 2 ਵਾਰ ਹੋ ਚੁੱਕਾ ਰੈਫਰੈਂਡਮ ਉੱਥੇ। ਕਿਊਬਕ ਹੋਵੇ, ਕੈਟਾਲੋਨੀਆ ਹੋਵੇ, ਯੂਕੇ ਦੀ ਮੈਂ ਤੁਹਾਨੂੰ ਉਦਾਹਰਨ ਦਿੱਤੀ ਆ। ਇਹ ਜਿਹੜਾ ਆਪਣੇ ਬੈਲਜੀਅਮ 'ਚ ਜਿਹੜਾ ਫਲੈਮਿਸ਼ ਕੌਮ ਆ, ਇਹ ਤੋਂ ਬਿਨਾਂ ਇਹਨਾਂ ਨੂੰ ਛੱਡ ਦਈਏ ਤਾਂ ਯੂਰਪ ਦੇ ਵਿੱਚ 19 ਕੌਮੀ ਲਹਿਰਾਂ ਨੇ ਇਸ ਵੇਲੇ। ਉਹ ਲਹਿਰਾਂ ਕਾਹਦੇ ਲਈ ਨੇ? ਕੁਛ ਹੈਗੀਆਂ ਆਜ਼ਾਦੀ ਲਈ, ਪੂਰਨ ਆਜ਼ਾਦੀ ਲਈ, ਜਿਵੇਂ ਕਸ਼ਮੀਰ ਦੇ ਲੋਕ ਸਾਡੇ ਭਾਰਤ ਦੇ ਵਿੱਚ ਭਾਰਤ ਤੋਂ ਅੱਡ ਹੋਣਾ ਚਾਹੁੰਦੇ ਆ, ਪੂਰਨ ਆਜ਼ਾਦੀ ਚਾਹੁੰਦੇ ਆ। ਕੁਝ ਚਾਹੁੰਦੇ ਆ ਅਟੋਨਮੀ, ਉਹ ਕਹਿੰਦੇ ਰਹੀਏ ਤਾਂ ਇਹਦੇ ਵਿੱਚ ਹੀ, ਪਰ ਸਾਨੂੰ ਕੁਝ ਹੱਕ ਹੋਣ, ਉਹਦੇ ਅੰਦਰ ਕੁਝ ਹੱਕ ਹੋਣ। 19 ਲਹਿਰਾਂ ਜਿਹੜੀਆਂ, ਇਹ 19 ਤੇ ਪਲੱਸ ਇਹ ਜਿਹੜੀਆਂ ਲਹਿਰਾਂ ਜੋੜ ਲਈਏ, ਇਹ ਕੋਈ 23-24 ਲਹਿਰਾਂ ਤਾਂ ਯੂਰਪ ਦੇ ਵਿੱਚ ਨੇ, ਜਿਹੜਾ ਕਿ ਕੌਮਾਂ ਦਾ ਜਾਂ ਕੌਮੀ ਲਹਿਰਾਂ ਦਾ ਪਹਿਲਾ ਘਰ ਸੀਗਾ। ਕਿਹਾ ਜਾਵੇ ਉੱਥੇ ਵੀ ਮਸਲਾ ਹਾਲੇ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ। ਇਹ ਜਿਹੜੇ ਆਪਣੇ ਮੁਲਕ ਨੇ ਏਸ਼ੀਆ, ਅਫਰੀਕਾ ਅਤੇ ਲੈਟਨ ਅਮਰੀਕਾ ਦੇ, ਇਹਨਾਂ ਵਿੱਚ ਏਸ਼ੀਆ ਅਤੇ ਅਫਰੀਕਾ ਵਿੱਚ ਖਾਸ ਤੌਰ 'ਤੇ ਤਾਣੀ, ਅਤੇ ਅਰਬ ਦੇਸ਼ਾਂ ਦੇ ਵਿੱਚ ਇਹ ਤਾਣੀ ਵਿਸ਼ੇਸ਼ ਤੌਰ 'ਤੇ ਉਲਝੀ ਹੋਈ ਹੈ। ਭਾਰਤ, ਆਪਾਂ ਆਪਣੇ ਗੁਆਂਢੀ ਦੇਖੀਏ ਸ਼੍ਰੀਲੰਕਾ ਦੇ ਵਿੱਚ ਇੱਕ ਲਹਿਰ ਉਹਨਾਂ ਦੀ ਉੱਠੀ, ਉਹ LTT ਨਾਂ ਦੀ ਜਥੇਬੰਦੀ ਅਗਵਾਈ ਕਰਦੀ ਸੀ, ਜਿਹੜੀ ਕੁਚਲ ਦਿੱਤੀ ਗਈ ਆ। ਪਰ ਉਹ ਲਹਿਰ ਕੁਚਲਣ ਦੇ ਨਾਲ ਜਿਹੜੇ ਆਪਣੇ ਤਮਿਲ ਲੋਕਾਂ ਦੇ ਜਿਹੜੇ ਸੈਂਟੀਮੈਂਟਸ ਨੇ ਆਜ਼ਾਦੀ ਦੇ, ਉਹ ਨਹੀਂ ਖਤਮ ਹੋਏ। ਉਹ ਕਿਸੇ ਵੇਲੇ ਫਿਰ ਵੀ ਲਹਿਰ ਉੱਠ ਸਕਦੀ ਹੈ। ਆਪਣੇ ਪਾਕਿਸਤਾਨ 'ਚ ਦੇਖ ਲਈਏ, ਪਾਕਿਸਤਾਨ ਕਸ਼ਮੀਰੀ ਨੇ ਇੱਥੇ ਦਬਾਏ ਹੋਏ, ਬਲੋਚ ਦਬਾਏ ਹੋਏ ਨੇ, ਬਲੋਚ ਬਹੁਤ ਲੰਬੇ ਸਮੇਂ ਤੋਂ ਉੱਥੇ ਹਥਿਆਰਬੰਦ ਘੋਲ ਵੀ ਲੜ ਰਹੇ ਨੇ। ਇਹ ਪਖਤੂਨ ਨੇ, ਪਠਾਨ ਜਿਹੜੇ ਨੇ, ਸਿੰਧੀ ਨੇ, ਸਭ ਦੇ ਰੌਲੇ ਚੱਲ ਰਹੇ ਨੇ। ਅਫਗਾਨਿਸਤਾਨ ਆ, ਉੱਥੇ 7-8 ਕੌਮਾਂ ਨੇ। ਏਸ਼ੀਆ ਵਿੱਚ ਕਾਫੀ ਇੱਦਾਂ ਦੇ ਦੇਸ਼ ਨੇ ਜਿਹੜੇ ਬਹੁਕੌਮੀ ਦੇਸ਼ ਨੇ, ਅਤੇ ਇੱਥੇ ਕੋਈ ਸ਼ਾਂਤੀ ਨਹੀਂ ਹੈ ਇਹਨਾਂ ਦੇਸ਼ਾਂ ਦੇ ਵਿੱਚ। ਜਿਹੜਾ ਭਾਰਤ ਹੈ, ਭਾਰਤ ਦੇ ਵਿੱਚ ਵੀ ਮੈਂ ਥੋੜ੍ਹੀ ਜਿਹੀ ਗੱਲ ਕਰੂੰਗਾ ਅੱਗੇ ਚੱਲ ਕੇ। ਇੱਥੇ ਮਸਲਾ ਨਾ ਜ਼ੋਰ ਫੜਦਾ ਜਾ ਰਿਹਾ, ਅਤੇ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਫੜ ਸਕਦਾ ਹੈ ਜ਼ੋਰ, ਕਿਉਂਕਿ ਦੁਨੀਆ ਵਿੱਚ ਜਿਹੜੇ ਦੇਸ਼ ਬਣੇ ਨੇ, ਮਤਲਬ ਆਪਾਂ ਦੇਖੀਏ ਸੈਕੰਡ ਵਰਲਡ ਵਾਰ ਤੋਂ ਬਾਅਦ ਦੁਨੀਆ ਵਿੱਚ ਦੇਸ਼ ਬਣਨ ਦੀ ਗਿਣਤੀ ਵਧੀ ਹੈ। ਉਹ ਪ੍ਰਤੀਬੱਧ ਵਿੱਚ ਤੁਸੀਂ ਅੰਕੜਾ ਦੇਖ ਸਕਦੇ ਹੋ ਵੀ ਕਿੰਨੇ ਦੇਸ਼ ਸੀ, ਕਿੰਨੇ ਨਵੇਂ ਬਣੇ। ਇਹਨਾਂ ਦੇਸ਼ਾਂ 'ਚ ਬਹੁਤ ਸਾਰੇ ਕੀ ਨੇ, ਉਹ ਇੱਕ ਕੌਮੀ ਨੇ, ਉਹਨਾਂ 'ਚ ਇੱਕ ਹੀ ਕੌਮ ਵਸਦੀ ਹੈ, ਜਾਂ ਫਿਰ ਕੌਮੀ ਘੱਟ ਗਿਣਤੀਆਂ ਹੁੰਦੀਆਂ, ਜਿਹੜੀ ਕਿ ਕੌਮ ਨਹੀਂ ਹੁੰਦੀ, ਕੌਮੀ ਘੱਟ ਗਿਣਤੀਆਂ ਹੁੰਦੀਆਂ ਨੇ। ਉਹ ਕੌਮੀ ਘੱਟ ਗਿਣਤੀਆਂ ਬਾਰੇ ਮੈਂ ਥੋੜ੍ਹੀ ਗੱਲ ਕਰੂੰਗਾ। ਜਾਂ ਫਿਰ ਬਹੁਤ ਕੌਮੀ ਦੇਸ਼ ਬਣੇ ਨੇ, ਜਿਹੜੇ ਦੇਸ਼ ਨਵੇਂ ਦੇਸ਼ ਬਣਨ ਦਾ ਜਿਹੜੀ ਉਹ ਰੁਝਾਨ ਆ, ਉਹ ਪ੍ਰਤੱਖ ਦਿਖਾਈ ਦਿੰਦਾ ਦੁਨੀਆ ਵਿੱਚ। ਇਸ ਲਈ ਜਿਹੜੇ ਬਹੁਤ ਕੌਮੀ ਦੇਸ਼ ਹੁੰਦੇ ਨੇ, ਇਹ ਕੋਈ ਪਰਮਾਨੈਂਟ ਚੀਜ਼ ਨਹੀਂ ਹੁੰਦੀ ਕਿ ਇੱਕ ਵਾਰ ਦੇਸ਼ ਬਣ ਗਏ ਅਤੇ ਦੇਸ਼ ਬਣਿਆ ਹੀ ਰਹੂਗਾ, ਇਹ ਕੋਈ ਗਰੰਟੀ ਨਹੀਂ ਹੈਗੀ ਇਸ ਚੀਜ਼ ਦੀ। ਇਸ ਲਈ ਜਿਹੜੀ ਮਜ਼ਦੂਰ ਜਮਾਤ ਦੀ ਪਾਰਟੀ ਹੈ, ਜਿਹਨੇ ਸਮਾਜਵਾਦ ਲੈ ਕੇ ਆਉਣਾ, ਇਨਕਲਾਬ ਕਰਨਾ ਹੈ, ਮਤਲਬ ਕਈ ਤਰ੍ਹਾਂ ਦੇ ਲੋਕ ਹੋ ਸਕਦੇ ਆ ਇਸ ਮਸਲੇ ਨੂੰ ਗੱਲ ਕਰਨ ਵਾਲੇ। ਕੁਝ ਲੋਕਾਂ ਨੂੰ ਤਾਂ ਬਸ ਪੰਜਾਬ ਨਾਲ ਹੀ ਫਿਕਰ ਹੋ ਸਕਦੀ ਹੈ, ਕਿਸੇ ਨੂੰ ਬੰਗਾਲ ਦੀ ਹੀ ਫਿਕਰ ਹੋ ਸਕਦੀ ਹੈ। ਮਜ਼ਦੂਰ ਜਮਾਤ ਦੀ ਪਾਰਟੀ ਨੂੰ ਸਭ ਦੀ ਫਿਕਰ ਹੈ ਕਿ ਵਰਕਿੰਗ ਕਲਾਸ ਦੀ ਜਿਹੜੀ ਪਾਰਟੀ ਆ, ਮਜ਼ਦੂਰ ਜਮਾਤ ਦੀ ਪਾਰਟੀ ਹੈ, ਮਾਰਕਸਵਾਦੀ ਲੈਨਿਨਵਾਦੀ ਪਾਰਟੀ ਹੈ, ਉਹ ਇਸ ਮਸਲੇ ਨੂੰ ਕਿਵੇਂ ਦੇਖਦੀ ਹੈ ਅਤੇ ਕਿਵੇਂ ਇਹਨੂੰ ਹੱਲ ਕਰਦੀ ਹੈ। ਥੋੜ੍ਹੀਆਂ ਜਿਹੀਆਂ ਮਤਲਬ ਮੁੱਢਲੀਆਂ ਜਿਹੀਆਂ ਗੱਲਾਂ ਆਪਾਂ ਨੂੰ ਕਰਨੀਆਂ ਪੈਣੀਆਂ ਤਾਂ ਕਿ ਮੂਲ ਗੱਲ 'ਤੇ ਆ ਸਕੀਏ, ਹੈ ਨਾ। ਪਹਿਲੀ ਗੱਲ ਤਾਂ ਕੌਮ ਕੀ ਹੁੰਦੀ ਹੈ, ਇਹਦੇ 'ਤੇ ਬਹੁਤ ਮਤਲਬ ਰੌਲਾ ਬਹੁਤ ਹੈ ਨਾ। ਇਹ ਕੌਮ ਦੀ ਜਿਹੜੀ ਪਰਿਭਾਸ਼ਾ ਸਟਾਲਿਨ ਨੇ ਦਿੱਤੀ, ਆਪਾਂ ਉਸ ਨੂੰ ਸਭ ਤੋਂ ਸਾਇੰਟੀਫਿਕ ਮੰਨਦੇ ਹਾਂ। ਉਹ ਕੀ ਹੈ? ਸਟਾਲਿਨ ਨੇ ਕਿਹਾ ਇੱਕ ਭਾਸ਼ਾ ਬੋਲਣ ਵਾਲੇ ਲੋਕ, ਇੱਕ ਖਿੱਤੇ ਵਿੱਚ ਰਹਿਣ ਵਾਲੇ ਲੋਕ, ਜਿਨ੍ਹਾਂ ਦਾ ਅਰਥਚਾਰਾ ਸਾਂਝਾ ਹੋਵੇ, ਜਿਨ੍ਹਾਂ ਦਾ ਸੱਭਿਆਚਾਰ ਸਾਂਝਾ ਹੋਵੇ, ਉਹ ਇੱਕ ਕੌਮ ਬਣਦੇ ਆ।
ਹੁਣ ਇਸ ਨੂੰ ਝੁਠਲਾਉਣ ਲਈ ਵੀ ਤਰ੍ਹਾਂ ਤਰ੍ਹਾਂ ਦੇ ਨਾ ਪਾਪੜ ਵੇਲੇ ਜਾਂਦੇ, ਖਾਸ ਤੌਰ ਤੇ ਜਿਹੜੇ ਸੋਧਵਾਦੀ ਪਾਰਟੀਆਂ ਨੇ ਆਪਣੇ, ਜਿਵੇਂ CPI ਆ, CPM ਆ, ਉਹਨਾਂ ਵੱਲੋਂ ਇਹ ਪਰਿਭਾਸ਼ਾ ਤੇ ਵੀ ਲਗਾਤਾਰ ਹਮਲੇ ਕੀਤੇ ਜਾਂਦੇ ਵੀ ਇਹ ਕੋਈ ਕੌਮ ਦੀ ਪਰਿਭਾਸ਼ਾ ਨਹੀਂ ਗੀ। ਹੁਣ ਜਿਹੜੀ ਇਹ ਪਰਿਭਾਸ਼ਾ ਹੈ, ਪਰ ਇਸ 'ਚ ਜਿਹੜੇ 4 ਸਟਾਲਿਨ ਦੇ ਲੱਛਣ ਦੱਸੇ ਆ, ਉਹਦੇ ਵਿੱਚੋਂ ਜਿਹੜੀ ਭਾਸ਼ਾ ਆ ਉਹ ਸਭ ਤੋਂ ਅਹਿਮ, ਕੌਮ ਦੇ ਬਣਤਰ ਦੇ ਵਿੱਚ ਭਾਸ਼ਾ ਜਿਹੜੀ ਆ ਉਹ ਸਭ ਤੋਂ ਅਹਿਮ ਰੋਲ ਹੁੰਦਾ। ਹੁਣ ਜੇ ਖਿੱਤਾ ਦੇਖਿਆ ਜਾਵੇ ਤਾਂ ਸਾਰੇ ਹਿੰਦੁਸਤਾਨ ਦਾ ਖਿੱਤਾ ਇੱਕ ਹੀ ਹੈ, ਪਰ ਜਿਹੜੇ ਨਿਖੇੜਦੀ ਹੈ ਲੋਕ, ਜਿਵੇਂ ਕਸ਼ਮੀਰੀਆਂ ਨੂੰ ਪੰਜਾਬੀਆਂ ਨਾਲ ਕਿਹੜੀ ਚੀਜ਼ ਨਿਖੇੜਦੀ ਆ, ਪੰਜਾਬੀਆਂ ਨੂੰ ਦਿੱਲੀ ਵਾਲੇ ਲੋਕ ਜਿਹੜੇ ਦਿੱਲੀ ਦੇ ਆਸੇ-ਪਾਸੇ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਇਹਨਾਂ ਨਾਲ ਕਿਹੜੀ ਚੀਜ਼ ਨਿਖੇੜਦੀ ਆ, ਪੰਜਾਬੀਆਂ ਨੂੰ ਬੰਗਾਲੀਆਂ ਨਾਲੋਂ ਕਿਹੜੀ ਚੀਜ਼ ਨਿਖੇੜਦੀ ਆ, ਉਹ ਹੈਗੀ ਭਾਸ਼ਾ। ਭਾਸ਼ਾ ਜਾਣੀ ਕੌਮ ਦੇ ਸਭ ਤੋਂ ਮਹੱਤਵਪੂਰਨ ਅੰਗ ਆ, ਸਭ ਤੋਂ ਮਹੱਤਵਪੂਰਨ ਅੰਗਾਂ ਚੋਂ ਭਾਸ਼ਾ ਹੈ। ਫਿਰ ਇਹ ਤਾਂ ਕੌਮ ਦੀ ਪਰਿਭਾਸ਼ਾ ਹੋ ਗਈ। ਹੁਣ ਕੌਮ ਜਿਹੜੀ ਆ ਹਮੇਸ਼ਾ ਨਹੀਂ ਸੀ ਕੌਮਾਂ, ਜਿਵੇਂ ਹਮੇਸ਼ਾ ਤਾਂ ਕੁਝ ਵੀ ਨਹੀਂ ਸੀਗਾ, ਪਦਾਰਥ ਸੀਗਾ। ਮਤਲਬ ਕੌਮਾਂ ਜਿਹੜਾ ਮਾਨਵ ਇਤਿਹਾਸ, ਮਨੁੱਖੀ ਇਤਿਹਾਸ ਦੇ ਇੱਕ ਖਾਸ ਦੌਰ ਵਿੱਚ ਹੋਂਦ ਵਿੱਚ ਆਉਂਦੀਆਂ ਨੇ। ਉਹ ਦੌਰ ਹੈਗਾ ਸਰਮਾਏਦਾਰੀ ਦਾ ਦੌਰ। ਜਦੋਂ ਸਰਮਾਏਦਾਰੀ ਉੱਭਰਦੀ ਆ, ਸਰਮਾਏਦਾਰੀ ਦੇ ਉਭਾਰ ਦੇ ਨਾਲ ਹੀ ਕੌਮਾਂ ਦਾ ਉਭਾਰ ਹੁੰਦਾ। ਜਦੋਂ ਜਿਹੜੀ ਸਰਮਾਏਦਾਰੀ ਇੱਕ ਭਾਸ਼ਾ ਦੇ ਲੋਕਾਂ ਨੂੰ ਇੱਕ ਰਾਜ ਵਿੱਚ ਇਕੱਠੇ ਕਰਦੀ ਹੈ, ਉਹਦੇ ਬਾਰੇ ਬਹੁਤ ਕੁਝ ਲਿਖਿਆ। ਖਾਸ ਤੌਰ 'ਤੇ ਜਿਹੜਾ ਕਾਰਲ ਕੌਰਸਕੀ ਸੀਗਾ, ਜਰਮਨ ਮਾਰਕਸਵਾਦੀ ਕੌਰਸਕੀ, ਉਹਦਾ ਇੱਕ ਲੇਖ ਹੈ ਨੈਸ਼ਨੈਲਿਟੀ ਐਂਡ ਇੰਟਰਨੈਸ਼ਨੈਲਿਟੀ। ਉਹਨੇ ਇਹਨੂੰ ਸਭ ਤੋਂ ਵਧੀਆ ਤਰੀਕੇ ਨਾਲ ਸਮਝਾਇਆ ਇਸ ਚੀਜ਼ ਨੂੰ ਕਿ ਭਾਸ਼ਾ ਦਾ ਕੀ ਮਹੱਤਵ ਹੁੰਦਾ, ਕੌਮੀ ਰਾਜ ਬਣ 'ਚ ਕੌਮ ਦੇ ਇਕੱਠੇ ਹੋਣ ਵਿੱਚ ਭਾਸ਼ਾ ਦਾ ਕੀ ਮਹੱਤਵ ਆ। ਜੇ ਇੱਕ ਭਾਸ਼ਾ ਨਹੀਂ ਹੈਗੀ ਤਾਂ ਉਹ ਰਾਜ ਪ੍ਰਬੰਧ ਸਹੀ ਢੰਗ ਨਾਲ ਨਹੀਂ ਚੱਲ ਸਕਦਾ। ਜੇ ਫੌਜ ਦੇ ਅਫਸਰਾਂ ਤੇ ਸੈਨਿਕਾਂ ਦੀ ਭਾਸ਼ਾ ਅਲੱਗ-ਅਲੱਗ ਹੋਵੇ, ਫੌਜ ਲੜ ਨਹੀਂ ਸਕਦੀ। ਫੌਜ ਦੇ ਅਫਸਰ ਦੀ ਭਾਸ਼ਾ ਤੇ ਸੈਨਿਕ ਦੀ ਭਾਸ਼ਾ ਇੱਕ ਹੋਣੀ ਚਾਹੀਦੀ, ਤਾਂ ਉਹਨੂੰ ਹੁਕਮ ਸਮਝ ਆਊਗਾ ਉਹ ਕੀ ਹੁਕਮ ਦੇ ਰਿਹਾ। ਨੌਕਰਸ਼ਾਹੀ ਤੇ ਲੋਕਾਂ ਦੀ ਭਾਸ਼ਾ ਇੱਕ ਹੋਣੀ ਚਾਹੀਦੀ ਹੈ, ਜੁਡੀਸ਼ਰੀ ਤੇ ਲੋਕਾਂ ਦੀ ਭਾਸ਼ਾ ਇੱਕ ਹੋਣੀ ਚਾਹੀਦੀ ਆ। ਜਿੱਥੇ ਹੋਣਗੇ ਉਹ ਸਟੇਬਲ ਰਾਜ ਹੋਣਗੇ, ਉੱਥੇ ਸਰਮਾਏਦਾਰੀ ਵਿਕਾਸ ਵੀ ਤੇਜ਼ੀ ਨਾਲ ਹੋਊਗਾ। ਇਸ ਲਈ ਸਰਮਾਏਦਾਰੀ ਇੱਕ ਭਾਸ਼ਾ ਦੇ ਲੋਕਾਂ ਨੂੰ ਇੱਕ ਥਾਂ ਇਕੱਠਾ ਕਰਦੀ ਹੈ, ਕੌਮੀ ਰਾਜਾਂ ਵਿੱਚ ਇਕੱਠਾ ਕਰਦੀ ਆ। ਸਰਮਾਏਦਾਰੀ ਦੇ ਵਿਕਾਸ ਨਾਲ ਕੌਮਾਂ ਦੀ ਆਮਦ ਜੁੜੀ ਹੋਈ ਆ। ਸਰਮਾਏਦਾਰੀ ਦੇ ਵਿਕਾਸ ਨਾਲ ਕੌਮਾਂ ਦਾ ਵਿਕਾਸ ਜੁੜਿਆ ਹੋਇਆ। ਹੁਣ ਜਦੋਂ ਸਰਮਾਏਦਾਰੀ ਹੋਂਦ ਵਿੱਚ ਆਉਂਦੀ ਹੈ ਤਾਂ ਕੌਮੀ ਰਾਜ ਹੋਂਦ ਵਿੱਚ ਆਉਂਦੇ ਆ। ਠੀਕ, ਲੈਨਿਨ ਨੇ ਕਿਹਾ ਇਹ ਸਰਮਾਏਦਾਰੀ ਦਾ ਨਿਯਮ ਹੈ। ਇਹ ਬਹੁਤ ਵੱਡੀ ਗੱਲ ਆ। ਕਈ ਵਾਰ ਪੜ੍ਹਦੇ ਕਈ ਚੀਜ਼ਾਂ ਵੱਲ ਧਿਆਨ ਨਹੀਂ ਜਾਂਦਾ ਵੀ ਸਰਮਾਏਦਾਰੀ ਦਾ ਨਿਯਮ ਹੈ। ਹੁਣ ਜਦੋਂ ਸਰਮਾਏਦਾਰੀ ਹੋਂਦ ਵਿੱਚ ਆਊਗੀ ਤਾਂ ਕੌਮੀ ਲਹਿਰਾਂ ਜਿਹੜੀ ਜਗੀਰਦਾਰੀ ਦੇ ਗਰਭ ਵਿੱਚ ਹੀ ਕੌਮੀ ਲਹਿਰਾਂ ਹੋਂਦ ਵਿੱਚ ਆਉਣ ਲੱਗ ਪੈਂਦੀਆਂ। ਉਹਨਾਂ ਕੌਮਾਂ ਦਾ ਸਾਹਿਤ ਜਿਹੜਾ ਉਹ ਹੋਂਦ ਵਿੱਚ ਆਉਣ ਲੱਗ ਪੈਂਦਾ। ਬੁੱਧੀਜੀਵੀ ਜਿਹੜੇ ਹੁੰਦੇ ਆ, ਸਾਹਿਤਕਾਰ ਹੁੰਦੇ ਆ, ਉਸ ਜਾਣੀ ਕੌਮੀ ਨਿਰਮਾਣ ਦੇ ਮੋਢੀ ਬਣਦੇ ਨੇ ਉਹ, ਜਿਹਨੂੰ ਆਪਾਂ ਕੌਮੀ ਲਹਿਰ ਕਹਿੰਦੇ ਆ। ਕੌਮ ਦਾ ਹੋਂਦ ਵਿੱਚ ਆਉਣਾ ਭਰੂਣ ਰੂਪ ਵਿੱਚ ਕੌਮੀ ਲਹਿਰਾਂ ਦਾ ਮਤਲਬ ਕਿੱਧਰ ਨੂੰ ਦਿਸ਼ਾ ਉਹਨਾਂ ਦੀ? ਕੌਮੀ ਲਹਿਰਾਂ ਦਾ ਦਿਸ਼ਾ ਹੈਗੀ ਕੌਮੀ ਰਾਜ ਦੀ ਉਸਾਰੀ ਵੱਲ, ਵੀ ਕੌਮੀ ਰਾਜ ਬਣਾਉਣਾ। ਇਹ ਉਹਨਾਂ ਦਾ ਉਦੇਸ਼ ਹੈ ਕੌਮੀ ਲਹਿਰਾਂ ਦਾ। ਇਹ ਸਰਮਾਏਦਾਰੀ ਦੇ ਹੋਂਦ ਵਿੱਚ ਆਉਣ ਨਾਲ ਹੋਂਦ ਵਿੱਚ ਆਉਂਦੀਆਂ ਨੇ। ਫਿਰ ਹੋਇਆ ਕੀ, ਕਈ ਦੇਸ਼ਾਂ ਵਿੱਚ ਕੀ ਹੋਇਆ, ਜਿਵੇਂ ਜਗੀਰਦਾਰੀ ਤਾਂ ਖਤਮ ਨਹੀਂ ਹੋਈ, ਦੇਸ਼ ਪਹਿਲਾਂ ਬਣ ਗਏ। ਕਈ ਦੇਸ਼ ਅਜਿਹੇ, ਕਈ ਤਾਂ ਜਿਵੇਂ ਯੂਰਪ ਦੇ ਵਿੱਚ ਆਈਆਂ ਕੌਮੀ ਲਹਿਰਾਂ ਹੋਂਦ ਵਿੱਚ ਆਈਆਂ। ਫਰਾਂਸ ਦੀ ਆਪਾਂ ਗੱਲ ਕਰੀਏ, ਜਰਮਨੀ ਦੀ ਗੱਲ ਕਰ ਲਈਏ, ਜਾਂ ਬਾਅਦ ਦੇ ਵਿੱਚ ਨਾਰਵੇ ਤੇ ਸਵੀਡਨ ਦੀ ਗੱਲ ਕਰ ਲਈਏ, ਉੱਥੇ ਕੌਮਾਂ ਹੋਂਦ ਵਿੱਚ ਆਈਆਂ, ਕੌਮੀ ਲਹਿਰਾਂ ਹੋਂਦ ਵਿੱਚ ਆਈਆਂ ਤੇ ਕੌਮੀ ਰਾਜ ਬਣ ਗਏ ਉਹਨਾਂ ਦੇ। ਫਰਾਂਸੀਸੀਆਂ ਦਾ ਰਾਜ ਬਣ ਗਿਆ, ਅੰਗਰੇਜ਼ਾਂ ਦਾ ਰਾਜ ਬਣ ਗਿਆ। ਅੰਗਰੇਜ਼ਾਂ ਨੇ ਚਲੋ ਹੋਰਾਂ 'ਤੇ ਵੀ ਕਬਜ਼ਾ ਕੀਤਾ, ਜਿਵੇਂ UK ਇੱਕ ਬਹੁਤ ਕੌਮੀ ਰਾਜ ਹੈ, ਇੰਗਲੈਂਡ ਤਾਂ ਅੰਗਰੇਜ਼ਾਂ ਦਾ ਹੀ ਹੈ। ਪਰ ਕਈ ਦੇਸ਼ਾਂ ਵਿੱਚ ਇਹ ਨਹੀਂ ਹੋ ਸਕਿਆ, ਜਿਵੇਂ ਮੰਨ ਲਓ ਰੂਸ ਵਿੱਚ ਇਹ ਨਹੀਂ ਹੋ ਸਕਿਆ। ਜਿਹੜਾ ਸੀਗਾ ਇਹ ਆਟੋਮਨ ਅੰਪਾਇਰ ਸੀਗਾ, ਹੰਗਰੀ ਤੋਂ ਆਸਟਰੀਆ ਹੰਗਰੀ ਅੰਪਾਇਰ ਸੀਗਾ, ਹੰਗੇਰੀਅਨ, ਉੱਥੇ ਇਹ ਚੀਜ਼ ਨਹੀਂ ਹੋ ਸਕੀ। ਉੱਥੇ ਜਿਵੇਂ ਸਟਾਲਿਨ ਨੇ ਲਿਖਿਆ ਕਿ ਵਿਦੇਸ਼ੀ ਹਮਲਿਆਂ ਦੇ ਡਰ ਤੋਂ ਲੋਕ ਇਕੱਠੇ ਹੋ ਗਏ, ਵੀ ਉਹ ਸਾਨੂੰ ਜਿਹੜੇ ਵੱਡੇ ਤਾਕਤਵਰ ਲੋਕ ਨਹੀਂ ਤਾਂ ਦਬਾ ਦੇਣੇ, ਇਕੱਠੇ ਰਹੋ। ਜਾਣੀ ਦੇਸ਼ ਪਹਿਲਾਂ ਹੋਂਦ ਵਿੱਚ ਆ ਗਏ, ਕੌਮਾਂ ਬਾਅਦ ਵਿੱਚ ਬਣੀਆਂ। ਬਾਅਦ ਵਿੱਚ ਬਣਨਾ ਕੀ ਹੋਗਾ, ਇੱਥੇ ਫਿਰ ਕੌਮੀ ਜ਼ਬਰ ਦੇ ਘਰ ਇਹ ਬਣੇ। ਇਹ ਮੁਲਕ ਜਿਹੜੇ ਆ, ਜਿਵੇਂ ਕੌਮੀ ਜ਼ਬਰ ਕਿੱਥੇ ਪੈਦਾ ਹੋਇਆ, ਬਹੁ ਕੌਮੀ ਦੇਸ਼ ਜਿਹੜੇ ਨੇ ਉਹ ਕੌਮੀ ਜ਼ਬਰ ਦੀ ਜਨਮ ਭੂਮੀ ਨੇ। ਸਭ ਤੋਂ ਪਹਿਲਾਂ ਬਹੁ ਕੌਮੀ ਦੇਸ਼ਾਂ 'ਚ ਜਾਣੀ ਕੌਮੀ ਜ਼ਬਰ ਦਾ ਜਨਮ ਉਹ ਕਿਵੇਂ ਹੁੰਦਾ, ਜਿਵੇਂ ਇੱਕ ਦੇਸ਼ ਵਿੱਚ ਬਹੁਤ ਸਾਰੀਆਂ ਕੌਮਾਂ ਇਕੱਠੀਆਂ ਹੋ ਗਈਆਂ, ਉਹ 'ਚ ਜਿਹੜੀ ਭਾਰੂ ਕੌਮ ਆ, ਜਿਵੇਂ ਹਰ ਕੌਮ ਆਪਣਾ ਦੇਸ਼ ਬਣਾਉਣਾ ਚਾਹੁੰਦੀ ਆ। ਹਰ ਕੌਮ ਦਾ ਕੀ ਹੈ, ਸਾਡਾ ਆਪਣਾ ਦੇਸ਼ ਹੋਵੇ। ਜਿਵੇਂ ਮਤਲਬ ਆਪਾਂ ਕਹੀਏ ਆਸਟਰੀਆ ਹੰਗਰੀ 7 ਕੌਮਾਂ ਸੀ ਉੱਥੇ, ਹੁਣ 7 ਕੌਮਾਂ ਚਾਹੁੰਗੇ ਸਾਡਾ ਆਪਣਾ ਦੇਸ਼ ਹੋਵੇ। ਪਰ ਜਿਹੜੇ ਭਾਰੂ ਕੌਮਾਂ ਨੇ ਹੋਰਾਂ ਨੂੰ ਆਪਣਾ ਦੇਸ਼ ਨਹੀਂ ਬਣਾ ਦਿੰਦੀਆਂ, ਜਿਹਨੂੰ ਆਪਾਂ ਕਹਿੰਦੇ ਆਪਾਂ ਨਿਰਣਾ ਵੀ ਆਪਣਾ ਦੇਸ਼ ਆਜ਼ਾਦ ਦੇਸ਼ ਬਣਾਉਣਾ। ਜਿਹੜੀ ਭਾਰੂ ਕੌਮ ਆ, ਉਹਦੀ ਭਾਰੂ ਕੌਮ ਜਿਹੜੀ ਹਾਕਮ ਜਮਾਤ ਆ, ਕਿਉਂਕਿ ਸਾਰੇ ਦੇਸ਼ ਦੇ ਆਰਥਿਕ ਸਾਧਨਾਂ 'ਤੇ ਕੰਟਰੋਲ ਕਰਨਾ ਚਾਹੁੰਦੀ ਆ ਉਹ, ਇਸ ਲਈ ਦੂਜੇ ਨੂੰ ਹੱਕ ਨਹੀਂ ਦਿੰਦੀ ਕਿ ਉਹ ਵੀ ਆਪਣਾ ਦੇਸ਼ ਬਣਾ ਸਕਣ। ਅਤੇ ਫਿਰ ਉਹ ਹੁੰਦਾ ਕੀ ਆ, ਇਹਨਾਂ ਦੀ ਭਾਸ਼ਾ ਨੂੰ ਖਤਮ ਕਰ ਦਿਓ, ਇੱਕ ਹੀ ਭਾਸ਼ਾ ਬਣਾ ਦਿਓ। ਜੇ ਸਭ ਦੀ ਭਾਸ਼ਾ ਇੱਕ ਬਣ ਜਾਊਗੀ ਫਿਰ ਵੱਖਰੇ ਹੋਣ ਦੀ ਇੱਛਾ ਨਹੀਂ ਪੈਦਾ ਹੋਊਗੀ, ਪਰ ਭਾਸ਼ਾ ਇੱਕ ਬਣਾਈ ਨਹੀਂ ਜਾ ਸਕਦੀ। ਇਹ ਅਸੰਭਵ ਕੰਮ ਹੈ, ਕਦੇ ਵੀ
ਕਿਸੇ ਭਾਸ਼ਾ ਤੁਸੀਂ ਸੈਂਕੜੇ ਸਾਲ ਵੀ ਕੋਈ ਭਾਸ਼ਾ ਥੋਪ ਰੱਖੋ, ਉਹ ਭਾਸ਼ਾ ਖਤਮ ਨਹੀਂ ਹੁੰਦੀ। ਇੱਦਾਂ ਦੀਆਂ ਉਦਾਹਰਨਾਂ ਸੰਸਾਰ ਵਿੱਚ ਹੈਗੀਆਂ ਨੇ। ਇਹਨਾਂ ਫਿਰ ਕੌਮੀ ਲਹਿਰਾਂ, ਕੌਮੀ ਝਗੜੇ, ਹਥਿਆਰਬੰਦ ਲਹਿਰਾਂ, ਆਜ਼ਾਦੀ ਦੀ ਲਹਿਰਾਂ ਇੱਥੋਂ ਉੱਠਦੀਆਂ ਨੇ ਇਹਨਾਂ ਦੇਸ਼ਾਂ 'ਚੋਂ। ਹੁਣ ਇਹ ਚੀਜ਼ ਦੋ ਤਰ੍ਹਾਂ ਦੀ ਹੈ। ਅੱਗੇ ਇਹਨੂੰ ਆਪਾਂ ਦੋ ਤਰ੍ਹਾਂ ਦੀ ਆਪਾਂ ਹੈ ਨਾ ਇਹ ਚੀਜ਼ ਨੂੰ ਸਮਝਣ ਲਈ ਜਿਹੜਾ ਕੌਮੀ ਜ਼ਬਰ ਆ, ਜਿਵੇਂ ਆਪਾਂ ਕਹੀਏ ਰੂਸ ਵਿੱਚ ਜਿਹੜੀਆਂ ਲਤਾੜੀਆਂ ਕੌਮਾਂ ਸੀਗੀਆਂ ਉਹ ਕਿੰਨੀਆਂ ਸੀਗੀਆਂ? 140 ਜਾਂ 42 ਸੀਗੀਆਂ ਜਾਣੀ ਇਨਕਲਾਬ ਤੋਂ ਪਹਿਲਾਂ। ਪਰ ਜ਼ਾਰਸ਼ਾਹੀ 140-42 ਨਹੀਂ ਸੀ ਗਿਣਦੀ। ਜੇ ਸਾਡੀ ਭਾਰਤ ਸਰਕਾਰ ਹੈ, ਸਾਡੀ ਭਾਰਤ ਸਰਕਾਰ ਸਾਰੇ ਲੋਕਾਂ ਦੀ ਭਾਸ਼ਾਵਾਂ ਨੂੰ ਭਾਸ਼ਾ ਹੀ ਨਹੀਂ ਮੰਨਦੀ। ਸਿਰਫ ਸੰਵਿਧਾਨ ਵਿੱਚ 22 ਭਾਸ਼ਾਵਾਂ ਨੇ, 22 ਭਾਸ਼ਾਵਾਂ 'ਚੋਂ ਵੀ 21 ਭਾਸ਼ਾਵਾਂ ਨੇ ਇੱਕ ਡੋਗਰੀ ਹੈ। ਡੋਗਰੀ ਪੰਜਾਬੀ ਦੀ ਉਪਭਾਸ਼ਾ ਨੂੰ ਧੱਕੇ ਨਾਲ ਹੀ ਉਹਨੇ ਡੋਗਰੀ ਇੱਕ ਅਲੱਗ ਭਾਸ਼ਾ ਬਣਾ ਰੱਖਿਆ। ਬਾਕੀ ਜਿਹੜੀਆਂ ਸੈਂਕੜੇ ਹੀ ਭਾਸ਼ਾਵਾਂ ਨੇ ਉਹਨਾਂ ਨੂੰ ਭਾਸ਼ਾ ਵਜੋਂ ਵੀ ਮਾਨਤਾ ਨਹੀਂ ਗਈ। ਇਵੇਂ ਜ਼ਾਰਸ਼ਾਹੀ ਰੂਸ ਵਿੱਚ ਵੀ ਭਾਸ਼ਾ ਨੂੰ ਮਾਨਤਾ ਨਹੀਂ ਸੀਗੀ, ਹੋਰਾਂ ਲੋਕਾਂ ਦੀ ਭਾਸ਼ਾਵਾਂ ਨੂੰ ਮਾਨਤਾ ਨਹੀਂ। ਜਿਹੜੀ ਜ਼ਬਰ ਦੇ ਰੂਪ ਕੀ ਆ? ਇਹਨਾਂ ਦੇ ਸਕੂਲ ਬੰਦ ਕਰ ਦਿਓ, ਇਹਨਾਂ ਦੀ ਭਾਸ਼ਾ ਨੂੰ ਕੁਚਲ ਦਿਓ। ਜੇ ਫਿਰ ਉਹਨਾਂ 'ਤੇ ਹੋਰ ਤਰ੍ਹਾਂ ਦੇ ਅਤਿਆਚਾਰ, ਜਿਵੇਂ ਉਹਨਾਂ ਦੇ ਸੱਭਿਆਚਾਰ ਨੂੰ ਕੁਚਲ ਦਿਓ, ਉਹਨਾਂ ਨੂੰ ਉਜਾੜ ਦਿਓ ਉਹਨਾਂ ਇਲਾਕਿਆਂ ਤੋਂ, ਇਹ ਸਾਰਾ ਕੁਝ ਸ਼ੁਰੂ ਹੁੰਦਾ ਜਿਹਨੂੰ ਆਪਾਂ ਮਤਲਬ ਕੌਮੀ ਜ਼ਬਰ ਕਹਿੰਦੇ ਹਾਂ। ਦੂਜੇ ਰੂਸ ਵਿੱਚ ਇਸ ਤਰ੍ਹਾਂ ਸੀਗਾ, ਜਿਵੇਂ ਹੁਣ ਯੂਕਰੇਨੀ, ਬਾਇਲੋਰਸ਼ੀਅਨਸ, ਜਾਰਜੀਅਨ, ਅਰਮੀਨੀਅਨ, ਇਹ ਸਾਰੇ ਜਿਹੜੇ ਸੀਗੇ ਇਹ ਦਬਾਉਂਦੇ ਸੀ। ਇਹਨੂੰ ਨੇ ਕੋਈ ਕੌਮ ਦਬਾਉਂਦੀ ਸੀ। ਕਿਹੜੀ ਕੌਮ ਦਬਾਉਂਦੀ ਸੀ? ਰੂਸੀ ਕੌਮ ਦਬਾਉਂਦੀ ਸੀ। ਜਾਂ ਰੂਸੀ ਕੌਮ ਦੀ ਜਿਹੜੀ ਬੁਰਜਵਾਜੀ ਸੀ ਉਹ ਇਹਨਾਂ ਕੌਮਾਂ ਨੂੰ ਦਬਾਉਂਦੀ ਸੀਗੀ। ਠੀਕ। ਜਿਹੜਾ ਆਸਟਰੀਆ ਹੰਗਰੀ ਸੀਗਾ ਉੱਥੇ ਅਜਿਹਾ ਮਾਮਲਾ ਨਹੀਂ ਸੀਗਾ। ਜੇ ਆਪਾਂ ਕਹੀਏ ਹੁਣ ਜਿਹੜੇ ਚੈੱਕ ਸੀਗੇ, ਚੈੱਕ ਤਾਂ ਚਲੋ ਦੂਜੇ 'ਚ ਮਤਲਬ ਹੋਰ ਜਿਹੜੀਆਂ ਕੌਮਾਂ ਸੀ, ਪੋਲੈਂਡ ਵੀ ਉਹਦਾ ਹਿੱਸਾ ਸੀਗਾ, ਸਲੋਵਾਕ ਸੀਗੇ, ਇਹਨਾਂ ਨੂੰ ਕਿਹੜੀ ਕੌਮ ਦਬਾਉਂਦੀ ਹੈ ਇਹ ਉੱਥੇ ਸਾਫ਼ ਨਹੀਂ ਸੀਗਾ। ਕਈ ਲੋਕ ਕਹਿੰਦੇ ਜੇ ਇੱਕ ਕੌਮ ਨੂੰ ਦਬਾਉਂਦੀ ਹੈ ਤਾਂ ਦਬਾਉਣ ਵਾਲੀ ਹੀ ਕੌਮ ਹੋਣੀ ਚਾਹੀਦੀ ਹੈ। ਇਹ ਕਹਿ ਜਿਵੇਂ ਕਹਿੰਦੇ ਭਾਰਤ ਵਿੱਚ ਕੋਈ ਕੌਮੀ ਜ਼ਬਰ ਨਹੀਂ ਗਾ, ਕਿਉਂਕਿ ਭਾਰਤ ਵਿੱਚ ਕੋਈ ਕੌਮ ਅਜਿਹੀ ਨਹੀਂ ਹੈਗੀ ਜਿਹੜੀ ਦੂਜੀਆਂ ਕੌਮਾਂ ਨੂੰ ਦਬਾਵੇ। ਜੇ ਆਪਾਂ ਕਹੀਏ ਕਸ਼ਮੀਰੀਆਂ ਨੂੰ ਕਿਹੜੀ ਕੌਮ ਦਬਾਉਂਦੀ ਹੈ ਨਾ, ਕੋਈ ਕੌਮ ਤਾਂ ਹੈ ਨਹੀਂ ਇੱਦਾਂ ਦੀ। ਜੇ ਆਪਾਂ ਪੰਜਾਬੀ ਦਬਾਉਂਦੇ ਨੇ ਜਾਂ ਗੁਜਰਾਤੀ ਦਬਾਉਂਦੇ ਨੇ ਜਾਂ ਬੰਗਾਲੀ ਦਬਾਉਂਦੇ ਨੇ, ਇਹ ਤਾਂ ਦੱਸਣਾ ਮੁਸ਼ਕਿਲ ਹੈ ਨਾ। ਇਵੇਂ ਆਸਟਰੀਆ ਤੇ ਹੰਗਰੀ ਵਿੱਚ ਵੀ ਇਹ ਸਥਿਤੀ ਸੀਗੀ ਕਿ ਇਹ ਦੱਸਿਆ ਨਹੀਂ ਸੀ ਜਾ ਸਕਦਾ ਕਿ ਕਿਹੜੀ ਕੌਮ ਦਬਾਉਂਦੀ ਹੈ। ਮਤਲਬ ਜਾਬਰ ਕੌਮ ਕੋਈ ਨਹੀਂ ਸੀਗੀ। ਇੱਕ ਸਟੇਟ ਸੀਗੀ ਜਿਹੜੀ ਕਿ ਸਾਰੀਆਂ ਕੌਮਾਂ ਨੂੰ ਇਕੱਠਾ ਰੱਖਣਾ ਚਾਹੁੰਦੀ ਆ। ਉਹ ਸਟੇਟ ਵੱਡੀ ਬੁਰਜਵਾਜੀ ਦੇ ਹੱਕ ਵਿੱਚ ਕੰਮ ਕਰਦੀ ਆ। ਉਹ ਸਾਰੀਆਂ ਕੌਮਾਂ ਇਕੱਠੀਆਂ ਰਹਿਣਗੇ, ਸਾਰੀਆਂ ਕੌਮਾਂ ਦੇ ਮਾਲ ਖਜ਼ਾਨੇ ਤੋਂ ਉਸ ਵੱਡੀ ਬੁਰਜਵਾਜੀ ਦਾ ਕਬਜ਼ਾ ਰਹੂਗਾ। ਤੇ ਆਸਟਰੀਆ ਹੰਗਰੀ ਖਿੰਡ ਗਿਆ 1918 ਦੇ ਵਿੱਚ, ਉਹ ਬਿਖਰ ਗਿਆ। ਠੀਕ। ਹੁਣ ਜੇ ਭਾਰਤ ਦੇ ਵਿੱਚ ਇਸ ਤੋਂ ਦੇਖੀਏ, ਭਾਰਤ ਦੀ ਆਪਾਂ ਸਥਿਤੀ ਦੀ ਗੱਲ ਕਰੀਏ ਤਾਂ ਭਾਰਤ ਦੀ ਸਥਿਤੀ ਆਸਟਰੀਆ ਹੰਗਰੀ ਨਾਲ ਜ਼ਿਆਦਾ ਮਿਲਦੀ ਹੈ, ਰੂਸ ਨਾਲ ਨਹੀਂ ਮਿਲਦੀ। ਹੁਣ ਭਾਰਤ ਵਿੱਚ ਦੱਬੀਆਂ ਕੁਚਲੀਆਂ ਕੌਮਾਂ ਤਾਂ ਹੈਗੀਆਂ ਨੇ, ਦਬਾਉਣ ਵਾਲੀ ਕੋਈ ਕੌਮ ਨਹੀਂ ਹੈ ਵੀ ਫਲਾਨੀ ਕੌਮ ਦਬਾਉਂਦੀ ਆ, ਇਸ ਤਰ੍ਹਾਂ ਦੀ ਸਥਿਤੀ ਨਹੀਂ ਹੈ। ਜਿਹੜੇ ਇਹ ਫਰਕ ਸਮਝਣਾ ਜ਼ਰੂਰੀ ਹੈ। ਹੁਣ ਜਿਹੜਾ ਆਸਟਰੀਆ ਤੇ ਹੰਗਰੀ ਦੀ ਗੱਲ ਆ ਉਹ ਲੈਨਨ ਨੇ ਵੀ ਕੀਤੀ ਆ, ਉਹ ਤਾਂ ਕੋਈ ਇੱਕ ਕੇਂਦਰ ਨਹੀਂ ਗਾ। ਤੇ ਇਹ ਗੱਲ ਕੌਟਸਕੀ ਨੇ ਵੀ ਕੀਤੀ ਹੈ। ਕੌਟਸਕੀ ਦੀ ਗੱਲ ਨੂੰ ਲੈਨਨ ਨੇ ਉਹ ਤੇ ਮੋਹਰ ਲਾਈ ਹੈ ਕਿ ਉਹ ਕੌਟਸਕੀ ਸਹੀ ਗੱਲ ਕਹਿੰਦਾ ਇਹ ਗੱਲ। ਅਗਲੀ ਗੱਲ, ਕੌਮੀ ਮਸਲੇ ਨੂੰ ਸਮਝਣ ਲਈ ਨਾ ਦੋ ਗੱਲਾਂ ਹੋਰ ਨੇ ਮਹੱਤਵਪੂਰਨ। ਉਹ ਕੀ ਨੇ? ਇੱਕ ਤਾਂ ਸਟਾਲਿਨ ਨੇ ਕਿਹਾ ਕਿ ਕੌਮੀ ਮਸਲੇ ਦੇ 3 ਦੌਰ ਨੇ, 3 ਦੌਰ। ਤੇ ਲੈਨਨ ਨੇ ਕਿਹਾ 3 ਕਿਸਮਾਂ ਨੇ ਕੌਮੀ ਮਸਲੇ ਦੇ, ਇਹਦੀਆਂ 3 ਕਿਸਮਾਂ ਨੇ। ਇਹ 3 ਦੌਰ ਤੇ 3 ਕਿਸਮਾਂ ਨੂੰ ਸਮਝਣਾ ਬਹੁਤ ਜ਼ਰੂਰੀ ਤੇ ਕਨਫਿਊਜ਼ਨ ਬਹੁਤ ਪੈਦਾ ਹੁੰਦਾ ਜੇ ਆਪਾਂ ਇਹਨੂੰ ਨਹੀਂ ਸਮਝਦੇ। ਸਟਾਲਿਨ ਨੇ ਕਿਹੜੇ 3 ਦੌਰ ਕਹੇ ਆ? ਉੱਭਰ ਰਹੀ ਸਰਮਾਏਦਾਰੀ ਦਾ ਦੌਰ, ਸਾਮਰਾਜ ਦਾ ਦੌਰ ਤੇ ਸਮਾਜਵਾਦ ਦਾ ਦੌਰ। ਹੁਣ ਜਿਹੜਾ ਤੀਸਰੇ ਦੀ ਗੱਲ ਕਰੀਏ, ਸਮਾਜਵਾਦ ਦੇ ਦੌਰ 'ਚ ਕੀ ਹੁੰਦਾ? ਇਹ ਕੌਮੀ ਜ਼ਬਰ ਦੇ ਖਾਤਮੇ ਦਾ ਦੌਰ ਹੈ। ਇਹ ਹਲੇ ਆਪਣੇ ਵਿਚਾਰਾਂ ਦੀ ਨਿਗਾ, ਹਲੇ ਇਹਨੂੰ ਛੱਡ ਦਿੰਦੇ ਆ। ਜਿਹੜੇ ਪਹਿਲੇ 2 ਦੌਰ ਨੇ, ਉੱਭਰ ਰਹੀ ਸਰਮਾਏਦਾਰੀ ਦਾ ਦੌਰ, ਉੱਭਰ ਰਹੀ ਸਰਮਾਏਦਾਰੀ ਦੇ ਦੌਰ ਦੀਆਂ ਅੱਗੇ 2 ਟਾਈਪਸ ਨੇ ਉਹਦੀਆਂ, ਹੈ ਨਾ। ਪਹਿਲੇ ਦੌਰ ਦੀਆਂ 2 ਕਿਸਮਾਂ ਨੇ ਕੌਮੀ ਮਸਲੇ ਦੀਆਂ। ਪਹਿਲੀ ਕਿਸਮ ਕਿਹੜੀ ਆ? ਉਹ ਯੂਰਪ, ਜਿਹੜਾ ਪੱਛਮੀ ਯੂਰਪ, ਕੌਮਾਂ ਹੋਂਦ ਵਿੱਚ ਆਈਆਂ, ਕੌਮਾਂ ਤੇ ਰਾਜ ਬਣ ਗਏ। ਠੀਕ। ਜਿਹਨੂੰ ਲੈਨਨ ਤੇ ਸਟਾਲਿਨ ਕਹਿੰਦੇ ਇਹ ਜਿਹੜੀਆਂ ਕੌਮਾਂ ਸੀ ਕੌਮੀ ਜ਼ਬਰ ਤੋਂ ਅਣਜਾਣ ਸੀਗੀਆਂ, ਕਿਉਂਕਿ ਉਹਨਾਂ ਨੂੰ ਕੌਮੀ ਜ਼ਬਰ ਸਹਿਣਾ ਨਹੀਂ ਪਿਆ। ਠੀਕ। ਦੂਜਾ ਕੀ ਸੀਗਾ? ਪੂਰਬ ਦੇ ਜਿਹੜੇ ਸੀ ਬਹੁ ਕੌਮੀ ਦੇਸ਼। ਇਹ ਪਹਿਲਾ ਜਿਹੜਾ ਦੌਰ ਹੈ ਨਾ, ਉਹਦੀਆਂ 2 ਕਿਸਮਾਂ ਨੇ। ਪਹਿਲੇ ਦੌਰ ਦੀਆਂ 2 ਕਿਸਮਾਂ ਨੇ। ਦੂਸਰੀ ਕਿਸਮ ਜਿਹੜੀ ਆ ਉਹ ਸੀ, ਮੈਂ ਜੇ ਪਹਿਲਾਂ ਗੱਲ ਕੀਤੀ, ਬਹੁ ਕੌਮੀ ਦੇਸ਼ਾਂ ਦਾ ਹੋਂਦ ਵਿੱਚ ਆਉਣਾ। ਜਿਹੜੇ ਬਹੁ ਕੌਮੀ ਦੇਸ਼ ਸੀਗੇ ਇਹ ਜ਼ਬਰ ਦਾ ਘਰ ਸੀਗੇ, ਇੱਥੇ ਜ਼ਬਰ ਸ਼ੁਰੂ ਹੋਇਆ, ਕੌਮੀ ਜ਼ਬਰ। ਇਹ ਜਿਹੜੇ ਪਹਿਲੇ ਦੌਰ ਦੀਆਂ 2 ਕਿਸਮਾਂ ਨੇ। ਠੀਕ। ਦੂਸਰਾ ਦੌਰ ਕੀ ਹੈ? ਇੰਪੀਰੀਅਲਿਜ਼ਮ ਦਾ ਦੌਰ, ਸਾਮਰਾਜ ਦਾ ਦੌਰ। ਜਿਹੜੇ ਬਸਤੀਆਂ ਬਣਾਉਣਾ, ਬਸਤੀਆਂ, ਅਰਧ ਬਸਤੀਆਂ, ਨਵ ਬਸਤੀਆਂ ਦੇ ਦੌਰ 'ਚ ਜਿਨ੍ਹਾਂ ਨੇ ਪਹਿਲਾਂ ਆਪਣੇ ਕੌਮੀ ਰਾਜ ਬਣਾ ਲਏ, ਜਿਹੜੇ ਦੇਸ਼ਾਂ ਨੇ ਜਿੱਥੇ ਸਰਮਾਏਦਾਰੀ ਵਿਕਾਸ ਪਹਿਲਾਂ ਹੋਇਆ, ਉਹਨਾਂ ਨੇ ਫਿਰ ਪੱਛਮੀ ਦੇਸ਼ਾਂ ਦੇ ਕਬਜ਼ੇ ਕੀਤੇ। ਜੇ ਭਾਰਤ ਨੂੰ ਇੰਗਲੈਂਡ ਨੇ ਬਸਤੀ ਬਣਾਇਆ। ਠੀਕ। ਬਸਤੀਆਂ, ਅਰਧ ਬਸਤੀਆਂ, ਨਵ ਬਸਤੀਆਂ ਵਾਲਾ ਮਸਲਾ। ਠੀਕ।
ਇਹ ਦੂਸਰੇ ਦੌਰ ਦਾ ਮਸਲਾ ਹੈ। ਇਹ ਇੱਥੇ ਮੈਂ ਇੱਕ ਜੁੜੀ ਮਹੱਤਵਪੂਰਨ ਗੱਲ ਕਰਨਾ ਚਾਹੁੰਦਾ, ਜਿਹੜਾ ਬਸਤੀਆਂ ਅਰਧ ਬਸਤੀਆਂ ਤੇ ਨਵ ਬਸਤੀਆਂ ਵਾਲਾ ਸਿਸਟਮ ਸੀਗਾ ਨਾ, ਇਹ ਦੁਨੀਆ 'ਚੋਂ ਲਗਭਗ ਖਤਮ ਹੋ ਗਿਆ, ਲਗਭਗ ਖਤਮ ਹੋ ਗਿਆ। ਕੋਈ ਇਹਦੀ ਰਹਿੰਦ ਖੂੰਹਦ ਹੋ ਸਕਦੀ ਹੈ ਕਿਤੇ, ਪਰ ਇਹ ਜਿਵੇਂ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਇਹ ਟ੍ਰੈਂਡ ਸੀਗਾ ਦੁਨੀਆ ਵਿੱਚ ਕਿ ਦੁਨੀਆ ਦਾ ਵੱਡਾ ਹਿੱਸਾ ਜਿਹੜਾ ਸਾਮਰਾਜੀ ਦੇਸ਼ਾਂ ਦਾ ਸਿੱਧਾ ਜਾਂ ਅਸਿੱਧਾ ਗੁਲਾਮ ਸੀਗਾ, ਉਹ ਹੁਣ ਨਹੀਂ ਰਿਹਾ। ਇਹਨਾਂ ਅਰਥਾਂ ਇਹ ਮਸਲਾ ਜਿਹੜਾ ਇਹ ਲਗਭਗ ਹੱਲ ਹੈ। ਜਿਹੜਾ ਪਹਿਲਾ ਮਸਲਾ ਆ, ਪਹਿਲਾ ਦੌਰ ਆ, ਉਹਦੀਆਂ ਦੋ ਕਿਸਮਾਂ ਦੀ ਮੈਂ ਗੱਲ ਕੀਤੀ ਹੈ। ਜਿਹੜੀ ਉਹਦੀ ਦੂਸਰੀ ਕਿਸਮ ਆ ਬਹੁ ਕੌਮੀ ਦੇਸ਼, ਇਹ ਦੁਨੀਆ ਦੇ ਵਿੱਚ ਭਾਰੂ ਮਸਲਾ ਆ। ਇਹ ਥਰਡ ਵਰਲਡ ਕੰਟਰੀ ਸੀਗੇ, ਜਿਹੜੇ ਸੈਕੰਡ ਵਰਲਡ ਵਾਰ ਤੱਕ ਜਾਂ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਜਿਹੜੇ ਜਗੀਰੂ ਤੇ ਬਸਤੀਵਾਦੀ ਸੀਗੇ, ਅਰਧ ਜਗੀਰੂ ਬਸਤੀਵਾਦੀ ਸੀ। ਭਾਰਤ ਕੀ ਸੀਗਾ 47 ਤੋਂ ਪਹਿਲਾਂ? ਅਰਧ ਜਗੀਰੂ ਬਸਤੀ, ਇਹਨੂੰ ਆਪਾਂ ਕਹਿੰਦੇ ਅਰਧ ਜਗੀਰੂ ਬਸਤੀ। ਜਿਵੇਂ ਚੀਨ ਸੀਗਾ, ਚੀਨ ਅਰਧ ਜਗੀਰੂ ਅਰਧ ਬਸਤੀ ਸੀਗਾ। 47 ਤੋਂ ਬਾਅਦ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਪ੍ਰਕਿਰਿਆ ਵਿੱਚ ਇਹ ਮੁਲਕ ਆਜ਼ਾਦ ਹੋਏ। ਕਈ ਥਾਵਾਂ 'ਤੇ ਕਮਿਊਨਿਸਟਾਂ ਦੀ ਅਗਵਾਈ 'ਚ ਆਜ਼ਾਦ ਹੋਏ, ਨਵ ਜਮਹੂਰੀ ਇਨਕਲਾਬ ਹੋਏ। ਕਈ ਥਾਵਾਂ 'ਤੇ ਬੁਰਜੁਆਜੀ ਦੀ ਅਗਵਾਈ 'ਚ ਆਜ਼ਾਦ ਹੋਏ। ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਜ਼ਿਆਦਾ ਕਈ ਦੇਸ਼ਾਂ ਵਿੱਚ ਕੀ ਹੈ ਨਾ, ਬਹੁ ਕੌਮੀ ਦੇਸ਼ ਹੋਂਦ ਵਿੱਚ ਆਏ, ਜਿਹਦੀ ਸਭ ਤੋਂ ਉੱਘੀ ਉਦਾਹਰਨ ਆਪਾਂ ਕਹੀਏ ਭਾਰਤ ਤੇ ਪਾਕਿਸਤਾਨ ਦੀ ਆਪਾਂ ਉਦਾਹਰਨ ਲੈ ਸਕਦੇ ਹਾਂ। ਇੱਦਾਂ ਦੇ ਦੇਸ਼ ਦੁਨੀਆ ਵਿੱਚ ਖਾਸੇ ਨੇ। ਇੱਥੇ ਮਸਲਾ ਨਾ ਸਭ ਤੋਂ ਇਹ ਅੱਜ ਜਦੋਂ ਕੌਮੀ ਮਸਲੇ ਦੀ ਗੱਲ ਕਰਦੇ ਹਾਂ ਆਪਾਂ ਦੁਨੀਆ ਵਿੱਚ, ਤਾਂ ਮੁੱਖ ਰੂਪ ਦੇ ਵਿੱਚ ਉਹਦਾ ਸਾਡਾ ਜਿਹੜਾ ਸੰਬੰਧ ਹੁੰਦਾ, ਸਰੋਕਾਰ ਹੁੰਦਾ, ਇਸ ਤੋਂ ਹੁੰਦਾ। ਠੀਕ, ਇਹ ਜਿਹੜੇ ਤਿੰਨ ਦੌਰ ਨੇ ਜਿਹੜੇ ਮੈਂ ਗੱਲ ਕੀਤੀ ਹੈ, ਥੋੜਾ ਮਤਲਬ ਦਿਮਾਗ 'ਚ ਬਿਠਾ ਲਿਓ। ਤਿੰਨ ਦੌਰ। ਤੀਸਰਾ ਦੌਰ ਸਮਾਜਵਾਦ ਦਾ ਦੌਰ, ਉਹਦੀ ਕੋਈ ਆਪਾਂ ਚਰਚਾ ਕਰਨੀ ਫਿਲਹਾਲ ਲੋੜ ਨਹੀਂ ਗੀ। ਦੂਸਰਾ ਦੌਰ ਜਿਹੜਾ ਸਾਮਰਾਜ ਦਾ ਆਪਾਂ ਕਹਿੰਦੇ ਬਸਤੀਆਂ ਤੇ ਅਰਧ ਬਸਤੀਆਂ ਨਵ ਬਸਤੀਆਂ ਦਾ ਦੌਰ, ਇਹ ਬੀਤ ਗਿਆ। ਇਹ ਇਸ ਤਰ੍ਹਾਂ ਦੇ ਹੁਣ ਦੇਸ਼ ਆਪਾਂ ਕਹਿ ਨਹੀਂ ਸਕਦੇ ਫਲਾਨਾ ਦੇਸ਼ ਫਲਾਨੇ ਦੀ ਬਸਤੀ ਆ, ਫਲਾਨਾ ਦੇਸ਼ ਫਲਾਨੇ ਦੀ ਅਰਧ ਬਸਤੀ ਆ। ਇਹ ਦੱਸਣਾ ਮੁਸ਼ਕਿਲ ਆ। ਜੇ ਭਾਰਤ ਨੂੰ ਲੋਕ ਕਹਿੰਦੇ ਭਾਰਤ ਅਰਧ ਬਸਤੀ ਆ, ਹੁਣ ਆਪਾਂ ਕਿਹੜੇ ਮੁਲਕ ਦੀ ਅਰਧ ਬਸਤੀ ਇਹ ਦੱਸ ਨਹੀਂ ਹੁੰਦਾ ਉਹਨਾਂ ਤੋਂ ਵੀ ਕਿਹੜੇ ਦੋ ਤਿੰਨ ਦੀ ਹੋਊਗੀ, ਕਿਸੇ ਦੀ ਤਾਂ ਹੋਊਗੀ ਨਾ, ਕਿਸੇ ਮੁਲਕ ਦੀ ਤਾਂ ਅਰਧ ਬਸਤੀ ਹੋਊਗਾ। ਇਹ ਉਹਨਾਂ ਤੋਂ ਦੱਸ ਨਹੀਂ ਹੁੰਦਾ। ਉਹ ਕੁੱਲ ਮਿਲਾ ਕੇ ਫਿਰ ਜਦੋਂ ਦੱਸਦੇ ਆ ਨਾ, ਉਹ ਕੌਟਸਕੀ ਦੇ ਥੀਸਿਸ ਚੱਲ ਜਾਂਦੇ ਕਿ ਸਾਰਾ ਸਾਮਰਾਜ ਹੀ ਮਿਲ ਕੇ ਤੀਜੀ ਦੁਨੀਆ ਨੂੰ ਲੁੱਟਦਾ। ਉਹ ਤਾਂ ਬਹੁਤ ਗਲਤ ਉਹ ਨਤੀਜੇ 'ਤੇ ਚਲੇ ਜਾਂਦੇ ਨੇ। ਕਹਿਣ ਦਾ ਮਤਲਬ ਫਿਰ ਇਹ ਦੋ ਪਹਿਲਾ ਜਿਹੜਾ ਤੀਸਰਾ ਉਹਦੀ ਆਪਾਂ ਗੱਲ ਹਲੇ ਘੱਟ ਕਰਨੀ ਹੈ। ਦੂਸਰਾ ਜਿਹੜਾ ਦੌਰ ਆ ਸਾਮਰਾਜ ਦਾ ਦੌਰ, ਉਹ ਜਿਹੜਾ ਸਾਮਰਾਜ ਦਾ ਦੌਰ ਹੈਗਾ, ਬਸਤੀਆਂ ਅਰਧ ਬਸਤੀਆਂ ਨਵ ਬਸਤੀਆਂ ਨਹੀਂ ਹੈਗੀਆਂ। ਠੀਕ, ਜਿਹੜਾ ਪਹਿਲਾ ਦੌਰ ਆ ਉਹਦੀ ਜਿਹੜੀ ਦੂਸਰੀ ਕਿਸਮ ਆ, ਜਿਹੜੀ ਮੈਂ ਕਹਿੰਦੀ ਬਹੁ ਕੌਮੀ ਦੇਸ਼ਾਂ ਦੀ, ਇਹਦੇ ਨਾਲ ਸਾਡਾ ਨਾ ਵਾਹ ਆ। ਭਾਰਤ ਵਿੱਚ ਜਦੋਂ ਸਾਡਾ ਵਾਹ ਪੈਂਦਾ ਤਾਂ ਇੱਕ ਬਹੁ ਕੌਮੀ ਦੇਸ਼ ਵਿੱਚ ਜਿਹੜਾ ਕੌਮੀ ਮਸਲਾ ਇਹਦੇ ਨਾਲ ਸਾਡਾ ਵਾਹ ਪੈਂਦਾ। ਠੀਕ, ਇਹ ਤਾਂ ਸਟਾਲਿਨ ਨੇ ਕਹੇ ਆ ਤਿੰਨ ਦੌਰ। ਹੁਣ ਮੈਂ ਲੈਨਨ ਦੀ ਗੱਲ ਕਰਦਾ। ਲੈਨਨ ਨੇ ਕਿਹਾ ਤਿੰਨ ਕਿਸਮਾਂ। ਆਪਾਂ ਨੇੜੇ ਦੇ ਸੰਬੰਧ ਵਿੱਚ ਤਿੰਨ ਤਰ੍ਹਾਂ ਦੇ ਦੇਸ਼। ਲੈਨਨ ਦਾ ਇੱਕ ਲੇਖ ਆ, ਉਸ ਲੇਖ ਦਾ ਨਾਮ ਹੈ ਸਮਾਜਵਾਦੀ ਇਨਕਲਾਬ ਤੇ ਕੌਮਾਂ ਦਾ ਆਪਾਂ ਨਿਰਣਾ। ਉਹਦੇ ਵਿੱਚ ਇੱਕ ਸਬ ਹੈਡ ਹੈ, ਉਹ ਸਬ ਹੈਡ ਦਾ ਨਾਮ ਹੈ, ਉਹ ਇੱਕ ਡੇਢ ਪੈਰੇ ਦੀ ਗੱਲ ਹੀ ਆ। ਉਹ ਸਬ ਹੈਡ ਇਹ ਆ, ਆਪਾਂ ਨੇੜੇ ਦੇ ਸੰਬੰਧ ਵਿੱਚ ਤਿੰਨ ਤਰ੍ਹਾਂ ਦੇ ਦੇਸ਼। ਠੀਕ, ਉਹ ਤਿੰਨ ਤਰ੍ਹਾਂ ਦੇ ਦੇਸ਼ ਕਿਹੜੇ ਨੇ? ਲੈਨਨ ਕਹਿੰਦਾ, ਲੈਨਨ ਨੇ ਉਹੀ ਗੱਲ ਕਹੀ ਜੋ ਸਟਾਲਿਨ ਨੇ ਕਹੀ ਤੱਤ ਰੂਪ ਦੇ ਵਿੱਚ। ਉਹ ਇਹ ਆ ਕਿ ਪਹਿਲੀ ਤਰ੍ਹਾਂ ਦੇ ਦੇਸ਼ ਉਹ ਨੇ ਜਿਹੜੇ ਯੂਰਪ ਦੇ ਦੇਸ਼ ਸੀਗੇ, ਜਿੱਥੇ ਕੌਮੀ ਮਸਲਾ ਬੀਤੇ ਸਮੇਂ ਦੀ ਗੱਲ ਬਣ ਗਿਆ। ਜਿੱਥੇ ਕੌਮੀ ਰਾਜ ਬਣ ਚੁੱਕਿਆ, ਕੌਮੀ ਮਸਲਾ ਬੀਤੇ ਸਮੇਂ ਦੀ ਗੱਲ ਬਣ ਗਿਆ। ਲੈਨਨ ਕਹਿੰਦਾ ਇਹਨਾਂ ਦੇਸ਼ਾਂ ਸਾਡਾ ਕੰਮ ਕੀ ਆ, ਸਾਡਾ ਕਾਰਜ ਕੀ ਹੈ ਨਿਕਲਦਾ? ਸਾਡਾ ਕਾਰਜ ਇਹ ਨਿਕਲਦਾ ਜੋ ਕਹਿੰਦਾ ਆਇਰਲੈਂਡ ਦੇ ਸੰਬੰਧ 'ਚ ਇੰਗਲੈਂਡ ਦਾ ਸੀਗਾ। ਉਹ ਕੀ ਸੀਗਾ ਕਿ ਇੰਗਲੈਂਡ ਦੀ ਮਜ਼ਦੂਰ ਜਮਾਤ ਆਇਰਲੈਂਡ ਦੀ ਆਜ਼ਾਦੀ ਲਈ ਆਵਾਜ਼ ਉਠਾਵੇ। ਇਹ ਲੈਨਨ ਦੇ ਸਮੇਂ ਦੀ ਗੱਲ ਆ, ਉਸ ਸਮੇਂ ਦੀ ਗੱਲ ਹੈ, 17 ਤੋਂ ਪਹਿਲਾਂ ਲਿਖਿਆ ਗਿਆ ਲੇਖ ਹੈ ਮੇਰੇ ਖਿਆਲ। ਠੀਕ, ਜਾਣੀ ਜਿਹੜਾ ਹੁਣ ਮਤਲਬ ਭਾਰਤ 'ਚ ਇੰਗਲੈਂਡ ਦੀ ਬਸਤੀ ਆ, ਤਾਂ ਇੰਗਲੈਂਡ ਦੀ ਮਜ਼ਦੂਰ ਜਮਾਤ ਕੀ ਕਰੇ? ਇੰਗਲੈਂਡ ਦੀ ਮਜ਼ਦੂਰ ਜਮਾਤ ਇਹ ਮੰਗ ਕਰੇ ਬਿਨਾਂ ਅਬਜਾਨੇ ਤੋਂ, ਬਿਨਾਂ ਮੁਆਵਜ਼ੇ ਤੋਂ ਭਾਰਤ ਨੂੰ ਆਜ਼ਾਦ ਕਰੇ ਇੰਗਲੈਂਡ ਦੀ ਮਜ਼ਦੂਰ ਜਮਾਤ ਦਾ ਕਾਰਜ ਇਹ ਨਿਕਲਦਾ। ਠੀਕ, ਇਹ ਬਹੁਤ ਮਹੱਤਵਪੂਰਨ ਗੱਲ ਹੈ ਜਿਹੜੀ ਮੈਂ ਤੁਹਾਨੂੰ ਕਹਿਣ ਜਾ ਰਿਹਾ। ਦੂਸਰੇ ਤਰ੍ਹਾਂ ਦੇ ਦੇਸ਼ ਕੀ ਨੇ ਜਿਹੜੇ ਬਹੁ ਕੌਮੀ ਦੇਸ਼ ਨੇ? रूस वर्गे, ਆਸਟ੍ਰੇਲੀਆ, ਹੰਗਰੀ वर्गे नाम भी ले स्टालिन ने। ਇੱਥੇ ਵਰਕਿੰਗ ਕਲਾਸ ਦਾ ਟਾਸਕ ਕੀ ਆ? ਉਹ ਕਹਿੰਦੇ ਇੱਥੇ ਦੋ ਟਾਸਕ ਨੇ। ਇੱਕ ਤਾਂ ਬੁਰਜੂਆ ਜਮਹੂਰੀ ਸੁਧਾਰ, ਬੁਰਜੂਆ ਜਮਹੂਰੀ ਇਨਕਲਾਬ ਨਹੀਂ ਕਿਹਾ ਲੈਨਨ ਨੇ, ਹੈ ਨਾ, ਕਿਉਂਕਿ ਆਸਟ੍ਰੇਲੀਆ ਹੰਗਰੀ 'ਚ ਤਾਂ ਬੁਰਜੂਆ ਜਮਹੂਰੀ ਇਨਕਲਾਬ ਬਹੁਤ ਪਹਿਲਾਂ ਹੋ ਚੁੱਕਾ ਸੀਗਾ। 1867 ਸ਼ਾਇਦ ਉਹ ਡੇਟ ਆ ਉਹਦੀ, ਉਦੋਂ ਉਹ ਨਿਪਰੇ ਚੜ੍ਹ ਚੁੱਕਾ ਸੀਗਾ ਬੁਰਜੂਆ ਜਮਹੂਰੀ ਇਨਕਲਾਬ। ਹੁਣ ਜਿੱਥੇ ਬੁਰਜੂਆ ਜਮਹੂਰੀ ਇਨਕਲਾਬ ਹੋ ਚੁੱਕਾ, ਉੱਥੇ ਦੁਬਾਰਾ ਬੁਰਜੂਆ ਜਮਹੂਰੀ ਇਨਕਲਾਬ ਥੋੜ੍ਹੀ ਹੋਊਗਾ। ਇਸ ਲਈ ਲੈਨਨ ਨੇ ਜਿਹੜਾ ਸ਼ਬਦ ਵਰਤਿਆ ਬੁਰਜੂਆ ਡੈਮੋਕ੍ਰੈਟਿਕ ਰਿਫਾਰਮਸ। ਫਿਰ ਅਗਲੀ ਗੱਲ ਜੋ ਲੈਨਨ ਨੇ ਕਹੀ, ਬਹੁ ਕੌਮੀ ਦੇਸ਼ਾਂ ਲਈ ਜੋ ਗੱਲ ਕਹੀ, ਜੋ ਸਭ ਤੋਂ ਮਹੱਤਵਪੂਰਨ ਗੱਲ ਕਹੀ, ਜਿਹੜੀ ਬਹੁਤ ਲੋਕਾਂ ਨੂੰ ਸਮਝ ਨਹੀਂ ਆਉਂਦੀ। ਹੁਣ ਅਸੀਂ ਕਹਿੰਦੇ ਕੌਮੀ ਮਸਲਾ ਪੰਜਾਬ ਦੇ ਵਿੱਚ ਇੱਥੇ ਹੈਗਾ, ਕਹਿੰਦੇ ਫਿਰ ਕੌਮੀ ਪਾਰਟੀ ਬਣਾ ਲਓ ਤੁਸੀਂ, ਹੈਂ ਵੀ ਤੁਸੀਂ ਪੰਜਾਬ ਮੁਕਤੀ ਦੀ ਲੜਾਈ ਲੜੋ, ਹੈਂ ਪੰਜਾਬ ਮੁਕਤੀ ਪਾਰਟੀ ਬਣਾਓ, ਇੱਦਾਂ ਦੀ ਬਹੁਤ ਸਾਰੇ ਗੱਲ ਕਰ। ਚਲੋ ਛੱਡੋ। ਲੈਨਨ ਨੇ ਕੀ ਕਿਹਾ? ਲੈਨਨ ਕਿਹਾ ਇਹਨਾਂ ਦੇਸ਼ਾਂ ਜਿਹੜਾ ਮਜ਼ਦੂਰ ਜਮਾਤ ਦਾ ਕਾਰਜ ਆ, ਉਹ ਦਬਾਉਣ ਵਾਲੀ ਕੌਮ ਤੇ ਦੱਬੀਆਂ ਕੁਚਲੀਆਂ ਕੌਮਾਂ ਦੇ ਮਜ਼ਦੂਰਾਂ ਦੀ ਏਕਤਾ ਹੈ। ਇਹ ਆ ਕਾਰਜ।
ਬਹੁਕੌਮੀ ਦੇਸ਼ਾਂ ਵਿੱਚ ਨੈਸ਼ਨਲ ਲਿਬਰੇਸ਼ਨ ਦਾ ਟਾਸਕ ਨਹੀਂ ਆ। ਵੈਸੇ ਹੁਣ ਮਤਲਬ ਬੰਗਾਲੀ ਆ, ਇੱਕ ਪਹਿਲਾਂ ਵੀ ਇੱਕ ਪਾਰਟੀ ਬਣੀ ਸੀਗੀ, ਉਹ ਕਹਿੰਦੇ ਸਾਰੇ ਆਪੋ ਆਪਣੀ ਪਾਰਟੀ ਬਣਾ ਲਓ, ਆਪੋ ਆਪਣੀ ਕੌਮ ਦੀ ਮੁਕਤੀ ਲਈ ਲੜੋ। ਉਹ ਕੇਰਲਾ ਦਾ ਸੀ ਬੰਦਾ, ਉਹ ਤਾਂ ਫਿਰ ਚਲੋ ਫਲਾਪ ਹੋ ਗਿਆ ਇਹਦਾ ਕੰਮ। ਲੈਨਨ ਨੇ ਇਹ ਗੱਲ ਨਹੀਂ ਕਹੀ, ਨਾ ਹੀ ਬਾਲਸ਼ਿਕ ਪਾਰਟੀ ਦਾ ਜਿਹਾ ਕੋਈ ਪ੍ਰੋਗਰਾਮ ਸੀਗਾ ਕਿ ਉੱਥੇ ਬਹੁਤ ਸਾਰੀਆਂ ਕੌਮਾਂ ਦਵਾਈਆਂ ਸੀ। ਲੈਨਨ ਨੇ ਇਹ ਨਹੀਂ ਕਿਹਾ ਕਿ ਆਪੋ ਆਪਣੀ ਫਿਰ ਕੌਮ ਦੀ ਮੁਕਤੀ ਲਈ ਲੜੋ, ਇਹ ਪ੍ਰੋਗਰਾਮ ਨਹੀਂ ਸੀ ਬਾਲਸ਼ਿਕ ਪਾਰਟੀ ਦਾ। ਤੀਸਰੀ ਗੱਲ, ਤੀਸਰੀ ਤਰ੍ਹਾਂ ਦੇ ਦੇਸ਼ ਜਿਹੜੇ ਸੀਗੇ ਲੈਨਨ ਕਿਹਾ, ਉਹ ਸੀ ਬਸਤੀਆਂ ਅਰਧ ਬਸਤੀਆਂ। ਬਸਤੀਆਂ ਅਰਧ ਬਸਤੀਆਂ 'ਚ ਕੀ ਕਾਰਜ ਨਿਕਲਿਆ? ਬਸਤੀਆਂ ਅਰਧੀਆਂ ਬਸਤੀਆਂ 'ਚ ਨਿਕਲਦਾ ਨੈਸ਼ਨਲ ਲਿਬਰੇਸ਼ਨ, ਕੌਮੀ ਮੁਕਤੀ ਘੋਲ। ਕੌਮੀ ਮੁਕਤੀ ਘੋਲਾਂ 'ਚ ਜਿਹੜੀ ਬੁਰਜੁਆਜੀ ਦੇ ਸਭ ਤੋਂ ਰੈਡੀਕਲ ਹਿੱਸੇ ਨੇ ਉਹਨਾਂ ਦੀ ਹਮਾਇਤ ਕਰਨਾ। ਠੀਕ, ਇਹ ਜਦੋਂ ਗੱਲ ਸਮਝ ਆ ਜਾਂਦੀ ਨਾ, ਫਿਰ ਆਪਾਂ ਜੋ ਭਾਰਤ ਵਿੱਚ ਆਪਣੇ ਕਾਰਜ ਕਰਦੇ ਉਹ ਸਮਝ ਆ ਸਕਦੇ ਆ। ਮਤਲਬ ਤਾਂ ਇੱਕ ਵਿਆਖਿਆ ਮੋਟੀ ਮੋਟੀ ਕੌਮ ਕੀ ਆ, ਕੌਮੀ ਲਹਿਰਾਂ ਕੀ ਨੇ, ਫਿਰ ਕੌਮੀ ਮਸਲੇ ਦੇ ਜਿਹੜੇ 3 ਦੌਰ ਨੇ, 3 ਕਿਸਮਾਂ ਨੇ, ਫਿਰ ਇਹਦਾ ਹੱਲ ਕੀ ਹੈ, ਮਸਲੇ ਦਾ ਹੱਲ ਕੀ ਹੈ। ਦੇਖ ਬਹੁਕੌਮੀ ਦੇਸ਼ 'ਚ ਮਸਲਾ ਕਿਵੇਂ ਹੱਲ ਹੋ ਸਕਦਾ ਹੈ। ਪਹਿਲਾ ਤਾਂ ਇਹੀ ਹੈ ਕਿ ਜਿਹੜੇ ਮਤਲਬ ਕੌਮਾਂ ਨੂੰ ਆਪਾਂ ਨਿਰਣੇ ਦਾ ਹੱਕ ਹੋਣਾ ਚਾਹੀਦਾ। ਇਹ ਇੱਕ ਮੰਗ ਬਣਦੀ ਹੈ ਜਿਹਦੀ ਕੌਮਸਟ ਨੂੰ ਹਮਾਇਤ ਕਰਨੀ ਚਾਹੀਦੀ ਹੈ। ਕੌਮਾਂ ਦਾ ਆਪਾਂ ਨਿਰਣੇ ਦਾ ਕੀ ਭਾਵ ਹੈ? ਅਲੱਗ ਹੋਣ ਦਾ ਉਹਨਾਂ ਨੂੰ ਹੱਕ ਹੋਣਾ ਚਾਹੀਦਾ, ਉਹ ਵੱਖਰਾ ਦੇਸ਼ ਬਣਾ ਸਕਣ, ਇਹ ਹੱਕ ਹੈ। ਜਦੋਂ ਆਪਾਂ ਨਿਰਣਾ ਕਹਿੰਦੇ ਨਾ, ਆਪਾਂ ਨਿਰਣੇ ਦਾ ਮਤਲਬ ਇਹ ਹੁੰਦਾ ਕਿ ਉਹ ਆਪਣਾ ਵੱਖਰਾ ਦੇਸ਼ ਬਣਾ ਸਕਣ। ਹੁਣ ਜਿਹੜਾ ਕਿ ਇਹ ਮਸਲਾ ਮਤਲਬ ਭਾਰਤ ਵਰਗੇ ਦੇਸ਼ਾਂ ਦੇ ਵਿੱਚ ਵੀ ਆ, ਪਾਕਿਸਤਾਨ 'ਚ ਵੀ, ਹੋਰਾਂ ਦੇਸ਼ਾਂ 'ਚ ਵੀ, ਜਿਹੜੀ ਵਰਕਿੰਗ ਕਲਾਸ ਵਿੱਚ ਕਿਉਂ ਇੰਟਰਸਟਿਡ ਹੈ ਨਹੀਂ? ਮਜ਼ਦੂਰ ਜਮਾਤ ਨੇ ਕੀ ਲੈਣਾ? ਬਹੁਤ ਸਾਰੇ ਲੋਕ ਕਹਿੰਦੇ ਆਪਣੀ ਦਿਹਾੜੀ ਦਾ ਮਸਲਾ ਲੜੋ, ਰੁਜ਼ਗਾਰ ਦੇ ਮਸਲਿਆਂ ਤੋਂ ਲੜੋ, ਵੀ ਕੌਮਾਂ ਦੇ ਮਸਲਿਆਂ ਤੋਂ ਆਪਾਂ ਲੈਣਾ ਕੀ ਹੈ? ਵੀ ਇਹਨਾਂ ਸਾਡਾ ਕੀ ਸਰੋਕਾਰ ਹੋਣਾ ਚਾਹੀਦਾ? ਕਿਉਂਕਿ ਪਹਿਲੀ ਗੱਲ ਤਾਂ ਜਿਹੜਾ ਕੌਮ ਦਾ ਮਸਲਾ ਹੁੰਦਾ ਉਹ ਇਕੱਲੀ ਸਰਮਾਏਦਾਰ ਜਮਾਤ ਦਾ ਨਹੀਂ ਹੁੰਦਾ, ਉਹ ਸਾਰੇ ਲੋਕਾਂ ਦਾ ਹੀ ਮਸਲਾ ਹੁੰਦਾ। ਠੀਕ, ਸਟਾਲਿਨ ਨੇ ਲਿਖਿਆ ਵੀ 3 ਕਾਰਨਾਂ ਕਰਕੇ ਸਾਡੀ ਕੌਮੀ ਮਸਲੇ ਦੀ ਦਿਲਚਸਪੀ, 4 ਕਾਰਨਾਂ ਕਰਕੇ। ਇੱਕ ਤਾਂ ਲੈਨਨ ਨੇ ਕਾਰਨ ਦੱਸਿਆ। ਲੈਨਨ ਨੇ ਇਹ ਦੱਸਿਆ ਕਿ ਕਹਿੰਦਾ ਜਿਹੜੀ ਮਜ਼ਦੂਰ ਜਮਾਤ ਦੀ ਏਕਤਾ ਆ, ਜਿਹੜਾ ਇਹਨੂੰ ਸਭ ਤੋਂ ਵੱਧ ਜਿਹੜੀ ਚੀਜ਼ ਤੋੜਦੀ ਆ ਉਹ ਕੌਮੀ ਅਪਮਾਨ ਹੁੰਦਾ। ਮੈਂ ਥੋੜਾ ਪੜ੍ਹ ਹੀ ਦਿੰਦਾ। ਅਸਲ 'ਚ ਪ੍ਰੋਲੇਤਾਰੀ ਦੀ ਜਮਾਤੀ ਇੱਕ ਮੁਰਤਾ ਦੇ ਵਾਧੇ ਨੂੰ ਹੋਰ ਕੋਈ ਚੀਜ਼ ਇੰਨਾ ਨਹੀਂ ਰੋਕਦੀ ਜਿੰਨਾ ਕਿ ਕੌਮੀ ਅਨਿਆਂ ਰੋਕਦਾ ਹੈ। ਅਪਮਾਨਿਤ ਕੌਮ ਦੇ ਲੋਕ ਹੋਰ ਕਿਸੇ ਚੀਜ਼ ਵੱਲ ਇੰਨੇ ਭਾਵੁਕ ਨਹੀਂ ਹੁੰਦੇ ਜਿੰਨਾ ਕਿ ਬਰਾਬਰੀ ਦੀ ਭਾਵਨਾ ਅਤੇ ਇਸ ਜਜ਼ਬੇ ਦੀ ਉਲੰਘਣਾ ਵੱਲ, ਇਹਦੇ ਵੱਲ ਜ਼ਿਆਦਾ ਭਾਵੁਕ ਹੁੰਦੇ ਲੋਕ, ਇਸ ਚੀਜ਼ ਵੱਲ। ਦੂਜਾ, ਸਟਾਲਿਨ ਨੇ ਕੀ ਕਿਹਾ? ਕਹਿੰਦਾ ਜਿਵੇਂ ਆਵਾਜਾਈ ਤੇ ਰੋਕ, ਕਿਸੇ ਦੀ ਭਾਸ਼ਾ ਨੂੰ ਕੁਚਲ ਦਿਓ, ਉਹਨਾਂ ਕੀ ਹੁੰਦਾ? ਕਹਿੰਦਾ ਉਸ ਕੌਮ ਦਾ ਜਿਹੜਾ ਪ੍ਰੋਲੇਤਾਰੀ ਆ ਉਹਦੀ ਬੌਧਿਕ ਸ਼ਕਤੀਆਂ ਵਿਕਸਿਤ ਨਹੀਂ ਹੋ ਪਾਉਂਦੀਆਂ। ਨੰਬਰ 2, ਕਹਿੰਦਾ ਇਹ ਕੀ ਕਰਦੀ, ਜਿਹੜੀ ਬੁਰਜੁਆਜੀ ਕੀ ਕਰਦੀ ਆ? ਬੁਰਜੁਆਜੀ ਕੀ ਕਰਦੀ? ਕੌਮੀ ਮਸਲੇ ਨੂੰ ਸਾਰਿਆਂ ਦਾ ਮਸਲਾ ਬਣਾ ਕੇ ਪੇਸ਼ ਕਰਦੀ ਆ ਕਿ ਅਸੀਂ ਸਾਰੇ ਪੰਜਾਬੀ ਇਕੱਠੇ ਜਾਈਏ, ਸਾਰੇ ਬੰਗਾਲੀ ਇਕੱਠੇ ਹੋ ਜਾਈਏ। ਇਹ ਮਸਲਾ, ਉਹ ਜਿਹੜੀ ਪ੍ਰੋਲੇਤਾਰੀ ਦੀ ਬੁਰਜੁਆਜੀ ਨਾਲ ਲੜਾਈ ਹੁੰਦੀ ਆ ਉਹ ਪਿੱਛੇ ਚਲੀ ਜਾਂਦੀ ਹੈ, ਪਿੱਠ ਭੂਮੀ ਚਲੀ ਜਾਂਦੀ ਆ। ਤੀਸਰਾ, ਵੀ ਜਿਹੜੀ ਇੱਕ ਕੌਮ, ਉਹ ਇੱਕ ਕੌਮ ਦੀ ਬੁਰਜੁਆਜੀ ਉੱਥੋਂ ਦੇ ਕਿਰਤੀ ਲੋਕਾਂ ਨੂੰ ਦੂਜੀ ਕੌਮ ਦੇ ਵਿਰੁੱਧ ਲੜਾਉਂਦੀ ਹੈ, ਉਹਦੇ ਵਿਰੁੱਧ ਭੜਕਾਉਂਦੀ ਹੈ। ਇਸ ਲਈ ਇਹ ਮਸਲਾ ਹੱਲ ਹੋਣਾ ਚਾਹੀਦਾ ਹੈ ਨਾ। ਇਹਨਾਂ ਕਾਰਨਾਂ ਕਰਕੇ ਇਹ ਮਸਲਾ ਹੱਲ ਹੋਣਾ ਚਾਹੀਦਾ। ਇਹ ਵਰਕਿੰਗ ਕਲਾਸ ਦੀ ਦਿਲਚਸਪੀ ਇਹ ਹੈ ਇਹਦੇ 'ਚ। ਠੀਕ, ਫਿਰ ਕਿਵੇਂ ਹੱਲ ਹੋਣਾ ਚਾਹੀਦਾ? ਉਹ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਜਿਹੜੀ ਆ ਰੈਵੋਲੂਸ਼ਨਰੀ ਜਿਹੜੀ ਡਿਮਾਂਡ ਹੈ, ਇਨਕਲਾਬੀ ਡਿਮਾਂਡ ਹੈ ਕਿ ਕੌਮਾਂ ਨੂੰ ਆਪਾਂ ਨਿਰਣੇ ਦਾ ਹੱਕ ਹੋਣਾ ਚਾਹੀਦਾ। ਕੌਮਾਂ ਦਾ ਆਪਾਂ ਨਿਰਣਾ ਨਾਲ ਲੈਨਨ ਜੋੜਦਾ, ਕਿਉਂਕਿ ਕਈਆਂ ਨੂੰ ਸਮਝ ਨਹੀਂ ਆਉਂਦਾ ਕੌਮਾਂ ਦਾ ਆਪਾਂ ਨਿਰਣਾ। ਜੇ ਆਪਣੇ ਕਹਿੰਦੇ ਕਸ਼ਮੀਰ ਵਾਲੇ ਚਾਹੇ ਪਾਕਿਸਤਾਨ ਚੱਲ ਜਾਣ, ਚਾਹੇ ਭਾਰਤ 'ਚ ਆ ਜਾਣ, ਭਾਵੇਂ ਆਜ਼ਾਦ ਹੋਣ, ਇਹ ਆਪਾਂ ਨਿਰਣਾ ਥੋੜ੍ਹੀ ਆ। ਆਪਾਂ ਨਿਰਣਾ ਆਜ਼ਾਦ ਕਸ਼ਮੀਰੀ ਰਾਜ, ਇਹ ਆਪਾਂ ਨਿਰਣਾ। ਲਾਈਟ ਚਲੀ ਗਈ। ਪਿੱਛੇ ਆ ਰਹੀ ਸੀ ਆਵਾਜ਼ ਹੁਣ? ਨਹੀਂ ਆ ਰਹੀ, ਨਹੀਂ ਉਹ ਚਲਾਉਣਗੇ ਆਪਾਂ ਨਿਰਣੇ ਦਾ ਸਵਾਲ ਫਿਰ ਹੈਗਾ ਜਿਹੜੀ ਪ੍ਰੋਲੇਤਾਰੀਅਨ ਸਟੇਟ ਹੋਊਗੀ, ਜੇ ਆਪਾਂ ਸੱਤਾ 'ਚ ਆਨੇ, ਬਹੁਕੌਮੀ ਦੇਸ਼ 'ਚ ਪ੍ਰੋਲੇਤਾਰੀ ਸੱਤਾ ਵਿੱਚ ਆਉਂਦਾ, ਤਾਂ ਜਿਹੜਾ ਸਟੇਟ ਦਾ ਸਟਰਕਚਰ ਕਿਹੋ ਜਿਹਾ ਹੋਊਗਾ? ਉਹ ਯੂਨਿਟਰੀ ਹੋਊਗਾ ਕਿ ਫੈਡਰਲ ਹੋਊਗਾ? ਸੰਘੀ ਢਾਂਚੇ ਵਾਲਾ ਹੋਊਗਾ ਜਿਹਨੂੰ ਆਪਾਂ ਫੈਡਰਲ ਕਹਿੰਦੇ ਹਾਂ, ਜਾਂ ਯੂਨਿਟਰੀ ਹੋਊਗਾ? ਇਹਦੇ ਤੇ ਕੀ ਸੀ ਨਾ, ਮਾਰਕਸ ਇੰਗਲਸ ਨੇ ਇਹ ਤੇ ਥੋੜੀ ਜਿਹੜੀ ਪੋਜੀਸ਼ਨ ਸੀ ਨਾ ਮਾਰਕਸਵਾਦੀ ਅਧਿਆਪਕਾਂ ਦੀ, ਥੋੜੀ ਇਸ ਤਰ੍ਹਾਂ ਰਹੀ, ਬਦਲਦੀ ਰਹੀ ਲਗਾਤਾਰ। ਕਦੇ ਉਹ ਕੁਛ ਗੱਲ ਕਹਿੰਦੇ ਸੀ, ਕਦੇ ਕੁਛ। ਥੋੜਾ ਮਤਲਬ ਜਿਹੜੀ ਸਪਸ਼ਟ ਪੋਜੀਸ਼ਨ ਲਈ ਆ ਪਾਰਟੀ, ਮਤਲਬ ਲੈਨਨ ਦੀ ਪਾਰਟੀ ਨੇ, ਬਾਲਸ਼ਿਕ ਪਾਰਟੀ ਨੇ 1917 ਦੇ ਇਨਕਲਾਬ ਦੇ ਨੇੜੇ ਤੇੜੇ ਜਾ ਕੇ ਪੋਜੀਸ਼ਨ ਲਈ ਸਪਸ਼ਟ ਤੇ। ਜਿਹੜੇ ਹੁਣ ਮਾਰਕਸ ਇੰਗਲਸ ਸੀ ਸ਼ੁਰੂ 'ਚੋਂ ਕੇਂਦਰਵਾਦੀ ਸੀਗੇ, ਵੀ ਹਾਂ ਵੀ ਕੇਂਦਰੀਕਰਨ ਹੋਣਾ ਚਾਹੀਦਾ,
ਵੀ ਕੇਂਦਰੀਕਰਨ ਜਿਹੜਾ ਹੈ ਉਹ ਸਰਮਾਏਦਾਰੀ ਵਿਕਾਸ ਲਈ ਚੰਗਾ, ਸਰਮਾਏਦਾਰੀ ਵਿਕਾਸ ਲਈ ਚੰਗਾ ਤਾਂ ਮਜ਼ਦੂਰ ਜਮਾਤ ਲਈ ਵੀ ਚੰਗਾ, ਕਿਉਂਕਿ ਜਿੰਨਾ ਸਰਮਾਏਦਾਰੀ ਵਿਕਾਸ ਹੋਊਗਾ ਉਨੀ ਮਜ਼ਦੂਰ ਜਮਾਤ ਹੀ ਵਧੂ ਫੁੱਲੂਗੀ। ਇਹ ਉਹਨਾਂ ਦੀ ਸੋਚ ਸੀਗੀ। ਪਰ ਆਇਰਲੈਂਡ ਦੇ ਮਾਮਲੇ ਵਿੱਚ ਮਾਰਕਸ ਐਂਗਲਸ ਨੇ ਫੈਡਰੇਸ਼ਨ ਦੀ ਹਮਾਇਤ ਕੀਤੀ ਸੀ। ਸਿਰਫ ਫੈਡਰੇਸ਼ਨ ਦੀ ਨਹੀਂ, ਕਨਫੈਡਰੇਸ਼ਨ ਦੀ ਹਮਾਇਤ ਕੀਤੀ ਸੀ। ਫੈਡਰੇਸ਼ਨ ਤੋਂ ਵੀ ਪਿਛਲਾ ਇੱਕ ਕਦਮ ਹੁੰਦਾ ਕਨਫੈਡਰੇਸ਼ਨ। ਕਨਫੈਡਰੇਸ਼ਨ ਇਹ ਹੁੰਦੀ ਆ ਕਿ ਕਿਸੇ ਵੀ ਥਾਂ ਬਹੁਤ ਸਾਰੀਆਂ ਕੌਮਾਂ ਵਸਦੀਆਂ ਨੇ, ਉਹ ਆਜ਼ਾਦ ਰਹਿੰਦੀਆਂ ਨੇ, ਉਹਨਾਂ 'ਤੇ ਕੋਈ ਜਿਹੜੇ ਆਜ਼ਾਦ ਰਹਿੰਦੀਆਂ ਨੇ, ਕਿਸੇ ਖਾਸ ਕੰਮ ਲਈ ਇਕੱਠੀਆਂ ਹੋ ਜਾਂਦੀਆਂ ਨੇ। ਜੇ ਆਪਾਂ ਕਹੀਏ ਆਪਣੀ ਜਨਤਕ ਜਥੇਬੰਦੀਆਂ ਨੇ ਕੋਈ ਸਾਂਝਾ ਮੋਰਚਾ ਬਣਾ ਲੈਂਦੀਆਂ, ਉਹਨਾਂ ਜਨਤਕ ਜਥੇਬੰਦੀ ਦੇ ਹੱਕਾਂ 'ਤੇ ਕੋਈ ਛਾਪਾ ਨਹੀਂ ਪੈਂਦਾ। ਆਪਾਂ ਕਿਸੇ ਖਾਸ ਮਕਸਦ ਲਈ ਇਕੱਠੇ ਹੋਏ, ਮਕਸਦ ਪੂਰਾ ਦਾ ਆਪਾਂ ਅਲੱਗ-ਅਲੱਗ ਹੋ ਜਾਂਦੇ ਹਾਂ। ਜਿਵੇਂ ਅਮਰੀਕਾ ਜਿਹੜਾ ਅੱਜ ਕੱਲ੍ਹ USA ਹੈ, ਇੱਥੇ ਦੀ ਜਿਹੜੀ ਬਹੁਤ ਸਾਰੀ ਕੌਮਾਂ ਪਹਿਲਾਂ ਕਨਫੈਡਰੇਸ਼ਨ ਸੀ ਇਹਨਾਂ ਦੀ। ਇੱਦੋਂ ਅਗਲਾ ਕਦਮ ਹੁੰਦਾ ਫੈਡਰੇਸ਼ਨ। ਫੈਡਰੇਸ਼ਨ ਦੇ ਵਿੱਚ ਕੀ ਹੁੰਦਾ, ਹਰ ਕੌਮ ਆਪਣੇ ਕੁਝ ਹੱਕ ਛੱਡਦੀ ਆ ਵੀ ਕੁਝ ਮਸਲੇ ਆਪਾਂ ਸਾਂਝੇ ਤੌਰ 'ਤੇ ਹੱਲ ਕਰਾਂਗੇ, ਬਾਕੀ ਆਪਾਂ ਆਪਣੇ ਥਾਂ 'ਤੇ ਹੱਲ ਕਰਾਂਗੇ। ਫੈਡਰੇਸ਼ਨ ਅਗਲਾ ਕਦਮ ਹੁੰਦਾ, ਯਾਨੀ ਕਨਫੈਡਰੇਸ਼ਨ ਤੋਂ ਅਲੱਗ-ਅਲੱਗ ਕੌਮਾਂ ਦੀ ਯੂਨਿਟੀ ਵਾਲਾ ਇੱਕ ਅਗਲਾ ਕਦਮ ਹੁੰਦਾ ਫੈਡਰੇਸ਼ਨ। ਠੀਕ, ਜਿਹੜਾ ਮਾਰਕਸ ਸੀਗਾ, ਮਾਰਕਸ ਨੇ ਜੋ ਸ਼ਬਦ ਵਰਤਿਆ ਆਇਰਲੈਂਡ ਲਈ, ਉਹ ਕਨਫੈਡਰੇਸ਼ਨ ਵਰਤਿਆ, ਫੈਡਰੇਸ਼ਨ ਨਹੀਂ। ਕਨਫੈਡਰੇਸ਼ਨ ਵੀ ਆ, ਫੈਡਰੇਸ਼ਨ ਵੀ ਆ। ਠੀਕ, ਉਹ ਆਇਰਲੈਂਡ ਦੇ ਸੰਬੰਧ ਦੇ ਵਿੱਚ ਇਹਦੇ ਹੱਕ ਸੀ। ਲੈਨਨ ਨੇ ਕਿਹਾ ਵੀ ਮਾਰਕਸ ਕਿੰਨਾ ਵੀ ਕੇਂਦਰਵਾਦੀ ਸੀ, ਪਰ ਆਇਰਲੈਂਡ ਦੇ ਸੰਬੰਧ ਦੇ ਵਿੱਚ ਇੱਕ ਛੋਟ ਵਜੋਂ ਉਹ ਫੈਡਰੇਸ਼ਨ ਦੇ ਹੱਕ ਵਿੱਚ ਹੋ ਗਿਆ। ਇਹ ਜਿਹੜਾ ਫੈਡਰਲਿਜ਼ਮ ਦਾ ਨਾ ਸਵਾਲ ਬਹੁਤ ਥੋੜਾ, ਉਹ ਤਾਂ ਕੋਈ ਕੰਟਰੋਵਰਸੀ ਨਹੀਂ, ਪਰ ਕਈ ਵਾਰ ਲੋਕ ਕੰਟਰੋਵਰਸੀ ਉਠਾ ਦਿੰਦੇ ਇਹਦੇ 'ਤੇ। ਠੀਕ, ਅਗਲੀ ਗੱਲ ਲੈਨਨ ਇਹਦੇ ਬਹੁਤ ਖਿਲਾਫ ਸੀਗਾ। ਲੈਨਨ ਦਾ ਇੱਕ ਲੇਖ ਹੈ ਕ੍ਰਿਟੀਕਲ ਰਿਮਾਰਕਸ ਔਨ ਨੈਸ਼ਨਲ ਕੁਐਸਚਨ। ਉਹਦੇ 'ਚ ਲੈਨਨ ਦੀ ਪੋਜੀਸ਼ਨ ਇਹੀ ਹੈ ਕਿ ਮਜ਼ਦੂਰ ਜਮਾਤ ਦੇ ਲਈ ਇਕਜੁੱਟ ਰਾਜ ਜਿਹੜੇ ਆ ਉਹ ਸਹੀ ਨੇ। ਇਕਜੁੱਟ ਰਾਜਾਂ ਦੇ ਵਿੱਚ ਸਰਮਾਏਦਾਰੀ ਵਿਕਾਸ ਤੇਜ਼ ਹੁੰਦਾ, ਪੈਦਾਵਾਰੀ ਤਾਕਤਾਂ ਦਾ ਵਿਕਾਸ ਤੇਜ਼ ਹੁੰਦਾ। ਇਸ ਲਈ ਸਾਨੂੰ ਇਕਜੁੱਟ ਕੇਂਦਰੀਕ੍ਰਿਤ ਰਾਜਾਂ ਦੇ ਹੱਕ ਵਿੱਚ ਹੋਣਾ ਚਾਹੀਦਾ। ਇਹ ਲੇਖ 1913 ਵਿੱਚ ਲਿਖਿਆ ਸੀ ਲੈਨਨ ਨੇ। ਫਿਰ ਇੱਕ ਚਿੱਠੀ ਹੈ, ਇੱਕ ਹੋਰ ਇੱਕ ਮਤਲਬ ਕੋਈ ਸ਼ਾਮਿਆਨ ਦਾ ਬੰਦਾ ਸੀ, SG ਸ਼ਾਮਿਆਨ, ਉਹਨੂੰ ਇੱਕ ਖੱਤ ਲਿਖਿਆ ਲੈਨਨ ਨੇ। ਉਹ ਕਹਿੰਦੇ ਤੁਹਾਨੂੰ ਆਪਾਂ ਦੇਣਾ ਚਾਹੀਦਾ ਤਾਂ ਲੈ ਲਓ, ਪਾਸੇ ਹੋ ਜਾਓ, ਪਰ ਫੈਡਰੇਸ਼ਨ ਦੀ ਮੰਗ ਨਾ ਕਰੋ। ਇਸ ਲੈਨਨ ਦੀ ਨੀਤੀ ਨੂੰ ਕਹਿੰਦੇ ਐਵਰੀਥਿੰਗ ਔਰ ਨਥਿੰਗ। ਜਾਂ ਤਾਂ ਪੂਰਨ ਆਜ਼ਾਦੀ ਲੈ ਲਓ, ਜੇ ਸਾਡੇ ਨਾਲ ਰਹਿਣਾ, ਇੱਕ ਉਸ ਯੂਨੀਅਨ ਵਿੱਚ ਰਹਿਣਾ, ਤਾਂ ਫਿਰ ਤੁਸੀਂ ਫੈਡਰਲ ਹੱਕਾਂ ਦੀ ਗੱਲ ਨਾ ਕਰੋ, ਫੈਡਰੇਸ਼ਨ ਦੀ ਗੱਲ ਨਾ ਕਰੋ। ਇਹ ਲੈਨਨ ਦਾ ਸਟੈਂਡ ਸੀਗਾ 1913-14 ਦੇ ਵਿੱਚ। ਬਾਅਦ ਵਿੱਚ ਪਾਰਟੀ ਨੇ ਇਹਨੂੰ ਬਦਲਿਆ, ਇਸ ਸਟੈਂਡ ਨੂੰ। ਉਹ ਬਦਲਿਆ ਕਿਵੇਂ? ਸਟਾਲਿਨ ਨੇ ਲਿਖਿਆ, ਸਟਾਲਿਨ ਦਾ ਇੱਕ ਲੇਖ ਹੈ ਅੰਗੇਜ ਫੈਡਰਲਿਜ਼ਮ, ਜਿਹਨੇ ਸੰਘੀ ਢਾਂਚੇ ਦੇ ਵਿਰੁੱਧ, ਉਹਦਾ ਨਾ ਹੀ ਸੰਘੀ ਢਾਂਚੇ ਦੇ ਵਿਰੁੱਧ ਆ। ਉਸ ਲੇਖ ਨੂੰ ਪੜ੍ਹ ਕੇ ਕੋਈ ਬੰਦਾ ਸੰਘੀ ਢਾਂਚੇ ਦੇ ਵਿਰੁੱਧ ਹੋ ਸਕਦਾ, ਤੇ ਬਹੁਤ ਲੋਕ ਹੋ ਜਾਂਦੇ ਆ। ਇਹ ਲੇਖ 1917 'ਚ ਲਿਖਿਆ ਸਟਾਲਿਨ ਨੇ, ਤੇ ਬਾਅਦ ਵਿੱਚ 1924 'ਚ ਥੱਲੇ ਨੋਟ ਲਾਇਆ ਕਿ ਪਹਿਲਾਂ ਸਾਡੀ ਉੱਪਰ ਵਾਲੀ ਪੋਜੀਸ਼ਨ ਹੁੰਦੀ ਸੀਗੀ ਸੰਘੀ ਢਾਂਚੇ ਦੇ ਵਿਰੋਧ ਵਾਲੀ, ਉਸ ਤੋਂ ਬਾਅਦ ਅਸੀਂ ਤੇ ਹੱਕ 'ਚ ਹੋ ਗਏ। ਉਸ ਲੇਖ ਵਿੱਚ ਲੈਨਨ ਨੇ, ਸਟਾਲਿਨ ਨੇ ਲਿਖਿਆ, ਉਹਨੇ ਇਹ ਵੀ ਦੱਸਿਆ ਕਨਫੈਡਰੇਸ਼ਨ ਕੀ ਹੁੰਦੀ ਆ, ਉਹਨੇ ਇਹ ਵੀ ਦੱਸਿਆ ਫੈਡਰੇਸ਼ਨ ਕੀ ਹੁੰਦੀ ਆ, ਉਹਨੇ ਇਹ ਵੀ ਦੱਸਿਆ ਯੂਨਿਟਰੀ ਸਟੇਟ ਕੀ ਹੁੰਦੀ ਆ। ਫਿਰ ਇਹ ਵੀ ਦੱਸਿਆ ਕਿ ਪਾਰਟੀ ਦਾ ਸਟੈਂਡ ਕਿਵੇਂ ਬਦਲਿਆ ਇਹਦੇ 'ਤੇ। ਲੈਨਨ ਦੀ ਕਿਤਾਬ ਰਾਜ ਤੇ ਇਨਕਲਾਬ ਸੀਗੀ। ਰਾਜ ਤੇ ਇਨਕਲਾਬ ਤੋਂ ਲੈਨਨ ਨੇ ਪ੍ਰਵਾਨ ਕਰਨਾ ਸ਼ੁਰੂ ਕੀਤਾ ਵੀ ਸੰਘੀ ਢਾਂਚਾ ਸਮਾਜਵਾਦ ਦੇ ਲਈ, ਸਮਾਜਵਾਦ ਇੱਕ ਬਹੁ ਕੌਮੀ ਦੇਸ਼ ਵਿੱਚ ਸਮਾਜਵਾਦ ਆਉਂਦਾ ਤਾਂ ਵੱਖ-ਵੱਖ ਕੌਮਾਂ ਦੀ ਇੱਕ ਏਕਤਾ ਦੇ ਲਈ, ਪੂਰਨ ਏਕਤਾ ਦੇ ਲਈ ਇੱਕ ਸੰਗਰਾਂਦੀ ਦੌਰ ਦੀ ਨੀਤੀ ਵਜੋਂ ਸੰਘੀ ਢਾਂਚੇ 'ਤੇ ਆਪਾਂ ਅਪਣਾ ਸਕਦੇ ਹਾਂ। ਇਹ ਪੋਜੀਸ਼ਨ ਸੀ, ਇਹ ਰਾਜ ਤੇ ਇਨਕਲਾਬ ਦੇ ਪੋਜੀਸ਼ਨ ਲਈ। ਰਾਜ ਤੇ ਇਨਕਲਾਬ ਤੁਹਾਨੂੰ ਪਤਾ ਉਹ ਰੂਸੀ ਜਿਹੜਾ ਇਨਕਲਾਬ ਸੀ, ਅਕਤੂਬਰ ਇਨਕਲਾਬ, ਉਦੋਂ ਇੱਕਦਮ ਪਹਿਲਾਂ ਲਿਖੀ ਗਈ ਸੀ, ਅਗਸਤ 1917 ਵਿੱਚ ਲਿਖੀ ਗਈ ਸੀਗੀ। ਉਸ ਤੋਂ ਬਾਅਦ ਪਾਰਟੀ ਨੇ ਜਿਹੜਾ ਸਟੈਂਡ ਲਿਆ ਇਹਦੇ 'ਤੇ, ਬਕਾਇਦੇ ਸਟੈਂਡ ਲਿਆ ਸੰਘੀ ਢਾਂਚੇ 'ਤੇ, ਉਹ ਲਿਆ 8ਵੀਂ ਮਤਲਬ ਪਹਿਲਾਂ ਤਾਂ ਇੱਕ ਐਲਾਨਨਾਮਾ ਜਾਰੀ ਕੀਤਾ ਸੀ ਇਹਨਾਂ ਨੇ ਜਨਵਰੀ 18 'ਚ, ਉਹਦੇ 'ਚ ਇਹਦਾ ਸਟੈਂਡ ਆਉਂਦਾ। ਫਿਰ ਅਗਸਤ 1919 'ਚ ਪਾਰਟੀ ਦੀ 8ਵੀਂ ਕਾਂਗਰਸ ਵਿੱਚ ਬਕਾਇਦਾ ਇਹ ਨੀਤੀ ਪਾਰਟੀ ਨੇ ਅਪਣਾਈ ਪਹਿਲੀ ਵਾਰ। ਹੁਣ ਇਹ ਤਾਂ ਦਿੱਕਤ ਪਤਾ ਕੀ ਹੈ, ਜਦੋਂ ਆਪਾਂ ਪੜ੍ਹਦੇ ਹਾਂ ਕਿ ਮਾਰਕਸਵਾਦ ਦਾ ਸੰਘੀ ਢਾਂਚੇ ਬਾਰੇ ਕੀ ਸਟੈਂਡ ਆ, ਹੁਣ ਜੇ ਆਪਾਂ ਕਿਤੇ ਹੋਰ ਪੜ੍ਹ ਲੈਂਦੇ, ਉੱਥੋਂ ਪੜ੍ਹ ਲੈਂਦੇ ਜਿੱਥੇ ਵਿਰੋਧ ਆ, ਤਾਂ ਬੰਦਾ ਵਿਰੋਧੀ ਹੋ ਸਕਦਾ ਉਹਦਾ। ਜੇ ਉੱਥੋਂ ਪੜ੍ਹ ਲਿਆ ਹੱਕ ਵਾਲਾ ਤਾਂ ਹੱਕ 'ਚ ਹੋ ਸਕਦਾ, ਜਾਣੀ ਉਹ ਤਾਂ ਪੂਰਾ ਪੜ੍ਹਨਾ ਪਊਗਾ ਆਪਾਂ ਨੂੰ। ਮਾਰਕਸ ਤੋਂ ਲੈ ਕੇ ਜੋ ਸਟਾਲਿਨ ਤੱਕ ਦੀ ਨੀਤੀ ਸੀ ਨਾ, ਫਿਰ ਇਹ ਪੂਰਾ ਸਪਸ਼ਟ ਹੁੰਦਾ ਕਿ ਸੰਘੀ ਢਾਂਚੇ ਬਾਰੇ ਕੀ ਨੀਤੀ ਸੀ ਪਾਰਟੀ ਦੀ। 8ਵੀਂ ਕਾਂਗਰਸ ਦੇ ਵਿੱਚ 1919 ਵਿੱਚ ਹੋਈ ਆ, ਉਹਦੇ 'ਚ ਪਾਰਟੀ ਨੇ ਸਟੈਂਡ ਅਪਣਾਇਆ ਸੰਘੀ ਢਾਂਚੇ 'ਤੇ। ਸਟਾਲਿਨ ਕਿਹਾ ਕਿਉਂ ਆਪਾਂ ਇਹ ਨੀਤੀ ਕਿਉਂ ਬਦਲੀ ਸੰਘੀ ਢਾਂਚੇ ਬਾਰੇ, ਵੀ ਪਹਿਲਾਂ ਸਾਡਾ ਸਟੈਂਡ ਹੋਰ ਸੀਗਾ, ਬਾਅਦ 'ਚ ਕੁਛ ਹੋਰ ਹੋ ਗਿਆ ਸਟੈਂਡ। ਉਹਦੇ ਵਿੱਚ ਸਟਾਲਿਨ ਦੇ ਵਿੱਚ 3 ਕਾਰਨ ਦੱਸੇ ਆ। ਪਹਿਲਾ ਕਾਰਨ ਇਹ ਦੱਸਿਆ ਕਿ ਰੂਸ ਵਿੱਚ ਜਿਹੜੀਆਂ ਜ਼ਿਆਦਾਤਰ ਕੌਮਾਂ ਪੂਰਨ ਖੇਡ ਦੀ ਹਾਲਤ ਵਿੱਚ ਸੀਗੀਆਂ, ਅਜਿਹੀ ਹਾਲਤ ਵਿੱਚ ਸੰਘੀ ਢਾਂਚੇ ਨੂੰ ਨੇੜੇ ਲਿਆਉਣ ਵਿੱਚ ਸਹਾਈ ਹੋ ਸਕਦਾ ਸੀਗਾ। ਦੂਜਾ, ਜਿਵੇਂ ਕਿ ਪਹਿਲਾਂ ਸੋਚਦੇ ਸੀ ਵੀ ਜਿਹੜਾ ਸੰਘੀ ਢਾਂਚਾ ਫੈਡਰਲ ਆ, ਫੈਡਰਲ ਦਾ ਮਤਲਬ ਕੀ ਹੁੰਦਾ ਵੀ ਜੇ ਕੇਂਦਰ ਦੀ ਗੱਲ ਕਿਸੇ ਨੂੰ ਪ੍ਰਵਾਨ ਨਹੀਂ ਹੁੰਦੀ ਤਾਂ ਉਹ ਕਹਿੰਦਾ ਮੈਂ ਨਹੀਂ ਲਾਗੂ ਕਰਨੀ, ਹੈ ਨਾ, ਉਹ ਤਾਂ ਮੁੱਕਰ ਜਾਂਦਾ। ਵੀ ਅਜਿਹੀ ਚੀਜ਼ ਜਿਹੜੀ ਆ ਮਜ਼ਦੂਰਾਂ ਦੀ ਏਕਤਾ ਤੋੜੂਗੀ, ਜਿਹੜੀ ਆਰਥਿਕ ਏਕਤਾ ਤੋੜੂਗੀ ਅਜਿਹੀ ਚੀਜ਼। ਫਿਰ ਸਟਾਲਿਨ ਕਹਿੰਦੇ ਜਦੋਂ ਅਸੀਂ ਅਮਲ ਵਿੱਚ ਇਹ ਚੀਜ਼ ਨੂੰ ਅਪਣਾਇਆ ਤਾਂ ਅਸੀਂ ਦੇਖਿਆ ਕਿ ਇਹ ਚੀਜ਼ ਕੋਈ ਰੁਕਾਵਟ ਨਹੀਂ ਬਣਦੀ। ਵੱਖ-ਵੱਖ ਕੌਮਾਂ ਦੀ ਸਵੈ ਇੱਛਾ ਯੂਨੀਅਨ ਬਣਦੀ ਆ ਤਾਂ ਉਹਨਾਂ ਦੀ ਆਰਥਿਕ ਏਕਤਾ 'ਚ ਵੀ ਕੋਈ ਰੁਕਾਵਟ ਨਹੀਂ ਬਣਦੀ।
ਤੀਸਰੀ ਗੱਲ ਸਟਾਲਿਨ ਕਹਿੰਦਾ ਵੀ ਜਿੰਨਾ ਕਹਿੰਦਾ ਇਹ ਅਲੱਗ-ਅਲੱਗ ਕੌਮਾਂ ਇਹ ਘੁਲ ਮਿਲ ਜਾਣਗੀਆਂ ਬਹੁਤ ਜਲਦੀ, ਜਿੰਨਾ ਸਾਨੂੰ ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਲੱਗਦਾ ਸੀਗਾ ਤੇ ਅਕਤੂਬਰ ਇਨਕਲਾਬ ਤੋਂ ਪਹਿਲਾਂ ਜਿੰਨਾ ਮਸਲਾ ਆਸਾਨ ਲੱਗਦਾ ਸੀ ਉਨਾ ਇਹ ਮਸਲਾ ਆਸਾਨ ਨਹੀਂ ਨਿਕਲਿਆ, ਉਨਾ ਆਸਾਨ ਨਹੀਂ ਸੀ ਮਸਲਾ। ਇਸ ਲਈ ਅਸੀਂ ਨੀਤੀ ਬਦਲੀ। ਠੀਕ, 1922 ਵਿੱਚ ਸੋਵੀਅਤ ਯੂਨੀਅਨ ਬਣਿਆ USSR, 1924 ਵਿੱਚ ਸੋਵੀਅਤ ਯੂਨੀਅਨ ਦਾ ਸੰਵਿਧਾਨ ਪਾਸ ਹੋਇਆ। ਉਸ ਸੰਵਿਧਾਨ ਦੇ ਵਿੱਚ ਬਕਾਇਦਾ ਲਿਖਿਆ ਵਾ ਮੋਢਲੀ ਇੱਕ ਦੋ ਧਾਰਾਵਾਂ 'ਚ ਹੀ ਕਿ ਜਿਹੜਾ ਸੋਵੀਅਤ ਯੂਨੀਅਨ ਹੈ ਇੱਕ ਫੈਡਰਲ ਸਟੇਟ ਹੈ। ਫਿਰ ਦੂਸਰਾ ਅਗਲਾ ਜਿਹੜਾ ਸੰਵਿਧਾਨ ਸੀਗਾ 1936 ਵਿੱਚ ਹੋਇਆ, ਉਹਦੇ ਸ਼ੁਰੂ 'ਚ ਲਿਖਿਆ ਹੋਇਆ ਕਿ USSR ਕੀ ਆ, USSR ਇਜ਼ ਏ ਫੈਡਰਲ ਸਟੇਟ। ਇਹ ਉਹਨਾਂ ਨੇ ਬਕਾਇਦੇ ਸੰਵਿਧਾਨ ਵਿੱਚ ਵੀ ਚੀਜ਼ ਅਪਣਾਈ। ਇਹ ਉਹਨਾਂ ਦਾ ਇਹ ਤੇ ਸੰਘੀ ਢਾਂਚੇ ਤੇ ਸੀਗਾ ਸਟੈਂਡ। ਇੱਕ ਹੋਰ ਸਵਾਲ ਜਿਹੜਾ ਭਾਰਤ ਦੇ ਵਿੱਚ ਵਿਸ਼ੇਸ਼ ਉਹਦੀ ਮਹੱਤਤਾ ਰੱਖਦੀ ਹੈ ਉਹ ਹੈਗਾ ਭਾਸ਼ਾ ਦਾ ਸਵਾਲ। ਹੁਣ ਭਾਸ਼ਾ ਕੀ ਹੈ ਤਾਂ ਦੱਸਣ ਦੀ ਲੋੜ ਨਹੀਂ ਗੀ ਨਾ, ਭਾਸ਼ਾ ਕੋ ਯਾਰ ਆ ਸਾਡੇ ਲਈ, ਜਿਵੇਂ ਪੈਦਾਵਾਰ ਕਰਨ ਲਈ ਯਾਰ ਨੇ, ਆਪਣੇ ਲਈ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ, ਆਪਣੇ ਵਿਚਾਰ ਪਹੁੰਚਾਉਣ ਦੇ ਲਈ ਇੱਕ ਦੂਜੇ ਨਾਲ ਯਾਰ ਆ। ਭਾਸ਼ਾ ਤੋਂ ਬਿਨਾਂ ਲੋਕਾਂ ਦਾ ਕੋਈ ਭਾਈਚਾਰਾ ਨਹੀਂ ਬਣ ਸਕਦਾ। ਠੀਕ, ਭਾਸ਼ਾ ਕੌਮ ਦਾ ਸਭ ਤੋਂ ਅਹਿਮ ਉਹਦਾ ਅੰਗ ਹੈ, ਸਭ ਤੋਂ ਅਹਿਮ ਅੰਗ ਆ ਭਾਸ਼ਾ ਜਿਹੜੀ ਆ। ਫਿਰ ਭਾਸ਼ਾ ਤੇ ਉਪਭਾਸ਼ਾ ਦਾ ਰੌਲਾ ਬਹੁਤ ਪੈਂਦਾ। ਭਾਸ਼ਾ ਕੀ ਆ, ਉਪਭਾਸ਼ਾ ਕੀ ਆ, ਡਾਇਲੈਕਟ ਕੀ ਆ, ਬੋਲੀ ਕੀ ਆ। ਹੁਣ ਜਿਵੇਂ ਹਿੰਦੀ ਹੈ, ਹੁਣ ਜਿਹੜੀਆਂ ਹਿੰਦੀ ਖੇਤਰ ਜਿਹੜਾ ਸੋ ਕਾਲਡ ਹਿੰਦੀ ਖੇਤਰ ਹੈ, ਬਹੁਤ ਸਾਰੀਆਂ ਭਾਸ਼ਾਵਾਂ ਨੂੰ ਹਿੰਦੀ ਨਾਲ ਨੱਥੀ ਕਰਕੇ ਉਹਨਾਂ ਦੀ ਭਾਸ਼ਾਵਾਂ ਦੀ ਹੋਂਦ ਹੀ ਖਤਮ ਕਰਤੀ ਉਹਨਾਂ ਨੇ। ਵੀ ਭਾਸ਼ਾਵਾਂ ਨਹੀਂ ਗਈਆਂ, ਜਿਵੇਂ ਭੋਜਪੁਰੀ ਹੈ, ਅਵਧੀ ਹੈ, ਮਗਧੀ ਹੈ, ਉਹਨਾਂ ਨੂੰ ਅਲੱਗ ਭਾਸ਼ਾਵਾਂ ਦਾ ਕੋਈ ਦਰਜਾ ਨਹੀਂ ਗਾ ਕਿ ਇਹ ਅਲੱਗ ਭਾਸ਼ਾਵਾਂ ਨੇ, ਉੱਤਰਾਂਚਲ ਦੀਆਂ ਭਾਸ਼ਾਵਾਂ ਨੇ ਜਾਂ ਉਹ ਝਾਰਖੰਡ ਦੀਆਂ ਭਾਸ਼ਾਵਾਂ ਨੇ, ਬਹੁਤ ਸਾਰੀਆਂ ਭਾਸ਼ਾਵਾਂ ਨੇ ਉਹ ਹਿੰਦੀ ਨਾਲ ਹੀ ਨੱਥੀ ਕਰਤੀਆਂ ਉਹਨਾਂ ਨੇ ਕਿ ਉਹਦੇ ਡਾਇਲੈਕਟ ਨੇ। ਹੁਣ ਡਾਇਲੈਕਟ ਕੀ ਹੁੰਦਾ? ਡਾਇਲੈਕਟ ਦੀ ਪਰਿਭਾਸ਼ਾ ਇਹ ਹੈ ਕਿ ਜਦੋਂ ਵੀ ਕੋਈ ਦੋ ਵਿਅਕਤੀ ਬਿਨਾਂ ਕਿਸੇ ਅਨੁਵਾਦਕ ਤੋਂ ਗੱਲ ਕਰ ਲੈਂਦੇ ਇੱਕ ਦੂਜੇ ਨਾਲ, ਉਹਨੂੰ ਕੋਈ ਟ੍ਰੇਨਿੰਗ ਨਹੀਂ ਲੈਣੀ ਪੈਂਦੀ। ਠੀਕ, ਤਾਂ ਇੱਕ ਹੀ ਭਾਸ਼ਾ ਬੋਲਦੇ ਹੁੰਦੇ ਆ। ਜਿਵੇਂ ਮਤਲਬ ਬਠਿੰਡੇ ਦਾ ਬੰਦਾ ਅੰਮ੍ਰਿਤਸਰ ਜਾ ਕੇ ਅੰਮ੍ਰਿਤਸਰੀਏ ਨਾਲ ਗੱਲ ਕਰ ਲੈਂਦਾ ਤੇ ਦੋਵੇਂ ਇੱਕ ਦੂਜੇ ਦੀ ਗੱਲ ਸਮਝ ਲੈਂਦੇ ਆ, ਤਾਂ ਸਮਝੋ ਇੱਕ ਭਾਸ਼ਾ ਦੇ ਇੱਕ ਹੀ ਭਾਸ਼ਾ ਉਹਨਾਂ ਦੀ। ਜਾਣੀ ਮਾਝੀ ਜਿਹੜੀ ਹੈ ਮਲਵਈ ਤੋਂ ਵੱਖਰੀ ਨਹੀਂ ਗਈ। ਠੀਕ, ਜਿਵੇਂ ਲੁਧਿਆਣੇ ਦਾ ਬੰਦਾ ਜੇ ਜੰਮੂ 'ਚ ਜਾ ਕੇ ਉੱਥੇ ਲੋਕਾਂ ਦੀ ਭਾਸ਼ਾ ਸਮਝ ਜਾਂਦਾ, ਜਿਹਨੂੰ ਡੋਗਰੀ ਕਹਿੰਦੇ ਆ, ਤਾਂ ਸਮਝੋ ਇੱਕ ਭਾਸ਼ਾ ਉਹਨਾਂ ਦੀ। ਜੇ ਹੁਣ ਜਿਵੇਂ ਆਪਾਂ ਬੰਗਾਲ ਜਾ ਕੇ ਨਹੀਂ ਸਮਝ ਸਕਦੇ, ਪੰਜਾਬੀ ਬੰਦਾ ਉੱਥੇ ਕਲਕੱਤੇ ਜਾ ਕੇ ਪੰਜਾਬੀ ਬੋਲੇ ਤੇ ਬੰਗਾਲੀ ਬੰਦਾ ਬੰਗਲਾ ਬੋਲੇ, ਤਾਂ ਉਹਨਾਂ ਨੂੰ ਇੱਕ ਮੀਡੀਏਟਰ ਟਰਾਂਸਲੇਟਰ ਰੱਖਣਾ ਪਊਗਾ। ਜਦੋਂ ਟਰਾਂਸਲੇਟਰ ਦੀ ਲੋੜ ਪੈ ਗਈ ਤਾਂ ਸਮਝੋ ਤੁਸੀਂ ਦੂਸਰੀ ਭਾਸ਼ਾ ਬੋਲਦੇ ਹੋ। ਇਹ ਭਾਸ਼ਾ ਤੇ ਉਪਭਾਸ਼ਾ ਦਾ ਇੱਕ ਫਰਕ ਹੈ। ਉਪਭਾਸ਼ਾਵਾਂ ਕੀ ਸੀਗੀਆਂ? ਜਦੋਂ ਜਗੀਰੂ ਯੁੱਗ ਸੀਗਾ, ਲੋਕੀ ਅਲੱਗ-ਅਲੱਗ ਥਾਵਾਂ 'ਤੇ ਰਹਿੰਦੇ ਸੀਗੇ, ਆਵਾਜਾਈ ਸੰਚਾਰ ਦੇ ਸਾਧਨ ਘੱਟ ਸੀਗੇ, ਉਦੋਂ ਕੀ ਹੋ ਗਿਆ, ਅਲੱਗ-ਅਲੱਗ ਖਿੱਤਿਆਂ 'ਚ ਵਸਣ ਵਾਲੇ ਲੋਕਾਂ ਦੀ ਭਾਸ਼ਾ ਤਾਂ ਇੱਕ ਹੀ ਰਹੀ, ਥੋੜ੍ਹਾ ਲਹਿਜਾ ਬਦਲ ਗਿਆ, ਕੁਝ ਸ਼ਬਦ ਬਦਲ ਗਏ। ਜੇ ਆਪਾਂ ਦੁਆਬੀ, ਮਾਝੀ, ਮਲਵਈ ਦੀ ਗੱਲ ਕਰੀਏ ਤਾਂ ਕੁਝ ਇੱਕ ਸ਼ਬਦ ਨੇ ਜਿਹੜੇ ਉਹ ਉਹਨਾਂ ਦੀ ਮਤਲਬ ਉਹ ਫਰਕ ਆ ਉਹਨਾਂ ਦਾ, ਅਤੇ ਉਚਾਰਨ ਦਾ ਫਰਕ ਹੈ, ਬੋਲਣ ਦਾ ਫਰਕ ਆ। ਇਦੋਂ ਬਿਨਾਂ ਨਹੀਂ ਕੋਈ ਫਰਕ ਹੈਗਾ। ਕੋਈ ਅਜਿਹੀ ਗੱਲ ਨਹੀਂ ਹੈਗੀ ਕਿ ਸੰਗਰੂਰ ਦੇ ਬੰਦੇ ਨੂੰ ਅੰਮ੍ਰਿਤਸਰ ਜਾ ਕੇ ਉੱਥੇ ਦੀ ਭਾਸ਼ਾ ਨਾ ਸਮਝ ਆਵੇ, ਤਰਨਤਾਰਨ 'ਚ ਭਾਸ਼ਾ ਨਾ ਸਮਝ ਆਵੇ, ਉਹਨੂੰ ਲਾਹੌਰ ਜਾ ਕੇ ਜਾਂ ਮੁਲਤਾਨ ਜਾ ਕੇ ਭਾਸ਼ਾ ਨਾ ਸਮਝ ਆਵੇ। ਇਹ ਗੱਲ ਨਹੀਂ ਹੈ। ਹੁਣ ਇਹ ਗੱਲ ਹਿੰਦੀ 'ਤੇ ਲਾਗੂ ਨਹੀਂ ਹੁੰਦੀ। ਜੇ ਮੈਂ ਹਿੰਦੀ ਜਾਣਦਾ ਤਾਂ ਮੈਨੂੰ ਭੋਜਪੁਰੀ ਵੀ ਆਉਣੀ ਚਾਹੀਦੀ ਹੈ, ਮੈਨੂੰ ਮਗਧੀ ਵੀ ਆਉਣੀ ਚਾਹੀਦੀ ਹੈ। ਹੁਣ ਮੈਂ ਗਿਆ ਪਟਨੇ ਹੀ ਰਿਹਾ, ਉਧਰ ਮੈਂ ਰਿਹਾ 10 ਦਿਨ, ਅਤੇ ਉੱਥੇ ਚਾਚਾ ਉਹ ਸ਼ਬਦ ਬੋਲੇ, ਚਾਚਾ, ਮਈਆ, ਇੱਦੋਂ ਬਿਨਾਂ ਕੋਈ ਸ਼ਬਦ ਹੀ ਨਹੀਂ ਸਮਝ ਆਉਂਦਾ ਉਹਨਾਂ ਦਾ। ਉਹ ਫਿਰ ਹਿੰਦੀ ਦੀ ਉਪਭਾਸ਼ਾ ਕਿਵੇਂ ਹੋ ਗਈ? ਇਸ ਲਈ ਇਹ ਇੱਕ ਭਾਸ਼ਾਈ ਜ਼ਬਰ ਹੈ, ਕੌਮੀ ਜ਼ਬਰ ਹੈ ਇੱਕ ਤਰ੍ਹਾਂ ਦਾ। ਇਹ ਲੋਕਾਂ ਦੀ ਭਾਸ਼ਾ ਹੀ ਮਾਰ ਦਿਓ। ਫਿਰ ਆਉਂਦੀ ਹੈ ਸੰਪਰਕ ਭਾਸ਼ਾ। ਫਿਰ ਸੰਪਰਕ ਭਾਸ਼ਾ ਜਿਵੇਂ ਅਲੱਗ-ਅਲੱਗ ਕੌਮਾਂ ਦੇ ਲੋਕ ਇੱਕ ਦੇਸ਼ ਵਿੱਚ ਰਹਿੰਦੇ ਆ, ਉਹ ਇੱਕ ਦੂਜੇ ਨਾਲ ਕਿਵੇਂ ਗੱਲ ਕਰਨ? ਉਹ ਸੰਪਰਕ ਭਾਸ਼ਾ ਰਾਹੀਂ ਕਰਨ। ਜਿਵੇਂ ਆਪਾਂ ਅੱਜ ਦੇਖੀਏ ਸੰਸਾਰ ਪੱਧਰ ਜਿਹੜੀ ਸੰਪਰਕ ਭਾਸ਼ਾ ਆ ਉਹ ਅੰਗਰੇਜ਼ੀ ਸਥਾਪਿਤ ਹੋ ਚੁੱਕੀ ਹੈ। ਅੰਗਰੇਜ਼ੀ ਇੱਕ ਜਿਵੇਂ ਹੁਣ ਇਟਲੀ ਦੇ ਬੰਦੇ ਨੇ ਇੰਡੀਆ ਆਉਣਾ ਹੋਵੇ ਤਾਂ ਉਹ ਅੰਗਰੇਜ਼ੀ ਸਿੱਖ ਆਉਂਦਾ, ਰੂਸੀ ਨੇ ਆਉਣਾ ਹੋਵੇ ਤਾਂ ਉਹਨੂੰ ਅੰਗਰੇਜ਼ੀ ਮਾੜੀ ਮੋਟੀ ਆਉਣੀ ਚਾਹੀਦੀ ਆ। ਅੰਗਰੇਜ਼ੀ ਇੱਕ ਸੰਸਾਰ ਪੱਧਰ ਸੰਪਰਕ ਭਾਸ਼ਾ ਦਾ ਰੋਲ ਨਿਭਾ ਰਹੀ ਹੈ। ਪਰ ਅੰਗਰੇਜ਼ੀ ਨੂੰ ਕਿਸੇ ਨੇ ਇਹ ਥੋੜ੍ਹੀ ਕਿਹਾ ਇਹ ਸੰਪਰਕ ਭਾਸ਼ਾ ਹੈ ਤੁਹਾਡੀ, ਉਹਦੇ ਪਿੱਛੇ ਕੋਈ ਅਥਾਰਟੀ ਥੋੜ੍ਹੀ ਆ। ਲੋਕਾਂ ਨੂੰ ਪਤਾ, ਇੱਥੋਂ ਕਿਸੇ ਨੇ ਜਾਣਾ ਯੂਰਪ ਜਾਣਾ ਤਾਂ ਉਹਨੂੰ ਪਤਾ ਥੋੜ੍ਹੀ ਬਹੁਤ ਅੰਗਰੇਜ਼ੀ ਸਿੱਖ ਕੇ ਮੇਰਾ ਕੰਮ ਚੱਲ ਜਾਊਗਾ, ਉਹਨੂੰ ਆਪਣੇ ਆਪ ਨੂੰ ਹੀ ਪਤਾ। ਜੇ ਭਾਰਤ ਵਿੱਚ ਆਪਾਂ ਕਹੀਏ, ਖਾਸ ਤੌਰ 'ਤੇ ਉੱਤਰੀ ਭਾਰਤ ਦੇ ਵਿੱਚ, ਮੱਧ ਭਾਰਤ ਦੇ ਵਿੱਚ ਇਹ ਹਿੰਦੀ ਜਿਹੜੀ ਹੈ ਨਾ। ਹੁਣ ਪੰਜਾਬ ਦੇ ਵਪਾਰੀ ਨੇ ਬਿਹਾਰ ਜਾਣਾ ਵਪਾਰ ਕਰਨ, ਉਹਨੂੰ ਪਤਾ ਉਹਨੂੰ ਕਿਹੜੀ ਭਾਸ਼ਾ 'ਚ ਉੱਥੇ ਗੱਲ ਕਰ ਸਕਦਾ, ਉਹਨੂੰ ਹੀ ਪਤਾ। ਇਹ ਸਰਕਾਰ ਨੂੰ ਦੱਸਣਾ ਨਹੀਂ ਪੈਂਦਾ ਕਿ ਤੂੰ ਹਿੰਦੀ ਸਿੱਖ ਤਾਂ ਤੇਰਾ ਵਪਾਰ ਵਧੀਆ ਹੋਊਗਾ, ਉਹਨੂੰ ਖੁਦ ਹੀ ਪਤਾ। ਲੈਨਿਨ ਨੇ ਗੱਲ ਕਹੀ ਆ ਕਿ ਜਿਹੜੀ ਬਹੁ ਗਿਣਤੀ ਦੀ ਭਾਸ਼ਾ ਹੁੰਦੀ ਆ ਕਿਸੇ ਵੀ ਬਹੁ ਕੌਮੀ ਦੇਸ਼ ਦੇ ਵਿੱਚ, ਉਹ ਲੋਕਾਂ ਦੀਆਂ ਖੁਦ ਦੀਆਂ ਲੋੜਾਂ 'ਚੋਂ ਆਪਣੇ ਆਪ ਹੀ ਸੰਪਰਕ ਭਾਸ਼ਾ ਬਣ ਜਾਂਦੀ ਆ। ਉਹ ਸਟੇਟ ਉਹਨੂੰ ਨਹੀਂ ਬਣਾਉਂਦੀ। ਜੇ ਸਟੇਟ ਬਣਾਊਗੀ ਫਿਰ ਉਹ ਕੀ ਕਰੂਗੀ? ਇੱਕ ਭਾਸ਼ਾ ਨੂੰ ਪ੍ਰਮੋਟ ਕਰੂਗੀ, ਦੂਜੀਆਂ ਭਾਸ਼ਾਵਾਂ ਨੂੰ ਦਬਾਊਗੀ। ਜਿਵੇਂ ਸਾਡੇ ਦੇਸ਼ ਵਿੱਚ ਹੋ ਰਿਹਾ,
ਸਾਡੇ ਭਾਰਤ ਦੀ ਸੰਵਿਧਾਨ ਦੀ ਧਾਰਾ 351 ਜਿਹੜੀ ਧਾਰਾ ਆ ਉਹ ਹਿੰਦੀ ਨੂੰ ਕਹਿੰਦੀ ਆ ਵੀ ਜਿਹੜੀ ਯੂਨੀਅਨ ਆ ਉਹਦਾ ਫਰਜ਼ ਆ ਕਿ ਹਿੰਦੀ ਨੂੰ ਪ੍ਰਮੋਟ ਕਰੇ, ਵੀ ਇਕੱਲੀ ਹਿੰਦੀ ਨੂੰ ਪ੍ਰਮੋਟ ਕਰੇ। ਹੁਣ ਜਿਹੜੀ ਹੋਈ ਆ ਜਿਹੜੇ ਮਾਈਨਰ ਵਿਸ਼ੇ ਤੇ ਮੇਜਰ ਵਿਸ਼ਿਆਂ ਵਾਲਾ ਜਿਹੜਾ ਕੀਤਾ ਇਹਨਾਂ ਨੇ CBSE ਨੇ, ਉਹ ਇਸੇ ਨੀਤੀ ਦਾ ਹੈ ਨਾ ਕਿ ਹਿੰਦੀ ਨੂੰ ਪੂਰੇ ਦੇਸ਼ ਦੀ ਭਾਸ਼ਾ ਬਣਾ ਦਿਓ। ਕਾਂਗਰਸ ਥੋੜਾ ਲੁਕੇ ਛੁਪੇ ਰੂਪ ਚ ਕਰਦੀ ਸੀ ਇਹ ਕੰਮ, ਥੋੜਾ ਪਿੱਛੇ ਹਟ ਜਾਂਦੀ ਸੀ ਰੌਲਾ ਪੈਣ ਤੇ। BJP ਨੱਕ ਦੀ ਸੇਧ ਨੂੰ ਚੱਲਦੀ ਹੈ, ਜਿਵੇਂ ਹੀ ਪਿੱਛੇ ਨਹੀਂ ਹਟਣਾ, ਵੀ ਕਿਸੇ ਵੀ ਚੋਰ ਮੋਰ ਰਹੀ, ਕਿਸੇ ਵੀ ਡੰਡੇ ਰਹੀ ਪੂਰੇ ਦੇਸ਼ ਤੇ ਹਿੰਦੀ ਥੋਪੋ। ਠੀਕ, ਭਾਸ਼ਾ, ਉਪਭਾਸ਼ਾ ਤੇ ਸੰਪਰਕ ਭਾਸ਼ਾ। ਸੰਪਰਕ ਭਾਸ਼ਾ ਦੀ ਲੋੜ ਹੈ ਲੋਕਾਂ ਨੂੰ, ਸੰਸਾਰ ਪੱਧਰ ਤੇ ਵੀ ਲੋੜ ਹੈ, ਦੇਸ਼ ਪੱਧਰ ਤੇ ਵੀ ਲੋੜ ਹੈ, ਪਰ ਸੰਪਰਕ ਭਾਸ਼ਾ ਨੂੰ ਸਟੇਟ ਦੀ ਉਹ ਸਰਪ੍ਰਸਤੀ ਨਹੀਂ ਹੋਣੀ ਚਾਹੀਦੀ। ਉਹ ਫਿਰ ਇੱਕ ਭਾਸ਼ਾ ਦਾ ਦੂਜੀਆਂ ਭਾਸ਼ਾਵਾਂ ਨਾਲ ਵਿਤਕਰਾ ਹੋ ਜਾਂਦਾ, ਉਹ ਇੱਕ ਭਾਸ਼ਾ ਲਈ ਫੇਵਰ ਉਹ ਜ਼ਿਆਦਾ ਹੋ ਜਾਂਦੀ ਆ। ਅਗਲੀ ਗੱਲ, ਮਤਲਬ ਕੌਮੀ ਮਸਲਾ ਹੱਲ ਕਿਵੇਂ ਕਿਵੇਂ ਹੋਊਗਾ ਮੈਂ ਤੁਹਾਨੂੰ ਦੱਸ ਰਿਹਾ ਹਾਂ। ਅੱਗੇ ਇਹਨੂੰ ਸਾਰੇ ਨੂੰ ਸਮੇਟ ਕੇ ਗੱਲ ਕਰੂੰਗਾ। ਠੀਕ, ਲੈਨਨ ਨੇ ਕਿਹਾ ਵੀ ਬਹੁਕੌਮੀ ਦੇਸ਼ ਵਿੱਚ ਇੱਕ ਜਿਹੜੀ ਭਾਸ਼ਾ ਆ ਉਹ ਦਫ਼ਤਰੀ ਭਾਸ਼ਾ ਨਹੀਂ ਹੋਣੀ ਚਾਹੀਦੀ, ਇੱਕ ਲਾਜ਼ਮੀ ਭਾਸ਼ਾ ਨਹੀਂ ਹੋਣੀ ਚਾਹੀਦੀ ਇੱਕ ਬਹੁਕੌਮੀ ਦੇਸ਼ ਵਿੱਚ। ਜਿਵੇਂ ਸਾਡੇ ਦੇਸ਼ ਦੇ ਵਿੱਚ ਹਿੰਦੀ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਹੋਈਆਂ, 47 ਤੋਂ ਕੋਸ਼ਿਸ਼ਾਂ ਹੋਈਆਂ, 47 ਤੋਂ ਪਹਿਲਾਂ ਹੀ ਕੋਸ਼ਿਸ਼ਾਂ ਹੋ ਗਈਆਂ ਸੀ। ਮਹਾਤਮਾ ਗਾਂਧੀ, ਪਟੇਲ ਹੋਰੀ 47 ਤੋਂ ਪਹਿਲੇ ਸੀ ਵੀ ਹਿੰਦੀ ਹੀ ਇਸ ਦੇਸ਼ ਦੀ ਇੱਕ ਭਾਸ਼ਾ ਹੋ ਸਕਦੀ ਆ। ਹਿੰਦੀ ਨੂੰ ਬਹੁਤ ਤਰ੍ਹਾਂ ਨਾਲ ਵੀ ਥੋਪਿਆ ਜਾਵੇ ਦੇ, ਤਾਂ 47 ਤੋਂ ਬਾਅਦ ਬਹੁਤ ਤਰ੍ਹਾਂ ਹੋਈ। ਹਿੰਦੀ ਨੂੰ ਭਾਰਤ ਦੀ ਇੱਕ ਕੌਮੀ ਭਾਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਦੱਖਣ ਭਾਰਤ ਦੇ ਲੋਕਾਂ ਨੇ ਵਿਰੋਧ ਕੀਤਾ, ਤਾਂ ਹਿੰਦੀ ਨਾਲ ਅੰਗਰੇਜ਼ੀ ਵੀ ਲਾਤੀ, ਚੱਲ ਅੰਗਰੇਜ਼ੀ ਵੀ ਚੱਲੂਗੀ। ਉਹਦਾ ਫਿਰ ਪੂਰਾ ਇਤਿਹਾਸ ਆਪਾਂ ਲੇਖ 'ਚ ਲਿਖਿਆ ਵੀ ਕਿਵੇਂ ਫਿਰ ਇੰਦਰਾ ਗਾਂਧੀ ਨੇ ਕੀਤਾ ਵੀ ਚੱਲ ਹਿੰਦੀ ਅੰਗਰੇਜ਼ੀ ਹਮੇਸ਼ਾ ਲਈ ਰਹੂਗੀ। ਹੁਣ ਹਿੰਦੀ ਅੰਗਰੇਜ਼ੀ ਹੈ ਚੱਲਦੀ, ਤੇ BJP ਹੈ ਜਿਹੜੀ ਇਹ ਅੰਗਰੇਜ਼ੀ ਦੇ ਵੀ ਖਿਲਾਫ ਆ, ਇਹ ਹਿੰਦੀ ਦੇ ਪੱਖ 'ਚ ਆ, ਇਸ ਲਈ ਹਿੰਦੀ ਥੋਪ ਰਹੀ ਹੈ। ਇਸ ਲਈ ਜਿਹੜੀ ਮਤਲਬ ਕੌਮੀ ਮਸਲੇ ਨੂੰ ਹੱਲ ਕਰਨ ਲਈ ਇੱਕ ਇਹ ਹੋਣਾ ਚਾਹੀਦਾ ਕਿ ਸਾਰੀਆਂ ਭਾਸ਼ਾਵਾਂ ਨੂੰ ਬਰਾਬਰੀ ਦਾ ਦਰਜਾ ਹੋਣਾ ਚਾਹੀਦਾ, ਕਿਸੇ ਇੱਕ ਭਾਸ਼ਾ ਨੂੰ ਵਿਸ਼ੇਸ਼ ਦਰਜਾ ਨਹੀਂ ਹੋਣਾ ਚਾਹੀਦਾ। ਅਗਲੀ ਗੱਲ, ਜੋ ਲੈਨਨ ਨੇ ਕਿਹਾ, ਇੰਗਲਸ ਨੇ ਵੀ ਕਿਹਾ, ਸਭ ਨੇ ਕਿਹਾ ਵੀ ਕੌਮੀ ਮਸਲਾ ਜੇ ਹੱਲ ਕਰਨਾ, ਜੇ ਕੌਮੀ ਜ਼ਬਰ ਖਤਮ ਕਰਨਾ, ਤਾਂ ਭਾਸ਼ਾ ਦੇ ਆਧਾਰ 'ਤੇ ਆਪਾਂ ਨੂੰ ਖਿੱਤੇ ਬਣਾਉਣੇ ਪੈਣਗੇ। ਸੂਬੇ ਜਿਹੜੇ ਆਪਾਂ ਸੂਬਾ ਕਹਿ ਦਿੰਦੇ ਹਾਂ, ਜਾਂ ਜਿਹਨੂੰ ਆਪਾਂ ਪ੍ਰਸ਼ਾਸਕੀ ਇਕਾਈਆਂ ਕਹਿੰਦੇ ਹਾਂ, ਵੀ ਇਹ ਭਾਸ਼ਾ ਦੇ ਆਧਾਰ 'ਤੇ ਬਣਨੀ ਚਾਹੀਦੀਆਂ ਨੇ। ਇੰਗਲਸ ਨੇ ਕਿਹਾ ਕੌਮਾਂ ਦੀ ਕੁਦਰਤੀ ਸਰਹੱਦਾਂ ਕੀ ਹੁੰਦੀਆਂ ਨੇ, ਵੀ ਕਿਸੇ ਵੀ ਕੌਮ ਦੀ ਜਿਹੜੀ ਕੁਦਰਤੀ ਸਰਹੱਦ ਕੀ ਆ, ਉਹ ਕਹਿੰਦਾ ਭਾਸ਼ਾ ਤੋਂ ਤੈਅ ਹੁੰਦੀ ਆ। ਭਾਸ਼ਾ ਜਿਹੜੀ ਆ ਕਿਸੇ ਵੀ ਕੌਮ ਦੀ ਕੁਦਰਤੀ ਸਰਹੱਦ ਹੁੰਦੀ ਆ। ਇਹਦਾ ਮਤਲਬ ਕੀ ਹੋ ਗਿਆ ਵੀ ਉਸ ਭਾਸ਼ਾ ਦੇ ਲੋਕਾਂ ਨੂੰ ਇੱਕ ਪ੍ਰਸ਼ਾਸਕੀ ਇਕਾਈ ਵਿੱਚ ਹੋਣਾ ਚਾਹੀਦਾ, ਇੱਕ ਸੂਬੇ 'ਚ ਹੋਣਾ ਚਾਹੀਦਾ ਉਹਨਾਂ ਨੂੰ। ਹੁਣ ਆਪਾਂ ਇੰਡੀਆ 'ਚ ਦੇਖੀਏ, ਇੰਡੀਆ ਦੇ ਵਿੱਚ ਤਾਂ ਜਿਹੜੀ ਭਾਰਤ ਦੀ ਬੁਰਜੁਆ ਅੰਗਰੇਜ਼ ਵੀ ਜਿਹੜੇ ਸੀਗੇ, ਅੰਗਰੇਜ਼ ਵੀ ਦੇ ਖਿਲਾਫ ਸੀਗੇ। ਅੰਗਰੇਜ਼ਾਂ ਨੇ ਵੀ ਕੀ ਕੀਤਾ, ਜਿਵੇਂ ਪੰਜਾਬ ਦਾ ਜਿਵੇਂ ਦਿੱਲੀ ਨੂੰ ਨਾਲ ਜੋੜਤਾ ਹੈ, ਉੱਧਰ ਖੈਬਰ ਆਹ ਜਿਹੜੇ ਮਤਲਬ ਖੈਬਰ ਪਖਤੂਨਵਾ ਦਾ ਇਲਾਕਾ, ਬਲੋਚਿਸਤਾਨ ਦਾ ਇਲਾਕਾ, ਕਸ਼ਮੀਰ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਨਾਲ ਹੀ ਸੀਗਾ। ਜਾਣੀ ਜਗੀਰੂ ਰਿਆਸਤਾਂ ਉਦੋਂ ਇਹ ਸੰਕਲਪ ਹੀ ਨਹੀਂ ਹੁੰਦਾ ਕੌਮਾਂ ਕੁੰਮਾਂ ਵਾਲਾ ਕੋਈ। ਜੇ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਸੀਗੀ, ਉਹ ਪੰਜਾਬੀਆਂ ਦੀ ਕੌਮੀ ਰਿਆਸਤ ਥੋੜ੍ਹੀ ਸੀ। ਬਹੁਤ ਲੋਕ ਇੱਥੇ ਖੁਸ਼ ਹੋਈ ਜਾਂਦੇ ਆ ਕਿ ਪੰਜਾਬੀਆਂ ਦਾ ਕੌਮੀ ਰਾਜ ਸੀਗਾ, ਉਹ ਤਾਂ ਇੱਕ ਜਾਬਰ ਜਗੀਰੂ ਰਾਜ ਸੀਗਾ। ਅੰਗਰੇਜ਼ਾਂ ਨੇ ਕੀ ਕੀਤਾ, ਇਹ ਵੰਡਾ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਵੇਂ ਮੰਨ ਲਓ ਹੁਣ ਉੜੀਸਾ ਨੂੰ ਬੰਗਾਲ ਨਾਲ ਬੰਨਿਆ ਹੋਇਆ ਸੀ, ਬਿਹਾਰ ਦਾ ਕੁਛ ਹਿੱਸਾ ਬੰਗਾਲ ਨਾਲ ਬੰਨਿਆ ਹੋਇਆ ਸੀ ਉਹਨਾਂ ਨੇ। ਮਤਲਬ ਅੰਗਰੇਜ਼ਾਂ ਦੇ ਸਮੇਂ ਹੀ ਇਹ ਮੰਗ ਉੱਠੀ ਸਾਡੇ ਦੇਸ਼ ਵਿੱਚ ਕਿ ਭਾਸ਼ਾ ਆਧਾਰਿਤ ਸੂਬੇ ਬਣਾਏ ਜਾਣ। ਭਾਰਤ ਦੀ ਜਿਹੜੀ ਵੱਡੀ ਬੁਰਜੁਆਜੀ ਨੇ ਸ਼ੁਰੂ 'ਚ ਹਮਾਇਤ ਕੀਤੀ, 1927 ਤੋਂ ਵਿਰੋਧ ਕਰਨਾ ਸ਼ੁਰੂ ਕੀਤਾ, ਤੇ ਮੁੜ ਕੇ ਕਦੇ ਵੀ ਇਹਦੀ ਹਮਾਇਤ ਨਹੀਂ ਕੀਤੀ। 47 ਤੋਂ ਬਾਅਦ ਵੀ ਅੱਜ ਤੱਕ ਵੀ ਉਹ ਨਾ, ਜਿਵੇਂ BJP ਆ, RSS ਤੱਕ ਕਦੇ ਵੀ ਨਹੀਂ ਚਾਹੁੰਦੀ ਸੀ ਭਾਸ਼ਾ ਆਧਾਰਿਤ ਸੂਬੇ ਬਣਨ। RSS ਦਾ ਸੀ ਕਿ 4 ਖਿੱਤਿਆਂ 'ਚ ਵੰਡ ਦਿਓ ਦੇਸ਼ ਨੂੰ, 4 ਜ਼ੋਨ ਬਣਾ ਦਿਓ ਇਹਦੇ ਐਡਮਿਨਿਸਟ੍ਰੇਟਿਵ ਪ੍ਰਸ਼ਾਸਕੀ ਜ਼ੋਨ, ਉੱਤੇ ਬਸ ਹਕੂਮਤ ਕਰੋ। ਤੇ BJP ਹੁਣ ਉਸੇ ਦਿਸ਼ਾ ਵਿੱਚ ਵੱਧ ਰਹੀ ਹੈ ਲਗਾਤਾਰ। ਜਿਵੇਂ ਸੂਬਿਆਂ ਦੇ ਜਿਹੜੇ ਹੱਕ ਸੀਗੇ ਮਾੜੇ ਮੋਟੇ ਸੀਗੇ, ਉਹ ਜਿੰਨੇ BJP ਰਾਜ ਵਿੱਚ ਖੋਏ ਗਏ ਆ, ਪਹਿਲਾਂ ਇੰਨੀ ਸਪੀਡ ਨਾਲ ਨਹੀਂ ਖੋਏ ਗਏ। ਜਿਵੇਂ BSF ਲਾਤੇ, ਅੱਧਾ ਪੰਜਾਬ ਤਾਂ BSF ਲੈ ਗਈ। ਜਿਵੇਂ UT ਬਣਾਉਣ ਦੀ ਕੋਈ ਬਹੁਤੀ ਲੋੜ ਨਹੀਂ ਰਹਿ ਗਈ ਹੁਣ ਕੇਂਦਰ ਨੂੰ, ਇਹ UT ਬਣ ਗਿਆ ਇੱਕ ਤਰ੍ਹਾਂ ਦਾ। ਇਹ ਜਿਹੜੀਆਂ ਮਤਲਬ ਬਹੁਤ ਸਾਰੇ ਲੋਕ ਕਹਿੰਦੇ, ਆਪਾਂ ਹੀ ਨਹੀਂ ਕਹਿੰਦੇ, ਬੁਰਜਾ ਉਹ ਨੀਤੀਵਾਨ ਵੀ ਕਹਿੰਦੇ ਕਿ ਜਿਹੜੀਆਂ ਇਹ ਸੂਬਾ ਸਰਕਾਰਾਂ ਦੀ ਮਿਊਨਿਸਪਲ ਕਮੇਟੀਆਂ ਬਣ ਗਈਆਂ, ਇਹਨਾਂ ਕੋਲ ਕੋਈ ਹੱਕ ਨਹੀਂ ਗੇ। ਭਾਸ਼ਾ ਆਧਾਰ ਸੂਬੇ ਬਣਾਉਣਾ, ਭਾਰਤ ਦੇ ਵਿੱਚ ਮਸਲਾ ਜਿਹੜਾ ਭਾਸ਼ਾ ਆਧਾਰ ਸੂਬੇ ਬਣਾਉਣ ਦਾ ਹੱਲ ਨਹੀਂ ਹੈਗਾ। ਇਹ 'ਤੇ ਰੌਲੇ ਪੈਣਗੇ ਭਵਿੱਖ ਦੇ ਵਿੱਚ। ਕੁਝ ਥਾਵਾਂ 'ਤੇ ਜਿਹੜੇ ਤਕੜੇ ਸੀਗੇ ਲੋਕ, ਉਹਨਾਂ ਨੇ ਹੱਲ ਕਰਾ ਲਏ, ਮਹਾਰਾਸ਼ਟਰ ਨੇ ਹੱਲ ਕਰਾ ਲਿਆ। ਹੁਣ ਬੰਬਈ ਸੀਗਾ, ਬੰਬੇ ਜਿਹੜੀ ਗੁਜਰਾਤੀ ਬੁਰਜੁਆਜੀ ਦਾ ਗੜ੍ਹ ਆ, ਉਹ ਬੰਬੇ ਨੂੰ ਦੇਣਾ ਨਹੀਂ ਚਾਹੁੰਦੇ ਮਰਾਠਿਆਂ ਨੂੰ। ਉਹ ਮਰਾਠੇ ਲੜੇ, 50 ਬੰਦੇ ਸ਼ਹੀਦ ਕਰਾ, ਉਹਨੂੰ ਬੰਬੇ ਲੈ ਲਿਆ। ਹੈ ਆਪਣੇ ਤੋਂ ਲੈ ਨਹੀਂ ਹੋਇਆ ਪੰਜਾਬੀਆਂ ਤੋਂ। ਹੈ ਜਿੰਨਾ ਕੁ ਪੰਜਾਬ ਇਹ ਆ, ਲਗਭਗ ਇੰਨਾ ਕਿ ਤਾਂ ਹਿਮਾਚਲ, ਹਰਿਆਣੇ ਤੇ ਜੰਮੂ 'ਚ ਪਿਆ। ਉਹੀ ਭਾਸ਼ਾ ਬੋਲਦੇ ਆ। ਉਹ ਵੱਢ ਟੁੱਕਤਾ, ਨਿੱਕਾ ਜਿਹਾ ਬਣਾਤਾ ਇਹਨੂੰ। ਮਤਲਬ ਫਿਰ ਕਹਿੰਦੇ ਤੁਸੀਂ ਜ਼ਿਆਦਾ ਭਾਵੁਕ ਹੋ ਜਾਂਦੇ ਹੋ ਨਾ। ਪਹਿਲਾਂ 47 'ਚ ਉੱਧਰ ਚੱਲ ਗਿਆ ਪੌਣਾ ਕੁ ਪੰਜਾਬ, ਜਿਹੜਾ ਰਹਿ ਗਿਆ ਇਹਨੂੰ ਵੀ ਹੁਣ ਵਿੱਚ ਦੀ ਇਹ ਵੀ ਗੱਲਾਂ ਚੱਲੀਆਂ, ਪਠਾਨਕੋਟ ਵੀ ਕਹਿੰਦੇ ਉੱਧਰ ਜੋੜ ਕੇ ਇੱਕ ਵੱਖਰਾ ਸੂਬਾ ਬਣਾ ਦੇਣਾ। ਉਹ 'ਚ ਪਤਾ ਨਹੀਂ ਕਿੰਨੀ ਸੱਚਾਈ ਹੈ। ਚਲੋ ਜਿਹੜੀ ਭਾਸ਼ਾ ਆਧਾਰਿਤ ਸੂਬੇ ਬਣਾਉਣੇ, ਇਹ ਮਾਰਕਸਵਾਦੀ ਲੈਨਨਵਾਦੀ ਪੋਜੀਸ਼ਨ ਆ।
ਮਾਰਕਸ ਨੇ ਇਹਦੀ ਹਮਾਇਤ ਕੀਤੀ, ਇੰਗਲਸ ਨੇ ਹਮਾਇਤ ਕੀਤੀ, ਲੈਨਨ ਨੇ ਹਮਾਇਤ ਕੀਤੀ, ਸਟਾਲਿਨ ਨੇ ਇਹਦੀ ਹਮਾਇਤ ਕੀਤੀ। ਮਾਓ ਨੂੰ ਹਮਾਇਤ ਕਰਨ ਦੀ ਲੋੜ ਨਹੀਂ ਪਈ ਕਿਉਂਕਿ ਇਹਨਾਂ ਨੇ ਸਾਰਾ ਕੁਝ ਕਰ ਹੀ ਦਿੱਤਾ ਸੀਗਾ, ਹੈ ਨਾ। ਫਿਰ ਉਹਨੂੰ ਹੁਣ ਉਹੀ ਗੱਲਾਂ ਬੰਦਾ ਕਰੀ ਜਾਵੇ, ਹੁਣ ਆਪਾਂ ਨੂੰ ਤਾਂ ਕਰਨੀਆਂ ਪੈਂਦੀਆਂ, ਕੋਈ ਸਾਡੇ 'ਚ ਮਸਲਾ ਹੈ ਨਹੀਂ ਤਾਂ ਆਪਾਂ ਨੂੰ ਗੱਲ ਕਰਨੀ ਪੈਂਦੀ ਹੈ। ਲੈਨਨ ਕਹਿੰਦਾ ਸਮੁੱਚਾ ਕੌਮੀ ਜ਼ਬਰ ਖਤਮ ਕਰਨ ਲਈ ਇੱਕ ਰੂਪੀ ਵਸੋਂ ਵਾਲੇ ਖੁਦਮੁਖਤਿਆਰ ਇਲਾਕੇ ਸਿਰਜਣਾ ਬਹੁਤ ਅਹਿਮ ਹੈ, ਭਾਵੇਂ ਉਹ ਕਿੰਨੇ ਵੀ ਛੋਟੇ ਹੋਣ, ਪਰ ਇੱਕ ਭਾਸ਼ਾ ਦੇ ਲੋਕਾਂ ਨੂੰ ਇੱਕ ਥਾਂ ਰੱਖਣਾ ਜ਼ਰੂਰੀ ਹੈ। ਉੱਥੇ ਸਾਰਾ ਕੰਮ ਕਰ ਉਨੀ ਭਾਸ਼ਾ ਵਿੱਚ ਹੋਣਾ ਚਾਹੀਦਾ। ਫਿਰ ਜਿਵੇਂ ਇਹ ਜਿਹੜੇ ਵਾਅਦੇ ਸੀ ਨਾ, ਮਤਲਬ 1903 ਦੇ ਵਿੱਚ ਜਿਹੜੀ ਬੋਲਸ਼ਿਕ ਪਾਰਟੀ ਸੀਗੀ, ਸ਼ਾਇਦ ਪੱਕਾ ਨਹੀਂ ਮੈਂ ਕਹਿ ਸਕਦਾ, ਸ਼ਾਇਦ ਦੁਨੀਆ ਦੀ ਪਹਿਲੀ ਪਾਰਟੀ ਸੀਗੀ ਜਿਹਨੇ ਆਪਣੇ ਪ੍ਰੋਗਰਾਮ ਦੇ ਵਿੱਚ ਕੌਮਾਂ ਦਾ ਆਪਾ ਨਿਰਣੇ ਦੇ ਮੱਦ ਸ਼ਾਮਲ ਕੀਤੀ ਸੀ। ਉਹ ਤਾਂ 8ਵੀਂ, ਉਹ 'ਤੇ ਰੋਜ਼ਾ ਲਕਜ਼ਮਬਰਗ ਨੂੰ ਬਹੁਤ ਇਤਰਾਜ਼ ਸੀਗਾ, ਉਹਨੇ ਕਾਫੀ ਬਹਿਸ ਵੀ ਚਲਾਈ ਇਸ ਮਸਲੇ 'ਤੇ। ਸਟਾਲਿਨ ਨੇ ਲਿਖਿਆ, ਕਹਿੰਦਾ 1912 ਦੇ ਵਿੱਚ ਅਸੀਂ ਪਹਿਲਾ ਕੌਮੀ ਪ੍ਰੋਗਰਾਮ ਤਿਆਰ ਕੀਤਾ, ਉਦੋਂ ਸਾਡੇ ਦੇਸ਼ 'ਚ ਕੋਈ ਕੌਮੀ ਲਹਿਰਾਂ ਨਹੀਂ ਸੀਗੀਆਂ, ਪਰ ਅਸੀਂ ਕਹਿੰਦਾ ਆਉਣ ਵਾਲੇ ਸਮੇਂ ਨੂੰ ਧਿਆਨ 'ਚ ਰੱਖ ਕੇ ਲਿਖਿਆ ਵੀ ਜੇ ਇਹ ਇੱਦਾਂ ਦਾ ਕੁਛ ਹੈਗਾ, ਮਸਲਾ ਬਹੁਤ ਕਮੀ ਹੈ ਅਤੇ ਲਹਿਰਾਂ ਖੜੀਆਂ ਹੋ ਜਾਣਗੀਆਂ, ਉੱਠ ਖੜੀਆਂ ਹੋਣਗੀਆਂ, ਅਤੇ 17 ਵਿੱਚ ਉੱਠ ਖੜੀਆਂ ਹੋਣਗੀਆਂ ਲਹਿਰਾਂ। ਉੱਥੇ ਬਹੁਤ ਵੱਡੀ ਸਮੱਸਿਆ ਬਣ ਗਈ ਸੀ ਇਹ। ਬੋਲਸ਼ਿਕ ਪਾਰਟੀ ਨੇ ਉਹਨਾਂ ਕੌਮਾਂ ਨਾਲ ਜੋ ਵਾਅਦੇ ਕੀਤੇ ਸੀਗੇ ਉਹ ਪੂਰੇ ਕੀਤੇ ਉਹਨਾਂ ਨੇ। ਜਿਵੇਂ ਇਹ ਸੀਗਾ ਭਾਸ਼ਾ ਆਧਾਰਿਤ ਖਿੱਤੇ ਬਣਾਉਣਾ, ਭਾਸ਼ਾ ਆਧਾਰਿਤ ਉਹਨੇ ਖਿੱਤੇ ਬਣਾਏ। ਜਿਵੇਂ ਜਦੋਂ ਭਾਸ਼ਾ ਆਧਾਰਿਤ ਖਿੱਤੇ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਵਿੱਚ ਸ਼ਹਿਰਾਂ ਦਾ ਮਸਲਾ ਇੱਕ ਆਉਂਦਾ। ਜਿਵੇਂ ਸ਼ਹਿਰ ਜਿਹੜਾ ਹੁੰਦਾ, ਹੁਣ ਜਿਹੜੇ ਸ਼ਹਿਰ ਹੁੰਦੇ ਆ, ਜੋ ਸਰਮਾਏਦਾਰੀ ਹੋਂਦ ਵਿੱਚ ਆਉਂਦੀ ਆ ਤਾਂ ਲੋਕਾਂ ਨੂੰ ਸ਼ਹਿਰਾਂ ਵਿੱਚ ਲੈ ਕੇ ਆਉਂਦੀ ਆ। ਸ਼ਹਿਰ ਜਿਹੜੇ ਹੁੰਦੇ ਇੱਕ ਭਾਸ਼ੀ ਨਹੀਂ ਹੁੰਦੇ, ਇੱਕ ਕੌਮੀ ਨਹੀਂ ਹੁੰਦੇ, ਉਹ 'ਚ ਅਲੱਗ-ਅਲੱਗ ਕੌਮਾਂ ਦੇ ਲੋਕ ਆ ਕੇ ਵੱਸਦੇ ਆ। ਜਿਵੇਂ ਚੰਡੀਗੜ੍ਹ ਦੀ ਆਪਾਂ ਗੱਲ ਕਰੀਏ, ਬੰਬੇ ਦੀ ਗੱਲ ਕਰੀਏ, ਬੰਬਈ ਵਿੱਚ ਜਿਹੜੇ ਮਰਾਠੇ ਨੇ ਉਹ 45% ਨੇ, 55% ਜਿਹੜੇ ਨੇ ਗੈਰ ਮਰਾਠੇ ਨੇ। ਦਿੱਲੀ ਦੀ ਗੱਲ ਕਰੀਏ, ਦਿੱਲੀ 'ਚ ਤਾਂ ਸਾਰੀਆਂ ਕੌਮਾਂ ਹੀ ਵੱਸਦੀਆਂ ਨੇ। ਹੁਣ ਲੈਨਨ ਕਹਿੰਦਾ ਇਹਨਾਂ ਦਾ ਕੀ ਕਰਾਂਗੇ ਫਿਰ, ਇਹਨਾਂ ਸ਼ਹਿਰਾਂ ਦਾ ਕੀ ਕੀਤਾ ਜਾਵੇ। ਲੈਨਨ ਨੇ ਸਪਸ਼ਟ ਨੀਤੀ ਸੀਗੀ, ਇਹ ਉਹਨਾਂ ਨੂੰ ਦੇ ਦਿੱਤੇ ਜਾਣ ਜਿਹੜਾ ਆਲੇ ਦੁਆਲੇ ਇਹਦੇ ਇਲਾਕਾ ਹੈ ਨਾ। ਸਮਝੀਏ ਗੱਲ ਕਿ ਨਹੀਂ। ਜੇ ਹੁਣ ਚੰਡੀਗੜ੍ਹ ਆ, ਜੇ ਚੰਡੀਗੜ੍ਹ ਦੇ ਆਸੇ-ਪਾਸੇ ਬੰਗਾਲੀ ਇਲਾਕਾ ਹੁੰਦਾ ਜਾਂ ਕੋਈ ਹੋਰ ਇਲਾਕਾ ਹੁੰਦਾ ਤਾਂ ਉਹਨਾਂ ਦਾ ਬਣਨਾ ਸੀਗਾ। ਜੇ ਚੰਡੀਗੜ੍ਹ ਦੇ ਆਸੇ-ਪਾਸੇ ਪੰਜਾਬੀ ਇਲਾਕਾ ਤਾਂ ਪੰਜਾਬ ਦਾ ਬਸ ਗੱਲ ਖਤਮ। ਬੰਬੇ ਆ, ਬੰਬੇ ਵੀ ਇਹੀ ਨੀਤੀ ਸੀਗੀ ਕਿਉਂਕਿ ਮਰਾਠਾ ਇਲਾਕਾ ਸੀ, ਮਰਾਠਿਆਂ ਦਾ ਹੋ ਗਿਆ ਉਹ। ਇੱਦਾਂ ਦੀ ਇੱਕ ਉਦਾਹਰਨ ਸੀਗੀ ਜਿਹੜੀ ਤਿਬਲਿਸੀ ਇੱਕ ਸ਼ਹਿਰ ਹੈ, ਉਹਨੂੰ ਤਿਫਲਿਸ ਵੀ ਕਹਿੰਦੇ, ਤਿਬਲਿਸੀ ਵੀ ਕਹਿੰਦੇ ਆ। ਅੱਜ ਕੱਲ੍ਹ ਜਾਰਜੀਆ ਦੀ ਰਾਜਧਾਨੀ ਹੈ ਤਿਬਲਿਸੀ ਸ਼ਹਿਰ ਦੇ ਵਿੱਚ ਅਰਮੀਨੀਆਈ ਲੋਕਾਂ ਦੀ ਬਹੁਤ ਗਿਣਤੀ ਸੀਗੀ, ਜਾਰਜੀਆ ਲੋਕਾਂ ਦੀ ਘੱਟ ਸੀਗੀ, ਪਰ ਜਿਹੜਾ ਤਿਬਲਿਸੀ ਸੀਗਾ ਉਹ ਸੀਗਾ ਜਾਰਜੀਆ ਇਲਾਕੇ ਵਿੱਚ। ਫਿਰ ਉਹ ਪਾਰਟੀ ਨੇ, ਬੋਲਸ਼ਿਕ ਪਾਰਟੀ ਨੇ, ਜਿੱਥੋਂ ਨੇ ਉਹ ਜਾਰਜੀਅਨ ਦਿੱਤਾ ਗਿਆ। ਉਹਦੀ ਬਹੁ ਗਿਣਤੀ ਤਾਂ ਨਹੀਂ ਵੀ ਬਹੁ ਗਿਣਤੀ ਉੱਥੇ ਕੁਛ ਹੋਰ ਲੋਕਾਂ ਦੀ ਕਿਸੇ ਹੋਰ ਨੂੰ ਦੇ ਦਿਓ, ਇਹ ਨੀਤੀ ਨਹੀਂ ਸੀ ਪਾਰਟੀ ਦੀ। ਵੀ ਜਿਹੜਾ ਉਹਦੇ ਆਸੇ-ਪਾਸੇ ਇਲਾਕਾ ਆ, ਜਿਹੜਾ ਆਰਥਿਕ ਤੌਰ 'ਤੇ ਉੱਤੇ ਨਿਰਭਰ ਆ, ਉਹ ਸ਼ਹਿਰ ਉਹਨਾਂ ਦਾ ਹੋਣਾ ਚਾਹੀਦਾ। ਅਤੇ ਇਸ ਤਰ੍ਹਾਂ ਦਾ ਕੀਤਾ ਗਿਆ ਉਹਨਾਂ ਨੇ। ਜਿੰਨੀਆਂ ਉਹਨੇ 15 ਤਾਂ ਗਣਰਾਜ ਬਣਾਏ, ਸੋਵੀਅਤ ਯੂਨੀਅਨ ਦੇ ਵਿੱਚ 15 ਗਣਰਾਜ ਬਣਾਏ ਜਿਹੜੇ ਸਮਾਜਵਾਦੀ ਗਣਰਾਜ ਸੀਗੇ, ਉਹ ਭਾਸ਼ਾ ਆਧਾਰਿਤ ਬਣਾਏ ਵੀ ਇੱਕ ਭਾਸ਼ਾ ਦੇ ਲੋਕਾਂ ਨੂੰ ਇੱਕ ਥਾਂ ਰੱਖਣਾ। ਠੀਕ, ਉੱਥੇ ਸਾਰਾ ਕੰਮਕਾਰ, ਪੜ੍ਹਾਈ, ਪ੍ਰਸ਼ਾਸਨ ਸਾਰਾ ਉਹਨਾਂ ਦੀ ਭਾਸ਼ਾਵਾਂ ਵਿੱਚ ਸੀਗਾ। ਠੀਕ, ਫਿਰ ਦੂਸਰੀ ਗੱਲ, ਜਿਹੜੇ ਕੌਮੀ ਘੱਟ ਗਿਣਤੀਆਂ ਹੁੰਦੀਆਂ ਉਹਨਾਂ ਦਾ ਕੀ ਕੀਤਾ ਜਾਵੇ। ਜਿਵੇਂ ਕੋਈ ਵੀ ਖਿੱਤਾ ਅੱਜ ਦੁਨੀਆ ਵਿੱਚ ਅਜਿਹਾ ਨਹੀਂ ਹੈਗਾ ਜਿੱਥੇ ਸਿਰਫ ਇੱਕ ਭਾਸ਼ਾ ਦੇ ਲੋਕ ਵੱਸਦੇ ਹੋਣ। ਕੌਮੀ ਘੱਟ ਗਿਣਤੀਆਂ ਕਿਹਨੂੰ ਕਹਿੰਦੇ ਆਪਾਂ, ਜਿਨ੍ਹਾਂ ਦਾ ਕੋਈ ਇਲਾਕਾ ਨਹੀਂ ਗਾ। ਜਿਵੇਂ ਸਾਡੇ ਆਪਣੇ ਪੰਜਾਬ ਦੇ ਵਿੱਚ ਬਿਹਾਰ ਦੇ ਲੋਕ ਨੇ, ਯੂਪੀ ਦੇ ਲੋਕ ਨੇ, ਪਰ ਉਹ ਕਿਸੇ ਇੱਕ ਇਲਾਕੇ 'ਚ, ਇੱਕ ਜ਼ਿਲ੍ਹੇ 'ਚ ਨਹੀਂ ਵੱਸਦੇ। ਉਹ ਥੋੜ੍ਹੇ ਜਿਹੇ ਕਿਤੇ, ਉਹਨਾਂ ਦਾ ਕੋਈ ਇਲਾਕਾ ਨਹੀਂ ਗਾ। ਇੱਕ ਭਾਸ਼ਾ ਵੀ ਅਲੱਗ-ਅਲੱਗ ਬੋਲਦੇ ਨੇ ਉਹ, ਸਮਝੇ। ਜੇ ਕੋਈ ਇੱਕ ਹੀ ਭਾਸ਼ਾ ਬੋਲਣ ਵਾਲੇ ਲੋਕ ਆ ਕਿਸੇ ਦੂਜੇ ਕੌਮੀ ਖਿੱਤੇ 'ਚ ਇੱਕ ਹੀ ਥਾਂ ਵੱਸ ਜਾਣ ਤੱਕ ਕੌਮ ਬਣ ਜਾਂਦੇ ਆ। ਜਿਵੇਂ ਨੇਪਾਲ ਦੇ ਗੋਰਖੇ ਬੰਗਾਲ 'ਚ ਬਣ ਗਏ, ਫਰਾਂਸ ਦੇ ਪ੍ਰਵਾਸੀ ਜਿਹੜੇ ਆ ਕਿਊਬੈਕ 'ਚ ਜਾ ਕੇ ਕੌਮ ਬਣ ਗਏ, ਪਰ ਫਰਾਂਸੀਸੀ ਕੌਮ ਨਹੀਂ, ਵੱਖਰੀ ਕੌਮ ਆ ਉਹ, ਹੈ ਨਾ। ਉਹ ਕਿਊਬੈਕ ਲੋਕਾਂ ਦੀ ਕੌਮ ਆ, ਉਹ ਬੋਲਦੇ ਫਰਾਂਸੀਸੀ ਆ। ਹੁਣ ਕੌਮੀ ਘੱਟ ਗਿਣਤੀ ਕੀ ਹੁੰਦੀ ਹੈ? ਕੌਮੀ ਘੱਟ ਗਿਣਤੀ ਹੁੰਦੀ ਜਿਹਨਾਂ ਕੋਲ ਆਪਣਾ ਖਿੱਤਾ ਨਾ ਹੋਵੇ, ਉਹ ਕਿਸੇ ਦੂਜੀ ਭਾਸ਼ਾ ਦੇ ਲੋਕਾਂ ਦੇ ਖਿੱਤੇ ਵਿੱਚ ਵੱਸਦੇ ਹੋਣ। ਇਹਨਾਂ ਦੀ ਹੋਣੀ ਕੀ ਹੁੰਦੀ ਆ? ਇਹਨਾਂ ਦੀ ਹੋਣੀ ਇਹ ਹੁੰਦੀ ਹੈ ਹੌਲੀ ਹੌਲੀ ਇਹਨਾਂ ਨੇ ਬਹੁਤ ਗਿਣਤੀ ਖਿੱਤੇ ਵਿੱਚ ਵੱਸ ਜਾਣਾ ਹੁੰਦਾ। ਜਿਵੇਂ ਸਾਡੇ ਪੰਜਾਬੀ ਨੇ, ਉਹ ਕੈਨੇਡਾ ਗਏ ਨੇ, ਯੂਰਪ ਕਿਤੇ ਗਏ ਨੇ, ਉਹਨਾਂ ਦੀ ਜਿਹੜੀ ਨਵੀਂ ਪੀੜ੍ਹੀ ਉੱਥੋਂ ਦੀ ਹੋ ਜਾਂਦੀ ਆ, ਉਹ ਪੰਜਾਬੀ ਨਹੀਂ ਰਹਿ ਜਾਂਦੀ। ਇਵੇਂ ਯੂਪੀ ਬਿਹਾਰ ਦੇ ਜਿਹੜੇ ਲੋਕ ਜਾਂ ਹੋਰਾਂ ਥਾਵਾਂ 'ਤੇ ਪੰਜਾਬ ਵਿੱਚ ਆਉਂਦੇ ਆ, ਉਹਨਾਂ ਦੀ ਨਵੀਂ ਪੀੜ੍ਹੀ ਪੰਜਾਬੀ ਹੋ ਜਾਂਦੀ ਆ। ਪਰ ਜਦ ਤੱਕ ਹੈਗੇ ਨੇ, ਸੋਵੀਅਤ ਜਿਹੜੀ ਪਾਰਟੀ ਸੀ, ਸੋਵੀਅਤ ਸਿਸਟਮ ਸੀ ਜਿਹੜਾ, ਉਹਨਾਂ ਨੇ ਘੱਟ ਗਿਣਤੀਆਂ ਦੇ ਭਾਸ਼ਾਈ ਅਤੇ ਸੱਭਿਆਚਾਰਕ ਦੀ ਰਾਖੀ ਲਈ ਕਾਨੂੰਨ ਬਣਾਇਆ ਕਿ ਉਹਨਾਂ 'ਤੇ ਉੱਥੋਂ ਦੀ ਭਾਸ਼ਾ ਨਹੀਂ ਥੋਪੀ ਜਾਣੀ ਚਾਹੀਦੀ। ਜਿਵੇਂ ਪੰਜਾਬ ਦੇ ਵਿੱਚ ਕੋਈ ਭੋਜਪੁਰੀ ਬੋਲਣ ਵਾਲਾ ਬੰਦਾ, ਕੋਈ ਬੰਗਲਾ ਬੋਲਣ ਵਾਲਾ, ਤਾਂ ਉੱਥੇ ਪੰਜਾਬੀ ਨਹੀਂ ਥੋਪੀ ਜਾਣੀ ਚਾਹੀਦੀ। ਉਸ ਬੱਚੇ ਨੂੰ ਜਿਹਦੇ ਘਰ 'ਚ ਬੰਗਲਾ ਬੋਲੀ ਜਾਂਦੀ ਆ, ਉਹਨੂੰ ਬੰਗਾਲੀ ਵਿੱਚ ਪੜ੍ਹਨ ਦਾ ਹੱਕ ਹੋਣਾ ਚਾਹੀਦਾ। ਲੈਨਨ ਤਾਂ ਇੱਥੋਂ ਦਾ ਕਿਹਾ ਕਿ ਜੇ ਮਾਸਕੋ ਦੇ ਵਿੱਚ ਇੱਕ ਜਾਰਜੀਆਈ ਬੱਚਾ ਪੜ੍ਹਦਾ ਤਾਂ ਇੱਕ ਬੱਚੇ ਦੇ ਲਈ ਵੀ ਸਾਨੂੰ ਟੀਚਰ ਰੱਖਣਾ ਚਾਹੀਦਾ। ਕੁਛ ਲੋਕ ਇਹ ਮੰਗ ਕਰਦੇ ਸੀਗੇ,
ਉਹ ਕਹਿੰਦੇ ਅਲੱਗ-ਅਲੱਗ ਕੌਮਾਂ ਦੇ ਅਲੱਗ-ਅਲੱਗ ਸਕੂਲ ਹੋਣੇ ਚਾਹੀਦੇ ਆ। ਲੈਨਨ ਨੇ ਇਸ ਗੱਲ ਦਾ ਵਿਰੋਧ ਕੀਤਾ, ਅਲੱਗ-ਅਲੱਗ ਸਕੂਲ ਨਹੀਂ ਹੋਣੇ ਚਾਹੀਦੇ, ਸਕੂਲ ਇੱਕ ਹੀ ਹੋਣਾ ਚਾਹੀਦਾ। ਉਹਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਪੜ੍ਹਾਈ ਹੋਣੀ ਚਾਹੀਦੀ ਆ। ਇਹ ਕੌਮੀ ਘੱਟ ਗਿਣਤੀ ਦਾ ਮਸਲਾ ਇਸ ਤਰ੍ਹਾਂ ਹੱਲ ਕੀਤਾ ਜਾਊਗਾ। ਦੂਸਰੀ ਗੱਲ, ਜੇ ਪੰਜਾਬ ਮੰਨ ਲਓ ਜਾਂ ਕਹਿ ਲਓ ਗੋਰਖਾਲੈਂਡ ਹੈ, ਗੋਰਖਾਲੈਂਡ ਦੀ ਮੰਗ ਉੱਠ ਰਹੀ ਹੈ ਨਾ। ਗੋਰਖੇ ਕੌਣ ਨੇ? ਨੇਪਾਲ ਤੋਂ ਆਏ ਮਜ਼ਦੂਰ ਨੇ। ਉਹ ਇੱਕ ਹੀ ਥਾਂ ਬਸ ਕੇ ਉਹਨਾਂ ਨੂੰ ਸਭ ਕੁਝ ਹੋ ਗਿਆ। ਜਿਹੜੇ ਕੌਮ ਦੇ ਚਾਰੇ ਫੀਚਰ ਹੋ ਗਏ ਉਹਨਾਂ ਕੋਲੇ, ਭਾਸ਼ਾ ਵੀ ਆਪਣੀ ਆ, ਇੱਕ ਖਿੱਤਾ ਵੀ ਹੋ ਗਿਆ ਉਹਨਾਂ ਦਾ, ਅਰਥਚਾਰਾ ਵੀ ਸਾਂਝਾ, ਉਹਨਾਂ ਦਾ ਸੱਭਿਆਚਾਰ ਵੀ ਸਾਂਝਾ, ਇੱਕ ਵੱਖਰੀ ਕੌਮ ਬਣ ਗਏ। ਅਜਿਹੀ ਕੌਮ ਜੇ ਤਾਂ ਬਹੁਤ ਛੋਟੀ ਹੈ, ਬਹੁਤ ਨਾਮ ਮਾਤਰ ਲੋਕ ਨੇ, ਫੇਰ ਤਾਂ ਉਹਨਾਂ ਦੇ ਬਣਦਾ ਸੀ ਖੁਦ ਮੁਖਤਿਆਰ ਖਿੱਤਾ, ਉਹਨੂੰ ਕਹਿੰਦੇ ਖੁਦ ਮੁਖਤਿਆਰ ਖਿੱਤਾ, ਆਟੋਨੋਮਸ ਰੀਜਨ। ਉੱਥੇ ਸਾਰਾ ਕੰਮਕਾਰ ਪ੍ਰਸ਼ਾਸਨ ਉਹਨਾਂ ਦੀ ਭਾਸ਼ਾ ਵਿੱਚ ਚੱਲਦਾ ਸੀਗਾ। ਪਰ ਖੁਦ ਮੁਖਤਿਆਰ ਖਿੱਤੇ ਨੂੰ ਆਪਾਂ ਨਿਰਣੇ ਦਾ ਹੱਕ ਨਹੀਂ ਸੀ ਹੁੰਦਾ। ਆਪਾਂ ਨਿਰਣੇ ਦਾ ਹੱਕ ਇਹਨੂੰ ਸੀਗਾ ਸਮਾਜਵਾਦੀ ਗਣਰਾਜ ਨੂੰ। ਸਮਝੇ? ਮੰਨ ਲਓ ਹੁਣ ਤਾਂ ਗੋਰਖੇ ਤਾਂ ਕਾਫੀ ਵੱਡੀ ਗਿਣਤੀ 'ਚ ਨੇ, ਮੰਨ ਲਓ ਬਹੁਤ ਥੋੜ੍ਹੇ, ਮਤਲਬ ਕੋਈ 50,000 ਗੋਰਖੇ ਨੇਪਾਲੀ ਉੱਥੇ ਹੁੰਦੇ ਬੰਗਾਲ ਦੇ ਵਿੱਚ, ਉਹਦਾ ਖੁਦ ਮੁਖਤਿਆਰ ਖਿੱਤਾ ਬਣਦਾ। ਹੁਣ ਇਸ ਖੁਦ ਮੁਖਤਿਆਰ ਖਿੱਤੇ ਨੂੰ ਅਲੱਗ ਹੋਣ ਦਾ ਹੱਕ ਨਹੀਂਗਾ, ਆਪਾਂ ਦੇਣ ਦਾ ਹੱਕ ਨਹੀਂਗਾ, ਠੀਕ। ਪਰ ਉੱਥੇ ਕੰਮ ਕਰ ਸਾਰਾ ਉਹਦੀ ਭਾਸ਼ਾ 'ਚ ਹੁੰਦਾ। ਆਪਾਂ ਦੇਣ ਦਾ ਹੱਕ ਇਹਨੂੰ ਬੰਗਾਲ ਨੂੰ। ਹੁਣ ਜੇ ਬੰਗਾਲ ਭਾਰਤ ਤੋਂ ਅਲੱਗ ਹੋਊਗਾ, ਇਹ ਮੈਂ ਕਲਪਨਾ ਕਰ ਰਿਹਾ, ਸਮਾਜਵਾਦੀ ਗੱਲ ਕਰ ਰਿਹਾ, ਤਾਂ ਜਿਹੜਾ ਆਟੋਨੋਮਸ ਰੀਜਨ ਹੈ ਉਹਦੇ ਨਾਲ ਹੀ ਜਾਊਗਾ, ਕਿਉਂਕਿ ਉਹਦੇ ਅੰਦਰ ਆ। ਇਸ ਤਰ੍ਹਾਂ ਉਹਨਾਂ ਨੇ ਇੱਕ ਸਿਸਟਮ ਬਣਾਇਆ, ਇਸ ਤਰ੍ਹਾਂ ਉਹਨਾਂ ਨੇ ਇਹ ਕੌਮੀ ਮਸਲਾ ਹੱਲ ਕੀਤਾ। ਕਿਵੇਂ ਕੀਤਾ? ਕੋਈ ਵੀ ਇੱਕ ਬਹੁ ਕੌਮੀ ਦੇਸ਼ ਵਿੱਚ ਕੋਈ ਵੀ ਇੱਕ ਭਾਸ਼ਾ ਜਿਹੜੀ ਆ ਉਹਦਾ ਦਬਦਬਾ ਨਹੀਂ ਹੋਊਗਾ, ਕੋਈ ਇੱਕ ਸਰਕਾਰੀ ਭਾਸ਼ਾ ਨਹੀਂ ਹੋਊਗੀ, ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਦਾ ਦਰਜਾ ਹੋਊਗਾ, ਸਾਰੀਆਂ ਲੋਕਾਂ ਦੀ ਭਾਸ਼ਾਵਾਂ ਵਿੱਚ ਕੰਮ ਹੋਊਗਾ, ਕਿਸੇ ਇੱਕ ਭਾਸ਼ਾ ਨੂੰ ਵਿਸ਼ੇਸ਼ ਦਰਜਾ ਨਹੀਂਗਾ। ਭਾਸ਼ਾ ਆਧਾਰਿਤ ਖਿੱਤੇ ਬਣਾਏ ਉਹਨਾਂ ਨੇ। ਸਾਰੀਆਂ ਕੌਮਾਂ ਨੂੰ ਆਪਾਂ ਦੇਣ ਦਾ ਹੱਕ ਦਿੱਤਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਕਦੇ ਵੀ ਇਸ ਯੂਨੀਅਨ ਤੋਂ ਅਲੱਗ ਹੋ ਸਕਦੇ ਹੋ, ਤੁਹਾਨੂੰ ਹੱਕ ਹੈ, ਠੀਕ। ਜਿਹੜਾ ਸਟੇਟ ਸਟਰਕਚਰ ਸੀਗਾ ਉਹ ਫੈਡਰਲ ਸੀਗਾ। ਭਾਸ਼ਾਵਾਂ ਦੀ ਗੱਲ ਹੈ, ਜਿਵੇਂ ਸਾਡੇ ਤਾਂ ਕਹਿੰਦੇ ਵੀ ਫਲਾਨੀ ਭਾਸ਼ਾ ਮਰ ਜਾਣ ਦਿਓ, ਉਹਨਾਂ ਦੇ ਸੀ ਨਾ ਮਤਲਬ ਅਲੱਗ-ਅਲੱਗ ਕੌਮਾਂ ਦੀ। ਜਿਵੇਂ ਉੱਥੇ ਕੀ ਸੀ ਨਾ, 182 ਨਿੱਕੀਆਂ ਵੱਡੀਆਂ ਕੌਮੀਅਤਾਂ ਸੀਗੀਆਂ ਤੇ 149 ਭਾਸ਼ਾਵਾਂ ਸੀ ਉਹਨਾਂ ਦੀਆਂ। ਹੁਣ 182 ਕੌਮਾਂ 149 ਭਾਸ਼ਾਵਾਂ ਕਿਵੇਂ ਬੋਲਦੀਆਂ ਨੇ? ਉਹ ਇਸ ਤਰ੍ਹਾਂ ਬੋਲਦੇ ਨੇ, ਇੱਕ ਭਾਸ਼ਾ ਦੇ ਲੋਕ, ਜਿਵੇਂ ਸਾਡੇ ਊਧਮ ਸਿੰਘ ਨਗਰ 'ਚ ਵਸ ਗਏ ਪੰਜਾਬੀ, ਉਹ ਪੰਜਾਬੀ ਨਹੀਂ ਗਏ, ਪੰਜਾਬੀ ਕੌਮ ਦਾ ਅੰਗ ਨਹੀਂ ਗਏ, ਕਿਉਂਕਿ ਸਾਡਾ ਖਿੱਤਾ ਸਾਂਝਾ ਨਹੀਂ ਗਾ ਨਾ, ਉਹ ਇੱਕ ਵੱਖਰੀ ਕੌਮ ਬਣਦੇ ਆ, ਠੀਕ। ਇਸ ਤਰ੍ਹਾਂ ਅਸੀਂ ਉੱਥੇ 182 ਭਾਸ਼ਾਵਾਂ ਸੀਗੀਆਂ, ਕੌਮਾਂ ਸੀਗੀਆਂ 149। ਉਹਨਾਂ 'ਚ ਕਈ ਕੌਮਾਂ ਅਜਿਹੀਆਂ ਸੀਗੀਆਂ ਜਿਨ੍ਹਾਂ ਦੇ ਵਸਿੰਦੇ ਬਹੁਤ ਥੋੜ੍ਹੇ ਸੀਗੇ। ਇੱਕ ਐਸਕੀਮੋ ਨਾਂ ਦੀ ਕੌਮ ਸੀਗੀ, ਉਹਦੇ 1500 ਬੰਦਾ ਸੀ, ਉਹਦਾ 1500 ਲੋਕ ਜਿਹੜੇ ਸੀਗੇ ਉਹ ਇਹ ਭਾਸ਼ਾ ਬੋਲਦੇ ਸੀਗੇ। ਉਹਨਾਂ ਕੋਲ ਲਿਪੀ ਨਹੀਂ ਸੀਗੀ, ਤਾਂ ਸੋਵੀਅਤ ਪਾਰਟੀ ਨੂੰ ਲਿਪੀ ਪ੍ਰੋਵਾਈਡ ਕਰਾਈ ਵੀ ਤੁਹਾਡੀ ਭਾਸ਼ਾ ਵੀ ਲਿਖੀ ਜਾਣੀ ਚਾਹੀਦੀ ਹੈ, ਤੁਹਾਡੀ ਭਾਸ਼ਾ 'ਚ ਹੀ ਪੜ੍ਹਾਈ ਹੋਣੀ ਚਾਹੀਦੀ ਹੈ 1500 ਬੰਦੇ ਦੇ ਲਈ, ਠੀਕ। ਹੁਣ ਜਿਹੜੇ ਜ਼ਾਰਸ਼ਾਹੀ ਰੂਸ ਦੇ ਵਿੱਚ ਜਿਹੜੀਆਂ ਲਿਖਤੀ ਸੀਆਂ ਭਾਸ਼ਾਵਾਂ ਉਹ ਸੀ 14। 60 ਜਿਹੜੀਆਂ ਹੋਰ ਕੌਮਾਂ ਨੂੰ ਵੀ ਲਿਖਤੀ ਭਾਸ਼ਾ ਉਹਨੇ ਪ੍ਰੋਵਾਈਡ ਕਰਾਈ। ਬਾਕੀ ਜਿਹੜੇ ਬਹੁਤ ਹੀ ਥੋੜ੍ਹੇ ਸੀਗੇ, ਕੋਈ 150, ਕੋਈ 200, ਕੋਈ 300 ਬੰਦਾ, ਉਹਨਾਂ ਕੌਮਾਂ ਨੇ ਖੁਦ ਹੀ ਕਿਹਾ ਕਿ ਸਾਨੂੰ ਵੱਖਰੀ ਭਾਸ਼ਾ ਦੀ ਲੋੜ ਨਹੀਂ, ਸਾਡਾ ਗੁਆਂਢੀ ਭਾਸ਼ਾ ਨਾਲ ਕੰਮ ਚੱਲੀ ਜਾਂਦਾ। ਉਹਨਾਂ ਦੀ ਮਰਜ਼ੀ ਨਾਲ, ਜਾਣੀ ਪਾਰਟੀ ਨੇ ਤਾਂ ਉਹਨਾਂ ਨੂੰ ਵੀ ਕਿਹਾ ਸੀਗਾ ਵੀ ਤੁਹਾਨੂੰ ਤੁਹਾਡੀ ਵੀ ਲਿਪੀ ਬਣਾ ਦਿੰਦੇ ਆ, ਉਹ ਆਪਣੀ ਮਰਜ਼ੀ ਲਈ ਛੱਡਤਾ ਉਹਨਾਂ ਨੇ। ਦੇਖੋ ਇਹ ਕਿੱਡੀ ਵੱਡੀ ਗੱਲ ਹੈ ਕਿ 1500 ਲੋਕਾਂ ਦੀ ਜਿਹੜੀ ਭਾਸ਼ਾ ਸੀਗੀ ਉਹਦੇ ਲਈ ਵੀ ਲਿਪੀ ਤਿਆਰ ਕੀਤੀ ਗਈ। ਅਤੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਇਹ ਛੱਡ ਦਿੱਤਾ ਗਿਆ, ਉਹ ਮਤਲਬ ਹੋਰਾਂ ਦੇ ਰਹਿਮੋ ਕਰਨ ਤੋਂ ਮਰ ਜਾਣ ਦਿਓ ਇਹਨਾਂ ਨੂੰ। ਇਹ ਸੋਵੀਅਤ ਨੀਤੀ ਸੀਗੀ, ਠੀਕ। ਇਹ ਤੋਂ ਬਿਨਾਂ ਕੁਛ ਮਸਲੇ ਨੇ, ਜਿਵੇਂ ਕੌਮੀ ਸੱਭਿਆਚਾਰਕ ਖੁਦ ਮੁਖਤਿਆਰੀ ਕੀ ਹੁੰਦੀ ਹੈ ਅਤੇ ਸਥਾਨਕ ਖੁਦ ਮੁਖਤਿਆਰੀ ਕੀ ਹੁੰਦੀ ਹੈ, ਕਿ ਜਿਹੜਾ ਸਾਮਰਾਜੀ ਪ੍ਰਬੰਧ ਹੈ, ਸਰਮਾਏਦਾਰ ਸਾਮਰਾਜੀ ਪ੍ਰਬੰਧ ਹੈ, ਇਹ 'ਚ ਇਹ ਮਸਲਾ ਹੱਲ ਹੋ ਸਕਦਾ? ਕੌਮਾਂ ਨੂੰ ਆਪਾਂ ਨਿਰਣਾ ਮਿਲ ਸਕਦਾ? ਕਈ ਲੋਕ ਕਹਿੰਦੇ ਨਹੀਂ ਮਿਲ ਸਕਦਾ। ਲੈਨਨਵਾਦ, ਮਾਰਕਸਵਾਦ ਕਹਿੰਦੇ ਮਿਲ ਸਕਦਾ। ਇਹ ਸੰਭਵ ਹੈ, ਇਸ ਸਿਸਟਮ ਦੇ ਅੰਦਰ ਵੀ ਸੰਭਵ ਹੈ, ਠੀਕ। ਜਿਹੜਾ ਬਹੁ ਕੌਮੀ ਦੇਸ਼ ਹੈ 'ਚ ਮਜ਼ਦੂਰ ਜਮਾਤ ਦੀ ਪਾਰਟੀ ਇੱਕ ਹੀ ਪਾਰਟੀ ਹੋਊਗੀ ਕਿ ਅਲੱਗ-ਅਲੱਗ ਪਾਰਟੀਆਂ ਹੋਣਗੀਆਂ? ਇਹ ਮਸਲਾ ਆਪਾਂ ਉਹਦੇ ਵਿੱਚ ਨਜਿੱਠਿਆ ਉਸ ਲੇਖ ਦੇ ਵਿੱਚ। ਜੇ ਕਹੋ ਤਾਂ ਮੈਂ ਥੋੜ੍ਹਾ ਬੋਲ ਦੂੰਗਾ ਬਾਅਦ ਸਵਾਲਾਂ ਦੇ ਰੂਪ 'ਚ। ਅਗਲੀ ਗੱਲ, ਇਹ ਚੀਜ਼ਾਂ ਉੱਥੇ ਪੜ੍ਹੀਆਂ ਜਾ ਸਕਦੀਆਂ, ਇਹਨੂੰ ਮੈਂ ਛੱਡ ਦਿੰਦਾ ਨਾ। ਹੁਣ ਆਪਾਂ ਅੰਤਮ ਗੱਲ 'ਤੇ ਆਉਂਦੇ ਹਾਂ, ਆਖਰੀ ਗੱਲ 'ਤੇ। ਪਾਣੀ ਇਹ ਸਾਰੀ ਗੱਲ ਨੂੰ ਮੈਂ ਸੂਤਰਬੱਧ ਕਰਕੇ ਰੱਖਣਾ। ਜਿਹੜਾ ਭਾਰਤ ਹੈ, ਭਾਰਤ ਵਿੱਚ ਕੌਮੀ ਮਸਲਾ ਕਿਵੇਂ, ਇਹਦੇ ਕੀ ਕਾਰਜ ਨਿਕਲ ਰਿਹਾ, ਠੋਸ ਕਾਰਜ ਕੀ ਨਿਕਲ ਰਿਹਾ ਅੱਜ ਦੀ ਦੁਨੀਆ 'ਚ, ਭਾਰਤ ਵਿੱਚ ਖਾਸ ਤੌਰ 'ਤੇ। ਪਹਿਲਾ ਕਾਰਜ ਸਾਡਾ ਇਹ ਨਿਕਲਦਾ ਕਿ ਆਪਾਂ ਨੂੰ ਇਹ ਮੰਗ ਕਰਨੀ ਚਾਹੀਦੀ ਆ ਕਿ ਭਾਰਤ ਦੀਆਂ ਸਾਰੀਆਂ ਹੀ ਭਾਸ਼ਾਵਾਂ ਨੂੰ ਬਰਾਬਰੀ ਦਾ ਦਰਜਾ ਆਵੇ। ਹਿੰਦੀ ਦਾ ਜਿਹੜਾ ਵਿਸ਼ੇਸ਼ ਰੁਤਬਾ ਸਾਡੇ ਦੇਸ਼ 'ਚ ਉਹ ਖਤਮ ਹੋਣਾ ਚਾਹੀਦਾ। ਜਿਹੜੀ ਧਾਰਾ 351 ਆ, ਉਸ ਧਾਰਾ 351 ਵਿੱਚ ਹੋਰ ਭਾਸ਼ਾਵਾਂ ਵੀ ਜੋੜ ਲਓ। ਜਿਹੜੀ ਕੇਂਦਰ ਸਰਕਾਰ ਆ, ਹਿੰਦੀ ਭਾਸ਼ਾ ਨੂੰ ਹੀ ਕਿਉਂ ਫੰਡ ਦਿੰਦੀ ਹੈ, ਪੰਜਾਬੀ ਨੂੰ ਕਿਉਂ ਨਹੀਂ ਦਿੰਦੀ, ਬੰਗਲਾ ਨੂੰ ਕਿਉਂ ਨਹੀਂ ਦਿੰਦੀ ਫੰਡ? ਉਹ ਇਹ ਜਾਣੀ ਸਾਰੀਆਂ ਭਾਸ਼ਾਵਾਂ
ਤੇ ਜਿਹੜੀ ਸਕੂਲ ਨੇ ਉਹ ਉੱਥੋਂ ਦੀ ਭਾਸ਼ਾਵਾਂ ਵਿੱਚ ਚੱਲਣੇ ਚਾਹੀਦੇ ਨੇ। ਜਿਹੜੇ ਜੁਰਮਾਨੇ ਹੁੰਦੇ ਆ ਬਹੁਤ ਸਾਰੇ ਥਾਵਾਂ 'ਤੇ, ਜਿਵੇਂ ਸਾਡੇ ਪੰਜਾਬ 'ਚ ਹੀ ਆ, ਬਹੁਤ ਸਾਰੇ ਸਕੂਲ ਨੇ ਉੱਥੇ ਬੱਚਾ ਜੇ ਪੰਜਾਬੀ ਬੋਲਦਾ ਉਹਨੂੰ ਜੁਰਮਾਨਾ ਹੋ ਜਾਂਦਾ, ਉਹਨੂੰ ਸਜ਼ਾ ਮਿਲਦੀ ਹੈ। ਇਹ ਚੀਜ਼ ਖਤਮ ਹੋਣੀ ਚਾਹੀਦੀ ਹੈ। ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਦਾ ਦਰਜਾ ਹੋਵੇ, ਕੋਈ ਵੀ ਇੱਕ ਸਰਕਾਰੀ ਭਾਸ਼ਾ ਨਾ ਹੋਵੇ ਇਸ ਦੇਸ਼ ਦੇ ਵਿੱਚ। ਇਹ ਕੰਮ ਬਣਦਾ। ਦੂਜਾ, ਭਾਸ਼ਾ ਆਧਾਰਿਤ ਜਿਹੜੇ ਖਿੱਤੇ ਬਣਾਏ ਜਾਣ, ਇੱਕ ਭਾਸ਼ਾ ਦੇ ਲੋਕਾਂ ਨੂੰ ਇੱਕ ਖਿੱਤੇ ਵਿੱਚ ਰੱਖਿਆ ਜਾਵੇ। ਜਿਵੇਂ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਪੰਜਾਬ ਤੋਂ ਬਾਹਰ ਹੈ, ਮਹਾਰਾਸ਼ਟਰ ਦਾ ਕੁਛ ਹਿੱਸਾ ਬਾਹਰ ਹੈ, ਕਰਨਾਟਕਾ ਦਾ ਇੱਕ ਜ਼ਿਲ੍ਹਾ ਬੇਲਗਾਂਵ ਕੇਰਲ 'ਚ ਪਾ ਰੱਖਿਆ ਉਹਨਾਂ ਨੇ। ਉੱਥੇ ਦੇ ਲੋਕ ਜਿਹੜੇ ਟੀਚਰ ਨੇ ਕੰਨੜ ਪੜ੍ਹਾਉਂਦੇ ਨੇ, ਬੱਚਿਆਂ ਨੂੰ ਸਮਝ ਨਹੀਂ ਆਉਂਦੀ ਗੱਲ। ਇਸ ਤਰ੍ਹਾਂ ਜਿਹੜੀ ਵੱਢ ਟੋਕਾ ਇਹਨਾਂ ਨੇ ਕੀਤੀ ਹੈ ਦੇਸ਼ ਦੇ ਵਿੱਚ, ਨਾਰਥ ਈਸਟ ਵਿੱਚ ਤਾਂ ਬਹੁਤ ਬੁਰਾ ਹਾਲ ਹੈ ਕਰ ਰੱਖਿਆ ਇਹਨਾਂ ਨੇ, ਹੈ ਨਾ। ਉਹ ਜਿਵੇਂ ਹੁਣ ਜੰਮੂ ਆ, ਜੰਮੂ ਨੂੰ ਕਸ਼ਮੀਰ ਨਾਲ ਰੱਖਣ ਦਾ ਕੋਈ ਮਤਲਬ ਨਹੀਂ ਬਣਦਾ। ਉਹਨੂੰ ਮਤਲਬ ਪੰਜਾਬ ਨਾਲ ਹੋਣਾ ਚਾਹੀਦਾ ਹੈ। ਜੰਮੂ ਦੀ ਤਾਂ ਕੋਈ ਸਾਂਝ ਨਹੀਂ ਹੈ ਲੋਕਾਂ ਨਾਲ, ਕਸ਼ਮੀਰੀਆਂ ਨਾਲ। ਕਸ਼ਮੀਰ ਤਾਂ ਦੋ ਹਿੱਸਿਆਂ 'ਚ ਵੰਡਿਆ, ਅੱਧਾ ਪਾਕਿਸਤਾਨ ਦੇ ਕਬਜ਼ੇ 'ਚ ਆ, ਅੱਧਾ ਪੰਜਾਬ ਇੱਧਰ ਭਾਰਤ ਹਿੰਦੁਸਤਾਨ ਦੇ ਕਬਜ਼ੇ 'ਚ ਆ। ਉਹਦੀ ਯੂਨੀਫਿਕੇਸ਼ਨ ਹੋਣੀ ਚਾਹੀਦੀ ਹੈ। ਜੇ ਉਹ ਲੋਕ ਨਹੀਂ ਰਹਿਣਾ ਚਾਹੁੰਦੇ ਤਾਂ ਉਹਨਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਇੱਕ ਆਜ਼ਾਦ ਦੇਸ਼ ਬਣਾਉਣ ਦੀ। ਭਾਸ਼ਾ ਆਧਾਰਿਤ ਖਿੱਤੇ, ਭਾਸ਼ਾ ਆਧਾਰਿਤ ਸੂਬੇ ਬਣੇ ਸੀਗੇ। ਇਹ 47 ਤੋਂ ਇੱਕ ਲਹਿਰ ਉੱਠੀ ਦੇਸ਼ ਦੇ ਵਿੱਚ, ਬਹੁਤ ਜ਼ਬਰਦਸਤ ਲਹਿਰ ਉੱਠੀ, ਅਤੇ ਭਾਰਤੀ ਬੁਰਜੋਜੀ ਨੂੰ ਝੁਕਣਾ ਪਿਆ ਅਤੇ ਬਣਾਉਣੇ ਪਏ। ਉਹ ਲਹਿਰ ਦਾ ਆਖਰੀ ਸੀ ਪੰਜਾਬ, 1966 ਵਿੱਚ ਬਣਿਆ, ਅਤੇ ਪੰਜਾਬ ਜਿਹੋ ਜਿਹਾ ਬਣਿਆ ਆਪਾਂ ਸਾਰੇ ਜਾਣਦੇ ਹਾਂ। ਉਸ ਤੋਂ ਬਾਅਦ ਵੀ ਚੱਲਦਾ ਰਿਹਾ, ਉੱਤਰਾਂਚਲ ਬਣਿਆ, ਝਾਰਖੰਡ ਬਣਿਆ, ਆਪਾਂ ਸਾਰੇ ਜਾਣਦੇ ਹਾਂ। ਪਰ ਇਹ ਪ੍ਰਕਿਰਿਆ ਹਾਲੇ ਮੁਕੰਮਲ ਨਹੀਂ ਹੋਈ। ਗੋਰਖਾਲੈਂਡ ਵਿੱਚ ਹਾਲੇ ਮੂਵਮੈਂਟ ਚੱਲ ਰਹੀ ਹੈ ਕਿ ਸਾਡਾ ਵੱਖਰਾ ਸੂਬਾ ਬਣਾਓ ਭਾਸ਼ਾ ਆਧਾਰਿਤ। ਉਹਦੀ ਇਹਨਾਂ ਲਹਿਰਾਂ ਦੀ ਆਪਾਂ ਨੂੰ ਹਮਾਇਤ ਕਰਨੀ ਚਾਹੀਦੀ ਆ, ਪਰ ਸਾਰੀਆਂ ਲਹਿਰਾਂ ਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਜਿਵੇਂ ਸੌਰਾਸ਼ਟਰ ਹੈ ਗੁਜਰਾਤ ਦੇ ਵਿੱਚ, ਹੁਣ ਸੌਰਾਸ਼ਟਰ ਦੇ ਲੋਕਾਂ ਦੀ ਕੋਈ ਵੱਖਰੀ ਭਾਸ਼ਾ ਨਹੀਂ ਹੈਗੀ। ਦੂਜੀ ਗੱਲ, ਸੌਰਾਸ਼ਟਰ ਨੂੰ ਦੇ ਜਿਹੜੀ ਮੂਵਮੈਂਟ ਆ ਉਹਨੂੰ ਕੋਈ ਲੋਕਾਂ ਦੀ ਹਮਾਇਤ ਵੀ ਹੈ ਨਹੀਂ। ਇਹ ਵਿਦਰਭ ਦੀ ਮੂਵਮੈਂਟ ਆ, ਮਹਾਰਾਸ਼ਟਰ ਤੋਂ ਮਰਾਠੇ ਲੋਕਾਂ ਨੂੰ ਅਲੱਗ ਕਰਨ ਦੀ ਮੂਵਮੈਂਟ ਹੈ, ਠੀਕ। ਜਾਂ ਇੱਥੇ RSS ਵਾਲੇ ਕੱਲ੍ਹ ਨੂੰ ਇਕੱਠੇ ਹੋ ਕੇ ਪਠਾਨਕੋਟ 'ਚ ਮੁਜ਼ਾਹਰਾ ਕਰਨ 50 ਬੰਦੇ ਕਿ ਪਠਾਨਕੋਟ ਤਾਂ ਹਿੰਦੀ ਭਾਸ਼ੀ ਨੂੰ ਉੱਧਰ ਜੋੜ ਦਿਓ, ਉਹਦਾ ਵਿਰੋਧ ਕਰਨਾ ਚਾਹੀਦਾ। ਅਜਿਹੀਆਂ ਮੂਵਮੈਂਟਸ ਜਿਹ 'ਚ ਜਨਤਾ ਦੀ ਪਾਰਟੀਸਪੇਸ਼ਨ ਹੋਵੇ, ਆਮ ਲੋਕ 'ਚ ਸ਼ਾਮਲ ਹੋਣ, ਉਹਨਾਂ ਅਤੇ ਦੂਜੀ ਗੱਲ ਉਹ ਜਾਇਜ਼ ਮਸਲਾ ਹੋਵੇ, ਉਹਦੀ ਆਪਾਂ ਨੂੰ ਹਮਾਇਤ ਕਰਨੀ ਚਾਹੀਦੀ ਹੈ। ਕਿ ਜਿਹੜੇ ਸੂਬਿਆਂ ਦੀ ਖੁਦ ਮੁਖਤਿਆਰੀ ਆ, ਆਟੋਨਮੀ ਆ। ਆਟੋਨਮੀ ਕੀ ਹੁੰਦੀ ਆ? ਇੱਕ ਸੈਂਟਰਲਾਈਜ਼ਡ ਸਟੇਟ ਆ, ਇੱਕ ਸਟੇਟ ਆ ਜਿਸ ਕੇਂਦਰ ਨੂੰ ਬਹੁਤ ਜ਼ਿਆਦਾ ਹੱਕ ਨੇ, ਠੀਕ। ਕੇਂਦਰੀਕ੍ਰਿਤ ਢਾਂਚਾ ਆ, ਉਹਦੇ ਵਿੱਚ ਸੂਬਿਆਂ ਨੂੰ ਕੁਛ ਹੱਕ ਹੈਗੇ ਨੇ। ਜਿਵੇਂ 47 ਤੋਂ ਬਾਅਦ ਸਾਡੇ ਦੇਸ਼ ਵਿੱਚ ਜਿਹੜਾ ਕੌਮਾਂ ਦਾ ਮਸਲਾ ਜਿਸ ਢੰਗ ਨਾਲ ਅੱਧਾ ਅਧੂਰਾ ਹੱਲ ਹੋਇਆ, ਉਹਦੇ 'ਚ ਸੂਬਿਆਂ ਨੂੰ ਕੁਛ ਹੱਕ ਮਿਲੇ, ਉਹ ਖੋਏ ਗਏ। ਜਿਵੇਂ ਐਜੂਕੇਸ਼ਨ ਸੀਗੀ, ਹੁਣ ਐਜੂਕੇਸ਼ਨ 75 ਤੱਕ ਸੂਬਿਆਂ ਦੇ ਅਧਿਕਾਰ 'ਚ ਸੀਗੀ, ਅਤੇ ਐਮਰਜੈਂਸੀ ਵੇਲੇ ਚੱਕ ਕੇ ਕੇਂਦਰ ਵਾਲੇ ਖਾਤੇ 'ਚ ਪਾਤੀ ਉਹਨਾਂ ਨੇ, ਉਹ ਜਿਹੜੀ ਆ ਸੰਵਰਤੀ ਸੂਚੀ 'ਚ ਪਾਤੀ। ਹੁਣ 3 ਸੂਚੀਆਂ ਨੇ, ਸਟੇਟ ਲਿਸਟ ਆ ਜਿਹੜੀ, ਕੇਂਦਰ ਦੀ ਸੂਚੀ ਹੈ ਅਤੇ ਸੰਵਰਤੀ ਸੂਚੀ ਆ। ਸੰਵਰਤੀ ਸੂਚੀ 'ਚ ਜੇ ਕੇਂਦਰ ਦੇ ਸੂਬੇ ਵਿੱਚ ਨਾ ਬਣੇ ਤਾਂ ਕੇਂਦਰ ਦੀ ਚੱਲਦੀ ਹੈ, ਜਾਣੀ ਕਿ ਕੇਂਦਰ ਦੀ ਸੂਚੀ ਆ। ਹੁਣ ਐਜੂਕੇਸ਼ਨ ਨੂੰ ਸੰਵਰਤੀ ਸੂਚੀ 'ਚ ਰੱਖਣ ਦਾ ਕੀ ਮਤਲਬ ਬਣਦਾ ਵੀ? ਹੁਣ ਕਈ ਲੋਕ ਇਹ ਧੱਲਾ ਚੁੱਕ ਦਿੰਦੇ ਆ ਬਈ ਉਹ ਚਾਹੇ ਮੋਦੀ ਬਣਾਵੇ ਕਾਨੂੰਨ, ਚਾਹੇ ਅਮਰਿੰਦਰ ਬਣਾਵੇ ਜਾਂ ਚੰਨੀ ਬਣਾਵੇ, ਨਾ ਕੀ ਫਰਕ ਪੈਂਦਾ? ਇਹਨਾਂ ਫਰਕ ਪੈਂਦਾ, ਠੀਕ। ਫਿਰ ਆਪਾਂ ਜਿਹੜਾ ਢਾਂਚਾ ਬਣਾਵਾਂਗੇ ਉੱਥੇ ਵੀ ਇਹੀ ਕੁਛ ਹੀ ਕਰਾਂਗੇ ਨਾ। ਜੇ ਭਵਿੱਖ ਵਿੱਚ ਆਪਾਂ ਕੀ ਕਰਨਾ, ਉਹਦੇ ਤੋਂ ਸਾਡੀਆਂ ਮੰਗਾਂ ਨਿਕਲਦੀਆਂ ਨਾ। ਅੱਜ ਆਪਣਾ ਜਿਹੜਾ ਲੋਕਾਂ ਅੱਗੇ ਜੋ ਭਵਿੱਖ ਨਕਸ਼ਾ ਰੱਖਾਂਗੇ ਆਉਣ ਵਾਲੇ ਸਮੇਂ ਦਾ, ਹੈ ਨਾ, ਫਿਰ ਕੀ ਕੇਂਦਰੀਕ੍ਰਿਤ ਭਾਰਤ ਦਾ ਰੱਖਾਂਗੇ? ਭਾਰਤ ਵਿੱਚ ਬਹੁਤ ਕੌਮੀ ਇੱਕ ਰਾਜ ਹੈ, ਇੱਥੇ ਕੇਂਦਰੀਕ੍ਰਿਤ ਢਾਂਚਾ ਹੋਊਗਾ ਜਿੱਥੇ ਸੂਬਿਆਂ ਨੂੰ ਕੋਈ ਹੱਕ ਨਹੀਂ ਹੋਣਗੇ, ਕੌਮਾਂ ਨੂੰ ਕੋਈ ਹੱਕ ਨਹੀਂ ਹੋਣਗੇ। ਜੇ ਹੋਣਗੇ ਤਾਂ ਅੱਜ ਹੀ ਆਪਾਂ ਨੂੰ ਇਹ ਗੱਲ ਕਰਨੀ ਪਊਗੀ ਨਾ। ਜੇ GST ਦੀ ਗੱਲ ਕਰਦੇ ਆ, GST ਚਾਹੇ ਕਹਿੰਦੇ ਮੋਦੀ ਕੋਲ ਪੈਸਾ, ਚਾਹੇ ਮਮਤਾ ਕੋਲ ਹੋਵੇ, ਇਹਨਾਂ ਕੀ ਫਰਕ ਪੈਂਦਾ? ਇੱਦਾਂ ਦੀ ਵੀ ਗੱਲਾਂ ਕਰਦੇ ਲੋਕ, ਠੀਕ। ਜਿਹੜੀ ਸੂਬਿਆਂ ਦੀ ਖੁਦ ਮੁਖਤਿਆਰੀ, ਜਿਹੜੀ ਆਟੋਨਮੀ ਮਤਲਬ ਜਿੰਨੇ ਰਾਈਟਸ ਨੇ, ਇਹ ਫੈਡਰਲ ਨਹੀਂ ਗਾ। ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਫੈਡਰਲ ਆ, ਇੰਡੀਆ ਫੈਡਰਲ ਹੈ। ਇੰਡੀਆ ਫੈਡਰਲ ਨਹੀਂ ਹੈਗਾ। ਫੈਡਰਲ ਦੇ ਵਿੱਚ ਵੱਖਰੇ ਹੋਣ ਦਾ ਹੱਕ ਸ਼ਾਮਲ ਹੁੰਦਾ, ਵੀ ਤੁਸੀਂ ਕਦੇ ਹੀ ਵੱਖ ਹੋ ਸਕਦੇ ਹੋ। ਕੀ ਭਾਰਤ ਦੀ ਕਿਸੇ ਵੀ ਕੌਮ ਨੂੰ ਵੱਖ ਹੋਣ ਦਾ ਹੱਕ ਹੈਗਾ? ਭਾਰਤ ਦੇ ਵਿੱਚ ਜਿਹੜੀ ਆਪਣੀ ਤਮਿਲਨਾਡੂ ਦੀ DMK ਆ, ਕਰੁਣਾਨਿਧੀ ਦੀ ਅਗਵਾਈ 'ਚ ਤਮਿਲਨਾਡੂ ਦੀ ਆਜ਼ਾਦੀ ਦੀ ਮੰਗ ਕਰਦੀ ਸੀ DMK। ਫਿਰ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਐਂਟੀ ਸੈਪਰੇਸ਼ਨ ਲਾਅ, ਉਸ ਤੋਂ ਬਾਅਦ ਉਹਨਾਂ ਨੇ ਮੰਗ ਛੱਡਤੀ, ਹੈ ਨਾ। ਭਾਰਤ ਦੀ ਏਕਤਾ ਤੇ ਅਖੰਡਤਾ ਤੁਸੀਂ ਯਕੀਨ ਨਹੀਂ ਕਰਦੇ, ਤੁਸੀਂ ਚੋਣਾਂ ਨਹੀਂ ਲੜ ਸਕਦੇ, ਤੁਹਾਡੀ ਪਾਰਟੀ ਨੂੰ ਜਿਹੜਾ ਚੋਣ ਕਮਿਸ਼ਨ ਮਾਨਤਾ ਨਹੀਂ ਦਿੰਦਾ। ਭਾਰਤ ਦੀ ਕਿਸੇ ਵੀ ਕੌਮ ਨੂੰ ਆਪਾਂ ਲੈਣ ਦਾ ਹੱਕ ਨਹੀਂ ਹੈਗਾ, ਠੀਕ। ਜਿਹੜੇ ਸੂਬਿਆਂ ਦੀ ਖੁਦ ਮੁਖਤਿਆਰੀ, ਜਿਹੜੇ ਫੈਡਰਲ ਇਹ ਨਹੀਂ ਹੈਗਾ, ਇਸ ਲਈ ਮੈਂ ਕਿਹਾ ਕਿਉਂਕਿ ਇੱਥੇ ਕਿਸੇ ਨੂੰ ਅਲੱਗ ਹੋਣ ਦਾ ਹੱਕ ਨਹੀਂ ਗਾ। ਸੂਬਿਆਂ ਦੀ ਖੁਦ ਮੁਖਤਿਆਰੀ ਪਲੱਸ ਸੂਬਿਆਂ ਲਈ ਵਧੇਰੇ ਅਧਿਕਾਰ, ਇਹ ਕੰਮ ਬਣਦਾ। ਜਿਹੜੀ ਕੇਂਦਰ ਕੋਲੇ ਕੁਛ ਹੋਣੇ ਚਾਹੀਦੇ ਆ ਮਸਲੇ, ਬਾਕੀ ਸੂਬਿਆਂ ਕੋਲੇ ਹੋਣੇ ਚਾਹੀਦੇ। ਜਿਵੇਂ ਐਜੂਕੇਸ਼ਨ ਦੀ ਮੈਂ ਗੱਲ ਕੀਤੀ, ਸੂਬਿਆਂ ਕੋਲੇ ਹੋਣਾ ਚਾਹੀਦਾ। ਆ ਖੇਤੀ ਕਾਨੂੰਨ ਜਿਵੇਂ ਹੁਣ ਮਤਲਬ ਬਣਾਏ, ਕੇਂਦਰ ਸਰਕਾਰ ਤਾਂ ਬਣਾ ਹੀ ਨਹੀਂ ਸਕਦੀ ਕਾਨੂੰਨ, ਇਹ ਤਾਂ ਸੂਬਿਆਂ ਦਾ ਮਸਲਾ, ਕੇਂਦਰ ਨੇ ਬਣਾਤੇ। ਆ ਜਿਹੜਾ BSF ਵਾਲਾ ਕੀਤਾ, ਇਹ ਸੂਬਾ ਸਰਕਾਰ ਦੀ ਮਦਦ ਤੋਂ ਬਿਨਾਂ ਕਿਵੇਂ ਕਰ ਸਕਦੀ ਹੈ, ਉਹਦੀ ਹਮਾਇਤ ਤੋਂ ਬਿਨਾਂ ਕਿਵੇਂ ਕਰ ਸਕਦੀ ਹੈ? ਹੁਣ BJP ਤਾਂ ਕੁਛ ਪੁੱਛਦੀ ਨਹੀਂ ਨਾ ਗੱਲ ਕਿਸੇ ਨੂੰ, ਉਹ ਤਾਂ ਲਾਗੂ ਕਰੀ ਜਾਂਦੀ ਆ ਇਹ ਚੀਜ਼ਾਂ। ਇਹਦੇ ਹੱਕ 'ਚ ਆਪਾਂ ਨੂੰ ਖੜਨਾ ਚਾਹੀਦਾ ਅਤੇ ਵਧੇਰੇ ਹੱਕਾਂ ਦੀ ਮੰਗ ਕਰਨੀ ਚਾਹੀਦੀ ਆ। ਚੌਥੀ ਇਹ ਮੰਗ ਬਣਦੀ ਆ
ਕਿ ਸਾਰੀਆਂ ਹੀ ਕੌਮਾਂ ਲਈ ਆਪਾਂ ਦੇਣ ਦਾ ਹੱਕ ਹੈ। ਭਾਰਤ ਵਿੱਚ ਵੱਸਦੀਆਂ ਸਭ ਕੌਮਾਂ ਨੂੰ ਆਪਾਂ ਦੇਣ ਦਾ ਹੱਕ ਹੋਣਾ ਚਾਹੀਦਾ, ਵੱਖਰੇ ਹੋਣ ਦਾ ਹੱਕ ਹੋਣਾ ਚਾਹੀਦਾ, ਉਹਨੂੰ ਆਜ਼ਾਦ ਦੇਸ਼ ਬਣਾਉਣ ਦਾ ਹੱਕ ਹੋਣਾ ਚਾਹੀਦਾ। ਜਦੋਂ ਇਹ ਜੇ ਮੰਨ ਲਓ ਭਾਰਤ ਹੈ, ਜਿਵੇਂ ਭਾਰਤ ਦੇ ਵਿੱਚ ਤਾਂ ਸਮਾਜਵਾਦ ਆਵੇ, ਸਮਾਜਵਾਦ ਆਊਗਾ ਤਾਂ ਕੌਮਾਂ ਦੀ ਵਲੰਟੀਅਰ ਯੂਨੀਅਨ ਬਣੂਗੀ, ਜਾਣੀ ਸਭ ਇੱਛਾ ਨਾਲ ਇੱਕ ਥਾਂ ਹੋਣਗੇ, ਕਿਸੇ ਨੂੰ ਧੱਕੇ ਨਾਲ ਨਹੀਂ ਰੱਖਿਆ ਜਾਊਗਾ। ਠੀਕ, ਜੇ ਅਜਿਹੀ ਯੂਨੀਅਨ ਬਣਦੀ ਹੈ ਤਾਂ ਉਹ ਫੈਡਰਲ ਸਟੇਟ ਹੋਊਗੀ, ਉਹ ਸਟੇਟ ਦਾ ਜਿਹੜਾ ਸਟਰਕਚਰ ਹੋਊਗਾ ਉਹ ਫੈਡਰਲ ਹੋਊਗਾ। ਠੀਕ, ਇਹ ਕੰਮ ਬਣਦੇ ਆ ਆਪਾਂ ਨੂੰ, ਜਾਣੀ ਜਦੋਂ ਆਪਾਂ ਫੈਡਰਲ ਕਹਿੰਦੇ ਤਾਂ ਸਹੀ ਅਰਥਾਂ ਵਿੱਚ ਫੈਡਰਲ ਦੇ ਹੱਕ 'ਚ ਖੜਨਾ ਚਾਹੀਦਾ, ਮਾਰਕਸਵਾਦੀ ਲੈਨਿਨਵਾਦੀ ਅਰਥਾਂ 'ਚ ਫੈਡਰਲ ਦੇ ਹੱਕ 'ਚ ਖੜਨਾ ਚਾਹੀਦਾ। ਉਹ ਅਮਰੀਕਨ ਫੈਡਰਲਿਜ਼ਮ ਨਹੀਂ ਗਾ, ਕੋਈ ਫੈਡਰਲਿਜ਼ਮ ਨਹੀਂ ਹੈ, ਉਹ ਸਟਾਲਿਨ ਕਿਹਾ ਯੂਨਿਟਰੀ ਸਟੇਟ ਹੈ। ਸਵਿਟਜ਼ਰਲੈਂਡ ਕੋਈ ਫੈਡਰਲ ਸਟੇਟ ਨਹੀਂ ਗੀ, ਸਟਾਲਿਨ ਕਿਹਾ ਬਹੁਤ ਪਹਿਲੇ ਯੂਨਿਟਰੀ ਸਟੇਟ ਬਣ ਚੁੱਕੀ ਹੈ। ਕੋਈ ਜਿਹੜੀ ਬੁਰਜੂਆ ਸਟੇਟ ਹੈ ਨਾ, ਇਹ ਫੈਡਰਲ ਨਹੀਂ ਹੋ ਸਕਦੀ, ਇਹ ਵੀ ਗੱਲ ਨਹੀਂ ਭੁੱਲਣੀ ਚਾਹੀਦੀ ਕਦੇ। ਸਮਾਜਵਾਦੀ ਸਟੇਟ ਹੀ ਫੈਡਰਲ ਹੋ ਸਕਦੀ ਆ। ਜੇ ਸੋਸ਼ਲਿਜ਼ਮ ਆਊਗਾ, ਲੋਕਾਂ ਦੀ ਸਭੀ ਸੇ ਯੂਨੀਅਨ ਬਣੂਗੀ, ਫੇਰ ਹੀ ਫੈਡਰਲ ਢਾਂਚਾ ਉਸਰ ਸਕਦਾ। ਕੈਪੀਟਲਿਜ਼ਮ ਦੇ ਵਿੱਚ ਕੋਈ ਫੈਡਰਲ ਢਾਂਚਾ ਨਹੀਂ ਉਸਰ ਸਕਦਾ। ਇੱਕ ਗੱਲ ਹੋਰ ਜਿਹੜੀ ਮੈਂ ਆਖਰੀ ਗੱਲ ਕਰਨੀ ਆ ਕਿ ਜੇ ਬਹੁਤ ਕੌਮੀ ਭਾਰਤ ਦੀ ਹੋਣੀ ਕੀ ਆ, ਭਵਿੱਖ ਕੀ ਇਹਦਾ? ਜਾਂ ਤਾਂ ਸੋਸ਼ਲਿਜ਼ਮ ਆ ਜਾਵੇ ਤੇ ਅਲੱਗ-ਅਲੱਗ ਕੌਮਾਂ ਦੀ ਸਭੀ ਸੇ ਯੂਨੀਅਨ ਬਣੇ, ਨਹੀਂ ਤਾਂ ਇਹ ਹਿੰਦੁਸਤਾਨ ਦਾ ਇਹ ਨਹੀਂ ਕਿ ਹਿੰਦੁਸਤਾਨ ਇਕੱਠਾ ਰਹੂਗਾ। ਸਟਾਲਿਨ ਨੇ ਕਿਹਾ, ਸਟਾਲਿਨ ਨੇ ਗੱਲ ਕਹੀ ਸੀਗੀ ਕਿ ਬਹੁਕੌਮੀ ਦੇਸ਼ ਦੇ ਵਿੱਚ ਜਿਹੜੇ ਅਲੱਗ-ਅਲੱਗ ਕੌਮਾਂ ਦੇ ਵਿਰੋਧ ਇਹ ਖਤਮ ਨਹੀਂ ਹੋ ਸਕਦੇ। ਜਿੰਨਾ ਕਹਿੰਦਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਨੇ ਤਿੱਖੇ ਹੁੰਦੇ ਜਾਂਦੇ ਆ ਤੇ ਅੰਤਮ ਰੂਪ 'ਚ ਖਿੰਡ ਜਾਂਦਾ। ਹੁਣ ਖਿੰਡਣ ਦੀਆਂ ਉਦਾਹਰਨਾਂ ਮੈਂ ਕਿੰਨੀਆਂ ਦੇਵਾਂ ਤੁਹਾਨੂੰ? ਦੇਖੋ, ਅਲੱਗ-ਅਲੱਗ ਕੌਮਾਂ ਦੇ ਦੇਸ਼ਾਂ ਦੀ ਜੁੜਨ ਦੀ ਕੋਈ ਉਦਾਹਰਨ ਹੈਗੀ ਦੁਨੀਆ 'ਚ? ਇੱਕ ਵੀ ਹੈ ਨਹੀਂ। ਜੇ ਸਮਾਜਵਾਦੀ ਸੋਵੀਅਤ ਯੂਨੀਅਨ ਦੀ ਗੱਲ ਕਰ ਛੱਡਦੀ ਆਪਾਂ, ਖਿੰਡਣ ਦੀ ਦੇਖੋ ਕਿੰਨੀਆਂ ਉਦਾਹਰਨਾਂ ਨੇ। ਆਟੋਮਨ ਅੰਪਾਇਰ ਖਿੰਡ ਗਿਆ, ਆਸਟਰੋ ਹੰਗੇਰੀਅਨ ਅੰਪਾਇਰ ਖਿੰਡ ਗਿਆ। ਠੀਕ, ਰੂਸ ਨਹੀਂ ਖਿੰਡਿਆ ਕਿਉਂਕਿ ਉੱਥੇ ਸਮਾਜਵਾਦ ਆ ਗਿਆ, ਉੱਥੇ ਕੌਮਾਂ ਦੀ ਸਭਿਅ ਯੂਨੀਅਨ ਬਣ ਗਈ। ਪਰ ਜਦੋਂ ਰੂਸ 'ਚ ਸਰਮਾਏਦਾਰੀ ਮੁੜ ਬਹਾਲੀ ਹੋ ਗਈ 56 'ਚ, ਜਦੋਂ ਕੌਮੀ ਜ਼ਬਰ ਫਿਰ ਸ਼ੁਰੂ ਹੋਇਆ, 91 'ਚ ਖਿੰਡ ਗਿਆ, 15 ਦੇਸ਼ ਬਣ ਗਏ ਉਹਦੇ। 91 ਸੋਵੀਅਤ ਯੂਨੀਅਨ ਖਿੰਡਿਆ, 92 'ਚ ਯੂਗੋਸਲਾਵੀਆ ਖਿੰਡ ਗਿਆ, 93 'ਚ ਚੈਕੋਸਲੋਵਾਕੀਆ ਖਿੰਡ ਗਿਆ। ਹੈ ਕਿਉਂਕਿ ਬਹੁਤ ਕੌਮੀ ਦੇਸ਼ ਨਹੀਂ ਇਕੱਠੇ ਰਹਿ ਸਕਦੇ। ਸਟਾਲਿਨ ਨੇ ਕਿਹਾ, ਕਹਿੰਦਾ ਇਹ ਅਟੱਲ ਹੈ, ਇਹ ਨਿਯਮ ਹੈ। ਲੈਨਿਨ ਕਿ ਨਿਯਮ ਹੈ, ਲਾਅ ਹੀ ਨਹੀਂ ਹੁੰਦਾ। ਲਾਅ ਦਾ ਕੋਈ ਮਤਲਬ ਹੁੰਦਾ, ਜਦੋਂ ਆਪਾਂ ਲਾਅ ਕਹਿੰਦੇ ਹਾਂ ਤਾਂ ਲਾਅ ਦਾ ਕੋਈ ਮਤਲਬ ਹੁੰਦਾ। ਦੁਖੀ ਨਹੀਂ ਹੋਣਾ ਕਿ ਸਾਡਾ ਭਾਰਤ ਪੈਰਾ ਖਿੰਡ ਜਾਊਗਾ। ਹੈਂ, ਆਪਾਂ ਕੀ ਕਰਾਂਗੇ ਇਹਨੂੰ? ਆਪਾਂ ਇੱਕ ਹੀ ਕੰਮ ਕਰ ਸਕਦੇ ਹਾਂ, ਸਮਾਜਵਾਦ ਲਈ ਲੜ ਸਕਦੇ ਹਾਂ ਭਾਈ। ਸਮਾਜਵਾਦ ਇਹਨੂੰ ਇਕੱਠਾ ਰੱਖ ਸਕਦਾ, ਉਹ ਵੀ ਇੱਛਾ ਨਾਲ, ਉਹ ਵੀ ਉਹਨਾਂ ਦੀ ਇੱਛਾ ਨਾਲ। ਜੇ ਕਸ਼ਮੀਰੀ ਸਾਡੇ ਨਾਲ ਨਹੀਂ ਆਉਣਾ ਚਾਹਣਗੇ, ਆਪਾਂ ਜ਼ਬਰ ਥੋੜ੍ਹੀ ਕਰਾਂਗੇ ਉਹਨਾਂ 'ਤੇ। ਜੇ ਨਾਗਾਲੈਂਡ ਦੇ ਸਾਡੇ ਤੋਂ ਲੋਕ ਨਹੀਂ ਆਉਣਾ ਚਾਹਣਗੇ, ਉਹਨਾਂ ਦਾ ਖੂਨ ਥੋੜ੍ਹੀ ਪਾਵਾਂਗੇ। ਪਰ ਜੇ ਨਾਗਾਲੈਂਡ ਦੇ ਬਹੁਤ ਗਿਣਤੀ ਲੋਕ ਸਾਡੇ ਨਾਲ ਹੋਣਗੇ ਤੇ ਮੁੱਠੀ ਭਰ ਜਿਹੜੇ ਬੁਰਜੂਆ ਕਹਿਣਗੇ ਸਾਨੂੰ ਆਜ਼ਾਦੀ ਚਾਹੀਦੀ, ਉਹਨਾਂ ਨੂੰ ਦੇਵਾਂਗੇ। ਸੋਵੀਅਤ ਪਾਰਟੀ ਨੇ ਵੀ ਐਂ ਕੀਤਾ ਸੀਗਾ ਵੀ ਥੋੜ੍ਹੇ ਜਿਹੇ ਮੁੱਠੀ ਭਰ ਸੀਗੇ ਬੁਰਜੂਆ, ਉਹ ਕਹਿੰਦੇ ਕੌਮੀ ਆਜ਼ਾਦੀ। ਮਜ਼ਦੂਰ ਜਮਾਤ ਇੱਧਰ ਹੀ ਰਹਿਣਾ ਚਾਹੁੰਦੀ ਸੀਗੀ। ਉਦੋਂ ਫਿਰ 17 ਤੋਂ ਬਾਅਦ ਪਾਰਟੀ ਨੇ ਨਾਅਰਾ ਦਿੱਤਾ ਸੀਗਾ, ਮਜ਼ਦੂਰਾਂ ਨੂੰ ਆਪਾਂ ਦੇਣ ਦਾ ਹੱਕ, ਵੀ ਆਪਾਂ ਦੇਣ ਦਾ ਹੱਕ ਬੁਰਜੂਆ ਜੀ ਨਹੀਂ ਦੇਵਾਂਗੇ, ਆਪਾਂ ਮਜ਼ਦੂਰਾਂ ਨੂੰ ਦੇਵਾਂਗੇ। ਮਜ਼ਦੂਰ ਸਾਡੇ ਨਾਲ ਰਹਿਣਾ ਚਾਹੁੰਦੇ, ਬੁਰਜੂਆ ਜੀ ਨਹੀਂ ਰਹਿਣਾ ਚਾਹੁੰਦੀ, ਬੁਰਜੂਆ ਜੀ ਜਾਵੇ ਫਿਰ। ਠੀਕ, ਪਰ ਜੇ ਮਜ਼ਦੂਰ ਹੀ ਚਾਹੁੰਦੇ ਆ, ਉੱਥੇ ਦੇ ਕਿਸਾਨ, ਗਰੀਬ ਕਿਸਾਨ ਚਾਹੁੰਦੇ ਆ, ਉੱਥੋਂ ਦਾ ਮੱਧ ਵਰਗ ਦਾ ਵੱਡਾ ਹਿੱਸਾ ਚਾਹੁੰਦਾ ਆਜ਼ਾਦੀ, ਫਿਰ ਉਹਨੂੰ ਆਪਾਂ ਜਿਵੇਂ ਫਿਨਲੈਂਡ ਨੂੰ ਆਜ਼ਾਦੀ ਦਿੱਤੀ ਗਈ 17 'ਚ, ਪੋਲੈਂਡ ਨੂੰ ਆਜ਼ਾਦੀ ਦਿੱਤੀ ਜਾਊਗੀ, ਫਿਰ ਇਹ ਆ। ਹੁਣ ਜਦੋਂ ਆਪਾਂ ਕਹਿੰਦੇ ਭਾਰਤ ਨੇ ਖਿੰਡ ਜਾਣਾ ਜੇ ਸਮਾਜਵਾਦ ਨਾ ਆਇਆ, ਆਪਾਂ ਨਾਲ ਪੂਰੀ ਗੱਲ ਕਹਿੰਦੇ ਹਾਂ, ਜੇ ਸਮਾਜਵਾਦ ਨਾ ਆਇਆ ਭਾਰਤ ਨੇ ਖਿੰਡ ਜਾਣਾ। ਉਹ ਕਹਿੰਦੇ ਅਸੀਂ ਖਿੰਡਾਣਾ ਹੀ ਚਾਹੁੰਦੇ ਹੋ, ਇਹਨੂੰ ਇਲਜ਼ਾਮ ਹੈ ਇਹ। ਆਪਾਂ ਨਹੀਂ ਕਹਿੰਦੇ, ਇਹ ਲੈਨਿਨ ਨੇ ਕਹੀ ਹੈ ਗੱਲ, ਇਹ ਸਟਾਲਿਨ ਨੇ ਕਹੀ ਹੈ ਗੱਲ। ਲੈਨਿਨ ਨੇ ਕਹੀ ਹੈ ਕੌਮੀ ਰਾਜ ਸਰਮਾਏਦਾਰੀ ਦਾ ਨਿਯਮ ਹੈ। ਜੇ ਨਿਯਮ ਹੈ ਤਾਂ ਭਾਰਤ 'ਤੇ ਕਿਉਂ ਨਹੀਂ ਲਾਗੂ ਹੋਊਗਾ? ਜੇ ਭਾਰਤ 'ਤੇ ਸਮਾਜਵਾਦ ਆ ਜਾਂਦਾ ਤਾਂ ਵੀ ਕੌਮੀ ਰਾਜ ਬਣਨਗੇ। ਉਹ ਸਮਾਜਵਾਦੀ ਗਣਰਾਜ ਹੋਣਗੇ, ਭਾਸ਼ਾ ਆਧਾਰ ਤੋਂ ਉਸਰਨਗੇ, ਉਹ ਅਲੱਗ-ਅਲੱਗ ਕੌਮਾਂ ਦੇ ਰਾਜ ਹੋਣਗੇ, ਕੌਮੀ ਗਣਰਾਜ ਹੋਣਗੇ ਉਹ। ਜਾਣੀ ਜਿਹੜਾ ਇਹ ਇਤਿਹਾਸ ਦਾ ਇੱਕ ਦੌਰ ਆ ਨਾ, ਸਰਮਾਏਦਾਰੀ ਆਉਂਦੀ ਆ, ਉਹ ਛੋਟੀ ਮੋਟੀਆਂ ਕੌਮਾਂ, ਆਪਣੇ ਬੁਲਾਡੇ ਕੋਲੇ ਜਿਹੜੇ 20 ਪਿੰਡ ਨੇ, ਹੈ ਉਹਨਾਂ ਦਾ ਪੰਜਾਬੀ ਹੈ ਨਾ, ਉਹ ਹਰਿਆਣਵੀ ਕੁਛ ਹੋਰ ਹੀ ਬੋਲਦੇ ਆ ਨਾ। ਇਹ ਹੋ ਸਕਦਾ ਉੱਜੜ ਜਾਣ, ਉੱਥੋਂ ਮਾਈਗ੍ਰੇਟ ਕਰ ਜਾਣ ਕਿਤੇ ਨਾ। ਇੱਦਾਂ ਛੋਟੀਆਂ ਕੌਮਾਂ ਨੇ ਬਹੁਤ ਸਾਰੀਆਂ। ਇੱਥੇ ਝਾਰਖੰਡ 'ਚ 200 ਪਿੰਡਾਂ ਦੇ ਲੋਕਾਂ ਨੇ ਇੱਕ ਵਾਰ ਬਗਾਵਤ ਕਰਤੀ, ਕਹਿੰਦੇ ਸਾਡਾ ਵੱਖਰਾ ਦੇਸ਼ ਬਣਾਓ। ਕੋਹਲਾਨਿਸਤਾਨ ਉਹਨਾਂ ਨੇ ਮੰਗਿਆ ਸੀ, ਕੋਹਲਾਨਿਸਤਾਨ ਕਹਿੰਦੇ ਸਾਡਾ ਵੱਖਰਾ ਦੇਸ਼ ਬਣਾਓ। ਸਰਮਾਏਦਾਰੀ ਵਿਕਾਸ ਹੁੰਦਾ, ਛੋਟੀ ਮੋਟੀ ਕੌਮਾਂ ਨੂੰ ਉਜਾੜ ਦਿੰਦਾ, ਸ਼ਹਿਰਾਂ 'ਚ ਚਲੇ ਜਾਂਦੇ ਆ, ਉਹ ਕਿਸੇ ਹੋਰ ਕੌਮ ਦਾ ਹਿੱਸਾ ਬਣ ਜਾਂਦੇ ਆ। ਪਰ ਜਿਹੜੀਆਂ ਵੱਡੀਆਂ ਕੌਮਾਂ ਨੇ, ਤਮਿਲਨਾਡੂ ਨਹੀਂ ਕਦੇ ਖਤਮ ਹੋਣ ਲੱਗਾ, ਬੰਗਾਲ ਨਹੀਂ ਖਤਮ ਹੋਣਾ ਕਦੇ। ਬੰਗਾਲ ਵੱਡਾ ਬੰਗਾਲ ਬਣ ਸਕਦਾ ਪਰਲੇ ਬੰਗਾਲ ਨਾਲ ਇਕੱਠਾ ਹੋ ਕੇ। ਪੰਜਾਬ ਹੋਰ ਵੱਡਾ ਪੰਜਾਬ ਹੋ ਸਕਦਾ ਉੱਧਰਲੇ ਪੰਜਾਬ ਨਾਲ ਜੇ ਜੁੜ ਜਾਵੇ ਤਾਂ। ਇਹ ਚੀਜ਼ਾਂ ਤਾਂ ਹੈਗੀਆਂ। ਹੁਣ ਪੰਜਾਬ 'ਚ ਜਿੰਨੇ ਮਰਜ਼ੀ ਲੋਕ ਚੱਲ ਜਾਣ ਅਮਰੀਕਾ ਕੈਨੇਡਾ, ਪੰਜਾਬ ਥੋੜ੍ਹੀ ਖਤਮ ਹੋ ਜਾਊਗਾ। ਹੁਣ ਦੇਖ ਲਓ ਪਿਛਲੇ 20 ਸਾਲਾਂ 'ਚ ਕਿੰਨੇ ਲੋਕ ਮਾਈਗ੍ਰੇਟ ਕੀਤੇ। ਤੁਸੀਂ ਪੰਜਾਬ ਦੀ ਆਬਾਦੀ ਦੇਖੋ,
ਪਿਛਲੇ 20 ਸਾਲਾਂ 'ਚ ਕਿੰਨੀ ਵਧੀ ਹੈ। ਪੰਜਾਬ ਹੋਰ ਵਧਿਆ, ਘਟਿਆ ਨਹੀਂ ਗਾ ਪੰਜਾਬ, ਸੁੰਗੜਿਆ ਨਹੀਂ ਗਾ। ਇਹ ਜਿਹੜੀਆਂ ਵੱਡੀਆਂ ਕੌਮਾਂ ਨੇ 16 ਕਰੋੜ ਲੋਕ ਨੇ, 16 ਕਰੋੜ ਬੰਗਾਲੀ ਨੇ, 8 ਕਰੋੜ ਤਮਿਲ ਆ, ਠੀਕ, 16 ਕਰੋੜ ਭੋਜਪੁਰ ਦੇ ਲੋਕ ਨੇ। ਇਹ ਨਹੀਂ ਖਤਮ ਹੋਣ ਲੱਗੀਆਂ ਕੌਮਾਂ, ਇਹ ਉੱਜੜ ਨਹੀਂ ਲੱਗੀਆਂ। ਇਹਨਾਂ ਦੇ ਆਪਾਂ ਨੂੰ ਕੌਮੀ ਗਣਰਾਜ ਬਣਾਉਣੇ ਪੈਣੇ ਜੇ ਸਮਾਜਵਾਦ ਆਊਗਾ। ਜਾਣੀ ਕੌਮੀ ਰਾਜ ਦਾ ਮਸਲਾ ਇਹ ਹੱਲ ਕਰਨਾ ਪੈਣਾ ਸਮਾਜਵਾਦ ਨੂੰ, ਚਾਹੇ ਉਹ ਸਮਾਜਵਾਦ ਕਰੇ, ਨਹੀਂ ਤਾਂ ਜਿਹੜਾ ਬੁਰਜੂਆ ਰਾਜ ਪ੍ਰਬੰਧ 'ਚ ਤਾਂ ਹੋ ਹੀ ਜਾਣਾ। ਕਿਸੇ ਵੇਲੇ ਵੀ ਸੋਵੀਅਤ ਯੂਨੀਅਨ ਵਰਗੀ ਸਥਿਤੀ ਬਣ ਸਕਦੀ ਆ, ਕਦੇ ਯੂਗੋਸਲਾਵੀਆ ਵਰਗੀ ਸਥਿਤੀ ਬਣ ਸਕਦੀ ਆ। ਜੇ ਭਾਰਤ ਦੇ ਵਿੱਚ ਭਾਰਤ ਪੱਧਰੀ ਕੋਈ ਮਜ਼ਦੂਰ ਜਮਾਤ ਦੀ ਪਾਰਟੀ ਨਹੀਂ ਹੋਂਦ ਵਿੱਚ ਆਉਂਦੀ ਜਿਹੜੀ ਸਮਾਜਵਾਦੀ ਲੜਾਈ ਲੜ ਸਕੇ, ਠੀਕ, ਫਿਰ ਕੀ ਹੋਣਾ? ਆਹੀ ਕੁਛ ਹੀ ਹੋਣਾ। ਤੇ ਮੋਦੀ ਜਿਹੜਾ ਆ, ਮੋਦੀ ਨੇ ਕਸਮ ਖਾਧੀ ਹੋਈ ਆ ਮੈਂ ਦੇਸ਼ ਨੂੰ ਇਕੱਠਾ ਰਹਿਣ ਨਹੀਂ ਦੇਣਾ। ਮੋਦੀ ਤੇ ਅਮਿਤ ਸ਼ਾਹ ਨੇ ਉਹ ਕਸਮ ਖਾ ਕੇ ਲੱਗੇ ਹੋਏ ਸੀ ਖੰਡਾਣਾ ਹੀ ਖੰਡਾਣਾ ਇਹਨੂੰ। ਉੱਧਰ ਮਹਾਰਾਜ ਸ਼ਿਵ ਸੈਨਾ ਨੂੰ ਛੱਤਰ ਖੜਕੀ ਜਾਂਦਾ, ਉੱਧਰ ਤਮਿਲਨਾਡੂ ਸਟਾਲਿਨ ਨਾਲ ਛੱਤਰ ਖੜਕੀ ਜਾਂਦਾ। ਇਹਨਾਂ ਦਾ ਸੂਬਿਆਂ ਦਾ ਸਾਰਾ ਪੈਸਾ ਲੈ ਗਏ GST ਤਹਿਤ, ਹੁਣ ਨਹੀਂ ਦੇਣਾ ਕਹਿੰਦੇ ਤੁਹਾਨੂੰ, ਮੋੜਦੇ ਹੈ ਨਹੀਂ ਗੇ। ਲੱਖਾਂ ਹੀ ਕਰੋੜ ਰੁਪਈਆ ਖਾ ਗਿਆ ਮੋਦੀ ਇਹਨਾਂ ਦਾ। ਇਹ ਜਾਣੀ ਮਤਲਬ ਕਹਿਣ ਦਾ ਮਤਲਬ ਜਿਹੜੀ ਇਹ ਕੰਟਰਾਡਿਕਸ਼ਨਸ ਨੇ, ਜਦ ਮਾਰਕਸਵਾਦ ਲੈਨਿਨਵਾਦੀ ਰੌਸ਼ਨੀ 'ਚ ਦੇਖੀਏ ਇਹਨੂੰ, ਇਹ ਬੁਰਜੂਆ ਢਾਂਚਾ ਇਹ ਵਿਰੋਧ ਨਹੀਂ ਹੱਲ ਕਰ ਸਕਦਾ, ਸਮਾਜਵਾਦ ਹੱਲ ਕਰ ਸਕਦਾ। ਸਮਾਜਵਾਦ ਇਸ ਦੇਸ਼ ਨੂੰ ਇਕਜੁੱਟ ਰੱਖ ਸਕਦਾ। ਸਮਾਜਵਾਦ ਜਿਹੜੇ ਇਸ ਦੇਸ਼ 'ਚ ਨਹੀਂ ਹੈਗੇ ਉਹਨਾਂ ਨੂੰ ਵੀ ਨਾਲ ਲੈ ਕੇ ਆ ਸਕਦਾ। ਮਤਲਬ ਲੈਂਦੇ ਉੱਧਰ ਪਾਕਿਸਤਾਨ ਵਾਲੇ ਉੱਧਰ ਹੀ ਸਮਾਜਵਾਦ ਆ ਗਿਆ, ਤੇ ਜੇ ਬੰਗਲਾਦੇਸ਼ 'ਚ ਵੀ ਆ ਗਿਆ, ਫਿਰ ਇਕੱਠੇ ਹੋ ਜਾਵਾਂਗੇ। ਹੈ ਇਹ ਸੋਸ਼ਲਿਜ਼ਮ ਤੇ ਹੈ। ਜੇ ਸੋਸ਼ਲਿਜ਼ਮ ਨਹੀਂ ਹੈ ਤਾਂ ਬਹੁਤ ਸਾਰੇ ਦੇਸ਼ ਬਣਨੇ ਆ, ਕਿਉਂਕਿ ਸਟਾਲਿਨ ਨੇ ਕਿਹਾ, ਕਿਉਂਕਿ ਲੈਨਿਨ ਨੇ ਕਿਹਾ। ਤੇ ਜਿੰਨਾ ਕੁ ਮੇਰਾ ਤਜਰਬਾ, ਮੇਰੀ ਵੀ ਹੁਣ ਰਾਜਨੀਤਿਕ ਉਮਰ ਖਾਸੀ ਹੋ ਗਈ, ਉਹਨਾਂ ਦੀ ਗੱਲਾਂ ਗਲਤ ਨਹੀਂ ਨਿਕਲਦੀਆਂ, ਥੋੜ੍ਹੇ ਕਿਤੇ ਉਹ ਗੱਲਾਂ ਸਹੀ ਹੋ ਜਾਂਦੀਆਂ ਉਹਨਾਂ ਦੀਆਂ। ਚਲੋ ਧੰਨਵਾਦ।